ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੀ ਆਪਾਂ ਇਸ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ ਜਿਓਮੋਰਫੋਲੋਜੀ ਦਾ ਫਸਟ ਪਾਰਟ ਰਹੇਗਾ ਆਪਣਾ। ਸੋ ਆਪਾਂ ਹੁਣ ਜਿਹੜੇ ਸੀਰੀਜ਼ ਸ਼ੁਰੂ ਕਰਾਂਗੇ ਜਿਹਦੇ ਵਿੱਚ ਥਿਊਰੀ ਵਾਲੀਆਂ ਕਲਾਸਾਂ 'ਚ ਪਹਿਲਾਂ ਜਿਓਮੋਰਫੋਲੋਜੀ ਦੇ ਪਾਰਟ ਆਪਾਂ ਡਿਸਕਸ ਕਰਾਂਗੇ, ਕਿਉਂਕਿ ਮਾਸਟਰ ਕੇਡਰ ਦੇ ਵਿੱਚ ਅਤੇ ਇਸ ਤੋਂ ਇਲਾਵਾ ਹੋਰ ਕਾਫੀ ਸਾਰੇ ਐਗਜ਼ਾਮ ਦੇ ਵਿੱਚ ਜਿਹੜਾ ਹੈ ਇਹਨੂੰ ਲੈ ਕੇ ਕਾਫੀ ਸਾਰੇ ਕੁਐਸਚਨ ਆਉਂਦੇ ਆ, ਕਿਉਂਕਿ ਧਰਤੀ ਦੇ ਉੱਪਰ ਬਹੁਤ ਸਾਰੇ ਜਿਹੜੇ ਲੈਂਡ ਫਾਰਮ ਨੇ ਉਹਨਾਂ ਦੇ ਫੀਚਰ ਬਹੁਤ ਪੁੱਛੇ ਜਾਂਦੇ ਹੈਗੇ ਆ। ਸੋ ਇਸ ਕਰਕੇ ਆਪਾਂ ਪਹਿਲਾਂ ਇਸ ਪਾਰਟ ਨੂੰ ਡਿਸਕਸ ਕਰਾਂਗੇ ਪੂਰੇ ਦੇ ਪੂਰੇ ਨੂੰ। ਤਕਰੀਬਨ ਇਹਦੀਆਂ 10 ਤੋਂ 15 ਕਲਾਸਿਸ ਆਪਣੀਆਂ ਬਣਨੀਆਂ ਜਿਹਦੇ ਵਿੱਚ ਵੱਖਰੇ ਜਿਹੜੇ ਪਾਰਟਸ ਆਪਣੇ ਰਹਿਣਗੇ। ਠੀਕ ਹੈ, ਅੱਜ ਦੀ ਜਿਹੜੀ ਕਲਾਸ ਰਹੂਗੀ ਉਹ ਸਿਰਫ ਕੰਪੋਨੈਂਟ ਦੇ ਉੱਪਰ ਹੈ ਕਿ ਜਿਓਮੋਰਫੋਲੋਜੀ ਹੈ ਕੀ ਹੈਗੀ ਆ, ਇਸ ਦੇ ਕੰਪੋਨੈਂਟ ਕੀ ਹੈਗੇ ਹੈਗੇ, ਇਹਦੇ ਕੀ ਕੰਮ ਹੈਗੇ ਨੇ ਤੇ ਕਿਹੜੇ ਤੱਤ ਜਾਂ ਘਟਕ ਇਸ ਦੇ ਵਿੱਚ ਸ਼ਾਮਲ ਹੈਗੇ ਨੇਗੇ। ਇਹ ਤੁਹਾਨੂੰ ਲਗਭਗ ਸਾਰੇ ਹੀ ਐਗਜ਼ਾਮ, ਚਾਹੇ ਉਹ ਇੰਡੀਆ ਲੈਵਲ ਦੇ ਆ ਤੇ ਚਾਹੇ ਫਿਰ ਉਹ ਪੰਜਾਬ ਲੈਵਲ ਦੇ, ਉਹਨਾਂ ਦੇ ਵਿੱਚ ਜਿੱਥੇ ਵੀ ਜੀਓਗ੍ਰਾਫੀ ਦਾ ਜਿਹੜਾ ਪਾਰਟ ਆਊਗਾ ਇਹ ਕਵਰ ਕਰੇਗਾ ਤੁਹਾਡਾ ਪਾਰਟ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋਗੇ। ਲਾਈਵ ਕਲਾਸ ਜੁਆਇਨ ਕਰਨ ਦੇ ਲਈ ਤੁਸੀਂ YouTube ਦੇ ਉੱਪਰ ਰਮਨ ਇੰਸਟੀਟਿਊਟ ਚੈਨਲ ਜਿਹੜਾ ਹੈ ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੈਗੇ ਹੋ, ਜੋ ਕਿ MCQ ਕਲਾਸਿਸ ਹੁੰਦੇ ਆ। ਇਸ ਤੋਂ ਇਲਾਵਾ ਥਿਊਰੀ ਕਲਾਸਿਸ ਪਲੱਸ PDF ਕਲੈਕਟ ਕਰਨ ਦੇ ਲਈ ਜਿਹੜਾ ਹੈ ਰਮਨ ਇੰਸਟੀਟਿਊਟ ਦੀ ਐਪ ਹੈ ਜੋ ਪਲੇ ਸਟੋਰ ਤੋਂ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੈਗੇ ਹੋਗੇ। ਓਕੇ, ਹਾਂਜੀ। ਅੱਜ ਆਪਾਂ ਡਿਸਕਸ ਕਰਾਂਗੇ ਭੂ ਆਕ੍ਰਿਤੀ, ਕਿ ਜਿਹੜੀ ਜਿਓਮੋਰਫੋਲੋਜੀ ਹੈ ਇਹ ਕੀ ਹੈ ਅਸਲ ਦੇ ਵਿੱਚ, ਔਰ ਇਸ ਦੇ ਅੰਡਰ ਕਿਹੜੇ ਫੀਚਰ ਜਿਹੜੇ ਉਹ ਆ ਜਾਂਦੇ ਹੈਗੇ ਅੱਗੇ। ਧਰਤੀ ਦੇ ਉੱਪਰ ਜਿਹੜੇ ਵੀ ਲੈਂਡ ਫਾਰਮ ਬਣੇ ਹੋਏ ਹੈਗੇ ਨੇਗੇ, ਸੋ ਉਹ ਕਿਸ ਤਰੀਕੇ ਦੇ ਨਾਲ ਬਣੇ ਨੇਗੇ, ਉਹਨਾਂ ਦੇ ਪਿੱਛੇ ਕਿਹੜੇ ਤੱਤ ਜਿਹੜੇ ਆ ਉਹ ਕੰਮ ਕਰਦੇ ਰਹੇ ਹੈਗੇ ਆ। ਹਰ ਇੱਕ ਪਾਰਟ ਨੂੰ ਡੀਪਲੀ ਮੈਂ ਇਹਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਸੀਂ ਪੂਰਨ ਤੌਰ ਦੇ ਉੱਪਰ ਹਰ ਇੱਕ ਕਨਸੈਪਟ ਨੂੰ ਜਿਹੜਾ ਉਹ ਕਲੀਅਰ ਕਰ ਸਕੋ। ਅੱਛਾ, ਕੁਛ ਦਿਨਾਂ ਤੋਂ ਆਪਾਂ ਜਿਹੜੀਆਂ ਕਲਾਸਿਸ ਥਿਊਰੀ ਕਲਾਸਿਸ ਨਹੀਂ ਪਾਈਆਂ ਸੀਗੀਆਂ ਉਹਦੇ ਲਈ ਮਾਫੀ ਚਾਹੁੰਦਾ ਹਾਂ। ਸੋ ਉਹਦਾ ਮੇਨ ਕਾਰਨ ਇਹ ਸੀਗਾ ਕਿ ਜਿਹੜਾ ਮੇਰਾ ਲੈਪਟਾਪ ਹੈ ਉਹਦੀ ਹਾਰਡ ਡਿਸਕ ਖਰਾਬ ਹੋ ਚੁੱਕੀ ਹੈਗੀ ਆ। ਤਕਰੀਬਨ ਜਿੰਨਾ ਵੀ ਮੇਰੇ ਕੋਲੇ ਪ੍ਰੀਵੀਅਸ ਜੋ ਰਿਕਾਰਡ ਸੀਗਾ, MCQ ਸੀਗੇ, ਚਾਹੇ ਉਹ ਥਿਊਰੀ ਕਲਾਸਿਸ ਸੀਗੀਆਂ, ਚਾਹੇ ਉਹ ਥਿਊਰੀ ਦੀਆਂ PDF ਸੀਗੀਆਂ, ਉਹ ਸਾਰੀਆਂ ਡਿਲੀਟ ਹੋ ਚੁੱਕੀਆਂ ਨੇਗੀਆਂ, ਕਿਉਂਕਿ ਉਹਦੇ ਵਿੱਚੋਂ ਡਾਟਾ ਜਿਹੜਾ ਉਹ ਰਿਕਵਰ ਨਹੀਂ ਹੋ ਪਾਇਆ ਸੀਗਾ। ਠੀਕ ਹੈ, ਸੋ ਤਕਰੀਬਨ 20-25 ਦਿਨਾਂ ਦੇ ਕਰੀਬ ਉਹ ਚੰਡੀਗੜ੍ਹ ਦੇ ਵਿੱਚ ਆਪਾਂ ਭੇਜੀ ਵੀ ਸੀ ਤਾਂ ਕਿ ਉਹ ਡਾਟਾ ਆਪਾਂ ਵਾਪਸ ਮੰਗਵਾ ਕੇ ਜਲਦੀ ਤੁਹਾਨੂੰ ਜਿਹੜੀਆਂ ਕਲਾਸਾਂ ਨੇ ਉਹ ਪ੍ਰੋਵਾਈਡ ਕਰ ਸਕੀਏ, ਪਰ ਅਜਿਹਾ ਹੋ ਨਹੀਂ ਪਾਇਆ ਕਿਉਂਕਿ ਹਾਰਡ ਡਿਸਕ ਜਿਹੜੀ ਆ ਉਹ ਵਰਕ ਕਰਨਾ ਹੀ ਛੱਡ ਗਈ, ਇਸ ਕਰਕੇ ਉਹਦੇ ਵਿੱਚੋਂ ਡਾਟਾ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈਗਾ। ਹੁਣ ਡਾਟਾ ਨਹੀਂ ਨਿਕਲੂਗਾ, ਇਸ ਲਈ ਆਪਾਂ ਸਾਰੀਆਂ ਕਲਾਸਾਂ ਜਿਹੜੀਆਂ ਅਵੇਲੇਬਲ ਨੇ ਉਹ ਤੁਹਾਨੂੰ ਰਹਿਣੀਆਂ ਉਹਦੇ ਉੱਪਰ, ਜਿਹੜੀਆਂ ਰਹਿੰਦੀਆਂ ਨੇ ਮਿਸ ਉਹ ਤੁਹਾਨੂੰ ਜਿਹੜਾ ਦੁਬਾਰਾ ਤੋਂ ਰਿਕਾਰਡ ਕਰਕੇ ਜਿਹੜਾ ਮੈਂ ਪ੍ਰੋਵਾਈਡ ਕਰਾਂਗਾ। ਇਸ ਲਈ ਥੋੜ੍ਹਾ ਜਿਹਾ ਲੇਟ ਹੋ ਸਕਦੀ ਹੈ, ਮੀਨਜ਼ 1-2 ਦਿਨਾਂ ਦੇ ਵਿੱਚ ਆਪਾਂ ਕਲਾਸਿਸ ਜਿਹੜੀਆਂ ਉਹ ਅਪਲੋਡ ਕਰਿਆ ਕਰਾਂਗੇ, ਕਿਉਂਕਿ ਕਲਾਸ ਨੂੰ ਬਣਾਉਣ ਦੇ ਉੱਪਰ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ। ਰਿਕਾਰਡ ਕਰਨ ਦੇ ਉੱਪਰ ਟਾਈਮ ਨਹੀਂ ਲੱਗਦਾ ਹੈ ਕਿਉਂਕਿ ਤਾਂ ਅੱਧੇ ਪੌਣੇ ਘੰਟੇ 'ਚ ਇੱਕ ਟੌਪਿਕ ਆਪਾਂ ਤਿਆਰ ਕਰ ਲੈਂਦੇ, ਬਟ ਉਹਨੂੰ ਬਣਾਉਣ 'ਤੇ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ। ਸੋ ਇਸ ਕਰਕੇ ਜਿਵੇਂ ਆਪਾਂ ਇਹਨੂੰ ਬਣਾਈ ਜਾਵਾਂਗੇ ਉਵੇਂ ਮੈਂ ਤੁਹਾਨੂੰ ਜਿਹੜਾ ਹੈ ਐਪ ਦੇ ਉੱਪਰ ਮੈਂ ਪ੍ਰੋਵਾਈਡ ਕਰਦਾ ਰਹਾਂਗਾ। ਓਕੇ, ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਸੈਸ਼ਨ। ਸੋ ਭੂ ਆਕ੍ਰਿਤੀ ਵਿਗਿਆਨ, ਜਿਹਨੂੰ ਜਿਓਮੋਰਫੋਲੋਜੀ ਕਹਿੰਦੇ ਹੈਗੇ ਆ, ਇਹ ਕੀ ਹੈ, ਕਦੋਂ ਹੋਣ ਦੇ ਵਿੱਚ ਆਇਆ ਹੈਗਾ, ਕਿਹੜੇ ਤੱਤ ਇਸ ਦੇ ਨਾਲ ਜੁੜਦੇ ਹੈਗੇ ਆ। ਜਿਓਮੋਰਫੋਲੋਜੀ ਦਾ ਮਤਲਬ ਹੈ ਕਿ ਧਰਤੀ ਦੇ ਉੱਪਰ ਜਿਹੜੇ ਲੈਂਡ ਫਾਰਮ ਬਣੇ ਹੋਏ ਨੇਗੇ, ਜਿਹਦੇ ਵਿੱਚ ਜਿਵੇਂ ਪਠਾਰ ਹੋ ਗਿਆ, ਮੈਂਡਰਸ ਹੋ ਗਿਆ, ਟ੍ਰਿੰਚਸ ਹੋ ਗਏ ਹੈਗੇ ਅੱਗੇ, ਠੀਕ ਹੈ, ਜਾਂ ਖਾਈਆਂ ਹੋ ਗਈਆਂ ਜਿੱਥੇ V ਸ਼ੇਪ, U ਸ਼ੇਪ, ਇਹ ਸਾਰਿਆਂ ਨੂੰ ਨਿਰਮਾਣ ਕਰਨ ਦੇ ਵਿੱਚ ਕਿਹੜੇ ਤੱਤ ਰਹੇ ਨੇ, ਜਾਂ ਇਹਨਾਂ ਦੇ ਸਾਰਿਆਂ ਦੀ ਸਟੱਡੀ ਨੂੰ, ਜੋ ਧਰਤੀ ਦੇ ਉੱਪਰ ਲੈਂਡ ਫਾਰਮ ਪਾਏ ਜਾਂਦੇ ਹੈਗੇ ਆ, ਸਥਲ ਆਕ੍ਰਿਤੀਆਂ ਪਾਈਆਂ ਜਾਂਦੀਆਂ ਨੇ, ਉਹਨਾਂ ਨੂੰ ਨਾਮ ਦਿੰਦੇ ਹੈਗੇ ਆ ਜਿਓਮੋਰਫੋਲੋਜੀ। ਜਿਓਮੋਰਫੋਲੋਜੀ ਜਿਹੜਾ ਹੈ ਇਹ 3 ਸ਼ਬਦਾਂ ਦੇ ਸੰਮੇਲ ਤੋਂ ਆਇਆ ਹੈ। ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਇਸ ਨੂੰ ਹੋਂਦ ਦੇ ਵਿੱਚ ਲਿਆਂਦਾ ਗਿਆ ਹੈਗਾ। ਇਹਨਾਂ 3 ਸ਼ਬਦਾਂ ਦੇ ਵਿੱਚ ਜਿਓ ਦਾ ਮਤਲਬ ਧਰਤੀ ਆ ਜਾਂਦਾ ਹੈ, ਜਿਵੇਂ ਕਿ ਜਿਓਗ੍ਰਾਫੀ ਦੇ ਵਿੱਚ ਪੜ੍ਹਿਆ ਹੈਗਾ। ਮੋਰਫੀ ਮਤਲਬ ਜਿਹੜੇ ਰੂਪ ਹੈਗੇ ਨੇਗੇ, ਠੀਕ ਹੈ, ਅਤੇ ਲੋਗੋਸ ਮੀਨਸ ਅਧਿਐਨ ਜਾਂ ਸਟੱਡੀ ਹੁੰਦੀ ਹੈਗੀ ਆ। ਤਾਂ ਇਸ ਕਾਰਨ ਕਰਕੇ ਆਪਾਂ ਇਹਨਾਂ ਦੇ ਤਿੰਨਾਂ ਦੇ ਸੰਮੇਲ ਨੂੰ ਕਹਿ ਸਕਦੇ ਹੈਗੇ ਆਂਗੇ ਕਿ ਜਿਹੜੀ ਮਿਓਫੋਲੋਜੀ ਹੈਗੀ ਹੈ, ਜਿਓਮੋਰਫੋਲੋਜੀ ਹੈਗੀ ਇਹ ਧਰਤੀ ਦੇ ਰੂਪਾਂ ਦਾ ਅਧਿਐਨ ਕਰਦੀ ਹੈਗੀ ਆ, ਧਰਤੀ ਰੂਪਾਂ ਦਾ ਅਧਿਐਨ ਕਰਦੀ ਹੈਗੀ, ਯਾਨੀ ਕਿ ਧਰਤੀ ਦੇ ਉੱਪਰ ਪਹਾੜ, ਨਦੀਆਂ, ਟ੍ਰਿੰਚਸ ਜਾਂ ਫਿਰ ਖਾਈਆਂ ਹੋ ਗਈਆਂ, V ਸ਼ੇਪ, U ਸ਼ੇਪ, ਇਹਨਾਂ ਸਾਰਿਆਂ ਨੂੰ ਜਿਹੜਾ ਹੈ ਸਟੱਡੀ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਸਬਜੈਕਟ, ਉਹਦਾ ਨਾਮ ਹੈ ਜਿਓਮੋਰਫੋਲੋਜੀ। ਠੀਕ ਹੈ ਜੀ। ਜਿਓਮੋਰਫੋਲੋਜੀ ਦੇ ਅਰਥਾਂ ਦੇ ਵਿੱਚ ਗੱਲ ਕਰਕੇ, ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਆਪਾਂ ਤਾਂ ਥਰ ਰੂਪਾਂ ਦਾ ਵਿਗਿਆਨ, ਜਿਹਨੂੰ ਸਾਇੰਸ ਆਫ ਲੈਂਡਫਾਰਮ ਵੀ ਕਿਹਾ ਜਾਂਦਾ ਹੈ, ਇਸ ਦੇ ਵਿੱਚ ਥਰ ਰੂਪਾਂ ਦਾ ਭੂਗੋਲਿਕ ਅਧਿਐਨ ਕੀਤਾ ਜਾਂਦਾ ਹੈ ਕਿ ਕਿਹੜਾ ਥਰ ਰੂਪ ਕਿੱਥੇ ਪਾਇਆ ਜਾਂਦਾ ਹੈ,
ਕਿਹੜੇ ਘਟਕ ਦੇ ਕਾਰਨ ਕਰਕੇ, ਕਿਹੜੇ ਕੰਪੋਨੈਂਟ ਦੇ ਕਾਰਨ ਕਰਕੇ ਉਹ ਲੈਂਡਫਾਰਮ ਬਣਿਆ ਹੈਗਾ ਗਾ, ਔਰ ਇਸ ਦੇ ਪਿੱਛੇ ਜਿਹੜੀਆਂ ਵੀ ਭੌਤਿਕ, ਰਸਾਇਣਿਕ ਜਾਂ ਜੀਵ ਵਿਗਿਆਨਕ ਪ੍ਰਕਿਰਿਆਵਾਂ ਵਾਪਰਦੀਆਂ ਨੇ ਤੇ ਧਰਤੀ ਦੇ ਸਤ੍ਹਾ ਦੇ ਨੇੜੇ ਜਾਂ ਧਰਤੀ ਦੀ ਸਤ੍ਹਾ ਦੇ ਅੰਦਰੂਨੀ ਪਾਰਟ ਦੇ ਵਿੱਚ ਜਾਂ ਧਰਤੀ ਦੀ ਸਤ੍ਹਾ ਦੇ ਉੱਪਰਲੇ ਪਾਰਟ ਦੇ ਉੱਪਰ ਜੋ ਵੀ ਇਹਨਾਂ ਕਿਰਿਆਵਾਂ ਦੇ ਰਾਹੀਂ, ਪ੍ਰਤੀਕਿਰਿਆਵਾਂ ਦੇ ਰਾਹੀਂ ਲੈਂਡਫਾਰਮ ਬਣਦੇ ਨੇਗੇ, ਉਹਨਾਂ ਸਾਰਿਆਂ ਨੂੰ ਆਪਾਂ ਡਿਸਕਸ ਕਰਦੇ ਹੈਗੇ ਆ ਜੀਓਮੋਰਫੋਲੋਜੀ ਦੇ ਵਿੱਚ। ਅੱਛਾ, ਆਪਾਂ ਇਹਦੇ ਵਿੱਚ ਕੁਝ ਬੇਸਿਕ ਜਿਹੇ ਪੁਆਇੰਟ ਹੀ ਡਿਸਕਸ ਕਰਾਂਗੇ, ਕਿਉਂਕਿ ਜੇ ਆਪਾਂ ਇਹਨੂੰ ਜ਼ਿਆਦਾ ਡੀਪਲੀ ਕਰਾਂਗੇ ਤਾਂ NTA-NET ਲੈਵਲ ਦਾ ਚਲਾ ਜਾਊਗਾ, ਪਰ ਮੈਂ ਤਕਰੀਬਨ ਤੁਹਾਡਾ ਪੂਰਾ ਦਾ ਪੂਰਾ ਇਹ ਟੌਪਿਕ ਕਵਰ ਕੀਤਾ ਹੈ, ਜਿਹਦੇ ਵਿੱਚ ਤੁਹਾਡਾ NTA-NET ਦਾ ਜਿਓਗ੍ਰਾਫੀ ਦਾ ਜਿਹੜਾ ਹੈ ਉਹਦੇ ਵੀ ਕਾਫੀ ਪੁਆਇੰਟਸ ਮੈਂ ਇਹਦੇ ਵਿੱਚ ਐਡ ਕੀਤੇ ਹੋਏ ਹੈਗੇ ਆ। ਓਕੇ, ਹਾਂਜੀ, ਜੀਓਮੋਰਫੋਲੋਜੀ ਜਿਹੜਾ ਹੈ ਇਹ ਕਦੋਂ ਤੋਂ ਸ਼ੁਰੂ ਹੋਇਆ ਹੈਗਾ ਗਾ, ਵਰਤਮਾਨ ਸਮੇਂ ਦੀ ਕੀ ਸਥਿਤੀ ਹੈ ਤੇ ਪ੍ਰਾਚੀਨ ਸਮੇਂ ਦੇ ਵਿੱਚ ਇਹਨੂੰ ਸ਼ੁਰੂ ਕਰਨ ਵਾਲਾ ਵਿਅਕਤੀ ਕੌਣ ਸੀਗਾ। ਸੋ ਪ੍ਰਾਚੀਨ ਸਮੇਂ ਦੇ ਵਿੱਚ ਜਿਹੜਾ ਇਹ ਜੀਓਮੋਰਫੋਲੋਜੀ ਸਬਜੈਕਟ ਹੈਗਾ ਗਾ, ਇਹਦੀ ਸ਼ੁਰੂਆਤ ਕਰਨ ਵਾਲਾ ਜਿਹੜਾ ਦੇਸ਼ ਹੈ ਉਹ ਗ੍ਰੀਸ ਦੇਸ਼ ਹੈ। ਗ੍ਰੀਸ ਦੇਸ਼ ਦੇ ਦੁਆਰਾ ਜਿਹੜਾ ਹੈ ਇਸ ਸਬਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਵੱਖਰੇ ਵੱਖਰੇ ਜਿਹੜੇ ਕਹਿ ਸਕਦੇ ਹੈਗੇ ਅਧਿਐਨ ਕੀਤੇ, ਜਿਨ੍ਹਾਂ ਤੋਂ ਉਹਨਾਂ ਨੇ ਕਈ ਸਾਰੇ ਜਿਹੜੇ ਆ ਸਿੱਟੇ ਕੱਢੇ ਕਿ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਂਦ ਦੇ ਵਿੱਚ ਆਈਆਂ ਸੀਗੀਆਂ। ਓਕੇ, ਹਾਂਜੀ, ਸੋ ਸਭ ਤੋਂ ਪਹਿਲਾਂ ਗ੍ਰੀਕਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ, ਯੂਨਾਨੀਆਂ ਦੇ ਵਿੱਚੋਂ ਆਪਾਂ ਗੱਲ ਕਰੀਏ ਤਾਂ ਚੌਥੀ ਸਦੀ ਦੇ ਵਿੱਚ ਇਸ ਸਬਜੈਕਟ ਨੂੰ ਸ਼ੁਰੂ ਕਰਨ ਵਾਲਾ ਜਿਹੜਾ ਹੈ ਉਹ ਯੂਨਾਨੀ ਦਾਰਸ਼ਨਿਕ ਅਰਸਤੂ ਸੀਗਾ। ਇਹਦਾ ਵੀ ਕਾਫੀ ਯੋਗਦਾਨ ਰਿਹਾ ਹੈਗਾ ਗਾ, ਕਿਉਂਕਿ ਇਹਨੇ ਕੁਝ ਕੁ ਲੈਂਡਫਾਰਮ ਦੇਖੇ ਕਿ ਕਿਸ ਤਰੀਕੇ ਦੇ ਨਾਲ ਬਣ ਰਹੇ ਨੇ ਤੇ ਉਹਦੇ ਤੌਰ ਦੇ ਉੱਪਰ ਇਹਨੇ ਇੱਕ ਵੱਖਰਾ ਸਬਜੈਕਟ ਜਿਹੜਾ ਹੈ ਜਾਂ ਵੱਖਰਾ ਕਨਸੈਪਟ ਜਿਹੜਾ ਹੋਂਦ ਦੇ ਵਿੱਚ ਲਿਆਂਦਾ। ਇਸ ਤੋਂ ਬਾਅਦ 5ਵੀਂ ਸਦੀ ਦੇ ਵਿੱਚ ਆਉਂਦਾ ਹੈ ਜੀ ਹੈਰੋਡੋਟਸ, ਠੀਕ ਹੈ, ਜੋ ਕਿ ਹਿਸਟਰੀ ਦਾ ਜਿਹੜਾ ਹੈ ਪਿਤਾਮਾ ਕਹਾਉਂਦਾ ਹੈਗਾ ਗਾ, ਯੂਨਾਨੀ ਸੀਗਾ ਵੀ। ਇਹਦੇ ਦੁਆਰਾ ਵੀ ਕਈ ਸਾਰੇ ਖੇਤਰ ਜਿਹੜੇ ਲੈਂਡਫਾਰਮ ਦੇ ਤਰੀਕੇ ਦੇ ਨਾਲ ਆਪਾਂ ਦੇਖਦੇ ਹੈਗੇ ਆ, ਉਹਨਾਂ ਦੀ ਸਟੱਡੀ ਕੀਤੀ ਤੇ ਉਹਦੇ ਆਧਾਰ ਦੇ ਉੱਪਰ ਆਪਣੇ ਜਿਹੜੇ ਹੈ ਵਿਚਾਰ ਇਹਨਾਂ ਨੇ ਪੇਸ਼ ਕੀਤੇ। ਇਹ ਪਹਿਲੇ ਵਿਅਕਤੀ ਹੈਗੇ ਜਿਨ੍ਹਾਂ ਦੇ ਦੁਆਰਾ ਜੀਓਮੋਰਫੋਲੋਜੀ ਦੀ ਸਟੱਡੀ ਕੀਤੀ ਗਈ ਹੈ। ਹਾਲਾਂਕਿ ਇਹ ਨਹੀਂ ਕਹਿ ਸਕਦੇ ਕਿ ਸਬਜੈਕਟ ਹੋਣ ਦੇ ਵਿੱਚ ਆ ਚੁੱਕਿਆ ਹੈ, ਬਟ ਇਹਨਾਂ ਨੇ ਕੁਝ ਟੌਪਿਕਾਂ 'ਤੇ ਡਿਸਕਸ ਕੀਤਾ ਸੀਗਾ ਜੋ ਜੀਓਮੋਰਫੋਲੋਜੀ ਦੇ ਨਾਲ ਜੁੜਦੇ ਸੀਗੇ। ਫਿਰ ਇਸ ਤੋਂ ਬਾਅਦ 10ਵੀਂ ਸਦੀ ਦੇ ਵਿੱਚ ਆ ਕੇ ਬਸਰਾ ਦੇ ਵਿੱਚ ਇੱਕ ਅਰਬੀ ਭਾਸ਼ਾ ਦੇ ਵਿੱਚ ਇੱਕ ਪੁਸਤਕ ਪ੍ਰਕਾਸ਼ਿਤ ਹੋਈ ਸੀਗੀ, ਜਿਸ ਦਾ ਨਾਮ ਸੀਗਾ ਬ੍ਰਦਰਸ ਆਫ ਪਿਓਰਿਟੀ ਦੇ ਇਨਸਾਈਕਲੋਪੀਡੀਆ। ਇਸ ਦੇ ਵਿੱਚ ਇਹਨਾਂ ਨੇ ਚਟਾਨਾਂ ਦੇ ਟੁੱਟਣ ਤੇ ਸਮੁੰਦਰ ਦੇ ਵਿੱਚ ਧੋਤੇ ਜਾਣ ਵਾਲੇ ਜ਼ਮੀਨੀ ਤੇ ਸਮੁੰਦਰੀ ਸਮੁੰਦਰ ਦੀਆਂ ਚੱਕਰਵਾਤੀ ਬਦਲਦੀਆਂ ਸਥਿਤੀਆਂ ਦੇ ਬਾਰੇ ਚਰਚਾ ਕੀਤੀ ਸੀ ਕਿ ਕਿਵੇਂ ਚਟਾਨਾਂ ਟੁੱਟ ਰਹੀਆਂ ਨੇ, ਕਿਵੇਂ ਸਮੁੰਦਰ ਦੇ ਜਿਹੜੇ ਕਿਨਾਰੇ ਨੇਗੇ ਉਹ ਟੁੱਟ ਕੇ ਕਿਸ ਤਰੀਕੇ ਦੇ ਫੀਚਰ ਜਿਹੜੇ ਉਹ ਕ੍ਰੀਏਟ ਕਰਦੇ ਹੈਗੇ ਆ। ਉਹਦਾ ਜ਼ਿਕਰ 10ਵੀਂ ਸਦੀ ਦੀ ਅਰਬੀ ਭਾਸ਼ਾ ਦੀ ਇਸ ਪੁਸਤਕ ਦੇ ਵਿੱਚ ਕੀਤਾ ਗਿਆ ਸੀ, ਜਿਹਦਾ ਨਾਮ ਸੀਗਾ ਬ੍ਰਦਰਨ ਆਫ ਪਿਓਰਿਟੀ ਆਫ ਇਨਸਾਈਕਲੋਪੀਡੀਆ। ਇਹ 10ਵੀਂ ਸਦੀ ਦੀ ਗੱਲ ਹੈਗੀ ਆ। ਫਿਰ ਇਸ ਤੋਂ ਬਾਅਦ ਮੱਧਕਾਲੀਨ ਦੇ ਵਿੱਚ ਇੱਕ ਫਾਰਸੀ ਮੁਸਲਮਾਨ ਸੀਗਾ, ਉਸ ਨੇ ਵੀ ਇਹਦੇ ਉੱਪਰ ਜ਼ਿਕਰ ਕੀਤਾ। ਉਹਦਾ ਨਾਮ ਸੀਗਾ ਜੀ ਅਬੂ ਰਿਹਾਨ ਅਲ ਬਿਰੂਨੀ। ਇਹਨੇ 973 ਤੋਂ ਲੈ ਕੇ 1048 ਤੱਕ ਜਿਹੜਾ ਹੈ ਕੰਮ ਕੀਤਾ ਸੀਗਾ, ਸਮੇਂ ਤੱਕ ਰਹੇ ਸੀਗੇ, ਤੇ ਇਹਨਾਂ ਦੇ ਦੁਆਰਾ ਕਾਫੀ ਸਾਰੇ ਜਿਹੜੇ ਫੀਚਰ ਹੈਗੇ ਅੱਗੇ ਉਹਨਾਂ ਦਾ ਜਿਹੜਾ ਹੈ ਇਹਨਾਂ ਨੇ ਮਤਲਬ ਅਧਿਐਨ ਕੀਤਾ ਸੀ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਨੇ ਨਦੀ ਦੇ ਮੂੰਹ ਤੇ ਚਟਾਨਾਂ ਦੀ ਬਣਤਰ ਨੂੰ ਦੇਖਣ ਤੋਂ ਬਾਅਦ ਇਹ ਅਨੁਮਾਨ ਲਗਾਇਆ ਸੀਗਾ। ਕਹਿੰਦਾ ਕਿ ਹਿੰਦ ਮਹਾਸਾਗਰ ਨੇ ਇੱਕ ਵਾਰ ਪੂਰੇ ਭਾਰਤ ਨੂੰ ਜਿਹੜਾ ਹੈ ਉਹ ਕਵਰ ਕੀਤਾ ਹੋਇਆ ਹੈ। ਮਤਲਬ ਕਿ ਇਹਦੇ ਅਕੋਰਡਿੰਗ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਹਿੰਦ ਮਹਾਸਾਗਰ ਹੈਗਾ ਗਾ ਉਹ ਚਟਾਨਾਂ ਨੂੰ ਕੱਟ ਰਿਹਾ ਹੈ, ਕਿਉਂਕਿ ਪਾਣੀ ਦੀਆਂ ਛੱਲਾਂ ਵਾਰੀ ਵੱਜਦੀਆਂ ਸੀ ਤਾਂ ਇਹਨੇ ਨੋਟ ਕੀਤਾ ਕਿ ਕਿਤੇ ਨਾ ਕਿਤੇ ਪਾਰਟ ਕੱਟਿਆ ਜਾ ਰਿਹਾ ਹੈ ਤੇ ਕਦੇ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਮਾਂ ਆ ਜਾਊਗਾ ਜਿਹਦੇ ਨਾਲ ਕਹਿੰਦੇ ਹਿੰਦੁਸਤਾਨ ਜਿਹੜਾ ਹੈ ਪੂਰਾ ਦਾ ਪੂਰਾ ਜਾਂ ਭਾਰਤ ਜਿਹੜਾ ਪੂਰਾ ਦਾ ਪੂਰਾ ਉਹ ਇਸ ਇੰਡੀਅਨ ਓਸ਼ਨ ਦੇ ਅੰਡਰ ਕਵਰ ਹੋ ਜਾਊਗਾ। ਇੱਥੋਂ ਇਹ ਪਤਾ ਲੱਗਦਾ ਸੀਗਾ ਕਿ ਜਿਹੜੀਆਂ ਚਟਾਨਾਂ ਨੇਗੀਆਂ ਉਹ ਟੁੱਟਦੀਆਂ ਭੱਜਦੀਆਂ ਨੇਗੀਆਂ ਜਦੋਂ ਉੱਪਰ ਕਿਰਿਆ ਹੁੰਦੀ ਹੈਗੀ ਆ, ਠੀਕ ਹੈ। ਫਿਰ ਇਸ ਤੋਂ ਬਾਅਦ 1546 ਦੇ ਵਿੱਚ ਡੀ ਨੈਚੁਰਾਫਲਸ ਦੇ ਵਿੱਚ ਜਰਮਨ ਧਾਤੂ ਵਿਗਿਆਨੀ ਤੇ ਖਣਿਜ ਵਿਗਿਆਨੀ ਸੀ, ਜਿਸ ਦਾ ਨਾਮ ਸੀਗਾ ਜਾਰਜੀਅਸ ਐਗਰੀਕੋਲਾ, ਜਿਹੜਾ ਕਿ 1494 ਤੋਂ ਲੈ ਕੇ 1555 ਤੱਕ ਰਿਹਾ ਸੀਗਾ। ਇਹਨੇ ਫਿਰ ਇੱਕ ਨਵਾਂ ਅਧਿਐਨ ਕੀਤਾ ਜੀ ਕਿ ਚਟਾਨਾਂ ਦਾ ਕਟਾਵ ਹੁੰਦਾ ਹੈ ਤੇ ਕੁਦਰਤੀ ਮੌਸਮ ਜਿਹੜਾ ਹੈਗਾ ਗਾ ਉਹਦੇ ਬਾਰੇ ਅਧਿਐਨ ਕੀਤਾ, ਠੀਕ ਹੈ, ਕਿ ਕਿਸ ਤਰੀਕੇ ਦੇ ਨਾਲ ਮੌਸਮ ਵੀ ਜਿਹੜਾ ਹੈ ਚਟਾਨਾਂ ਨੂੰ ਟੁੱਟਣ ਭੱਜਣ ਦੇ ਵਿੱਚ ਸਹਿਯੋਗ ਦਿੰਦਾ ਹੈ, ਕਿਉਂਕਿ ਕਟਾਵ ਦਾ ਜ਼ਿਕਰ ਇਹਨੇ ਕੀਤਾ ਸੀ। ਇਸ ਤੋਂ ਇਲਾਵਾ ਨੈਚੁਰਲ ਜਿਹੜਾ ਵੈਦਰ ਹੈ ਉਹ ਵੀ ਕਿਤੇ ਨਾ ਕਿਤੇ ਇਫੈਕਟ ਪਾਉਂਦਾ ਸੀਗਾ ਇਹਦੇ ਵਿੱਚ। ਇਹ ਸੀ ਕੁਝ ਪ੍ਰਾਚੀਨ ਤੱਥ ਜਿੱਥੋਂ ਇਹ ਜੀਓਮੋਰਫੋਲੋਜੀ ਜਿਹੜੀ ਹੈ ਹੋਂਦ ਦੇ ਵਿੱਚ ਆਉਂਦੀ ਹੈਗੀ ਆ। ਅੱਛਾ, ਤੇ ਕਈ ਸਾਰੇ ਸਿਧਾਂਤ ਵੀ ਹੈਗੇ ਨੇ, ਜਿਵੇਂ ਡੇਵਿਸ ਵਾਲਾ ਹੋ ਗਿਆ ਹੈ, ਉਹ ਆਪਣਾ ਇੱਕ ਅਲੱਗ ਪਾਰਟ ਹੈ, ਠੀਕ ਹੈ, ਉਹ ਅਲੱਗ ਦੇ ਵਿੱਚ ਰਹੂਗਾ। ਇਹ 'ਚ ਸਿਰਫ ਇਕੱਲੇ ਜੀਓਮੋਰਫੋਲੋਜੀ ਦੀ ਆਪਾਂ ਗੱਲ ਕਰਾਂਗੇ, ਧਿਆਨ ਰੱਖਿਓ।
ਇਸ ਤੋਂ ਬਾਅਦ ਆਉਂਦਾ ਹੈ ਮਾਡਰਨ ਸਮੇਂ ਦੇ ਵਿੱਚ, ਕਿ ਮਾਡਰਨ ਸਮੇਂ ਦੇ ਵਿੱਚ ਇਸ ਜਿਓਮੋਰਫੋਲੋਜੀ ਨੂੰ ਸਬਜੈਕਟ ਦੇ ਰੂਪ ਦੇ ਵਿੱਚ ਕਦੋਂ ਪ੍ਰਯੋਗ ਕੀਤਾ ਗਿਆ ਸੀਗਾ। ਸੋ ਭੂ ਵਿਗਿਆਨ ਸ਼ਬਦ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ ਸੀਗੀ ਲੋਮਨ ਦੇ ਦੁਆਰਾ ਸਾਲ 1858 ਦੇ ਵਿੱਚ, ਤੇ ਇਹਨਾਂ ਦੀ ਇੱਕ ਰਚਨਾ ਸੀਗੀ ਜਰਮਨ ਭਾਸ਼ਾ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਭੂ ਵਿਗਿਆਨ ਸ਼ਬਦ ਜਿਹੜਾ ਹੈ ਉਹ ਇਸਤੇਮਾਲ ਕੀਤਾ ਸੀਗਾ। ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਪ੍ਰਾਚੀਨ ਵਾਲੇ ਤੱਤ ਬਹੁਤ ਘੱਟ ਪੁੱਛੇ ਜਾਂਦੇ, ਉਹ ਨੈਟ 'ਤੇ ਜ਼ਰੂਰ ਆਉਂਦੇ ਹੁੰਦੇ ਆ, ਬਟ ਮਾਡਰਨ ਵਾਲੇ ਜਿਹੜੇ ਹੈ ਉਹ ਤੁਹਾਡੇ ਲਗਭਗ ਹਰ ਇੱਕ ਐਗਜ਼ਾਮ ਦੇ ਵਿੱਚ ਆ ਸਕਦਾ ਹੈ, ਜਿੱਥੇ ਵੀ ਤੁਹਾਨੂੰ ਜਿਓਮੋਰਫੋਲੋਜੀ ਦਾ ਪਾਰਟ ਜਿਹੜਾ ਹੈ ਡਿਸਕਸ ਕੀਤਾ ਹੋਇਆ ਹੈਗਾ। ਓਕੇ, ਇਸ ਤੋਂ ਬਾਅਦ ਕਹਿੰਦੇ ਇਹ ਤਾਂ ਪਹਿਲਾ ਸ਼ਬਦ ਸੀਗਾ, ਪਰ ਇਸ ਤੋਂ ਬਾਅਦ ਕੀਥ ਟੈਂਕਲਰ ਨੇ ਸੁਝਾਅ ਦਿੱਤਾ ਸੀਗਾ, ਕਹਿੰਦੇ ਇਹ ਅਸਲ ਸ਼ਬਦ ਜਿਹੜਾ ਉਹ 1891 ਦੇ ਵਿੱਚ ਵਰਤਿਆ ਗਿਆ ਸੀਗਾ, ਜਦੋਂ ਅੰਤਰਰਾਸ਼ਟਰੀ ਭੂ ਵਿਗਿਆਨਕ ਕਾਨਫਰੰਸ ਹੋਈ ਸੀਗੀ। ਉਸ ਸਮੇਂ ਦੋ ਵਿਅਕਤੀ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਜੀ ਜੌਨ ਵਸੇਲੇ ਪਾਵਲ ਤੇ WJ ਮੈਕਗੀ। ਇਹਨਾਂ ਦੋਨਾਂ ਦੇ ਦੁਆਰਾ ਇਹ ਸ਼ਬਦ ਵਰਤਿਆ ਗਿਆ ਸੀ ਜਿਹਦਾ ਨਾਮ ਸੀਗਾ ਭੂ ਵਿਗਿਆਨ। ਇਸ ਤੋਂ ਬਾਅਦ ਇਹ ਸ਼ਬਦ ਦੀ ਵਰਤੋਂ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਗਈ ਸੀਗੀ, ਪਰ ਦੋ ਸਿਧਾਂਤ ਨੇ ਇਹਦੇ ਵਿੱਚੋਂ, ਇੱਕ ਪਹਿਲਾ 1858 ਦੇ ਵਿੱਚ ਲੈਮੋਨ ਦੇ ਦੁਆਰਾ, ਇਸ ਤੋਂ ਬਾਅਦ ਕੀਥ ਟੈਂਕਲਰ ਨੇ ਦੱਸਿਆ ਸੀਗਾ ਕਿ ਇਹ ਸ਼ਬਦ ਕਹਿੰਦੇ ਨਹੀਂ 1891 ਦੇ ਵਿੱਚ ਪਹਿਲੀ ਵਾਰ ਵਰਤਿਆ ਸੀਗਾ ਜਦੋਂ ਅੰਤਰਰਾਸ਼ਟਰੀ ਭੂ ਵਿਗਿਆਨ ਕਾਨਫਰੰਸ ਹੋਈ ਸੀਗੀ। ਓਕੇ, ਇਸ ਤੋਂ ਬਾਅਦ ਜੋਹਨ ਐਡਵਰਡ ਮਾਰਨਰ ਨੇ ਆਪਣੀ ਪੁਸਤਕ ਲਿਖੀ ਸੀਗੀ ਜੀ ਜਿਸ ਦਾ ਨਾਮ ਸੀਗਾ ਜੀ ਦਾ ਸਾਇੰਟੀਫਿਕ ਸਟੱਡੀ ਆਫ ਸੀਨਰੀ। ਸੀਨਰੀ ਮੀਨਸ ਲੈਂਡਫਾਰਮ, ਠੀਕ ਹੈ। ਇਸ ਦੇ ਵਿੱਚ ਇਹਨੇ ਆਪਣੀ ਕਿਤਾਬ ਦੇ ਵਿੱਚ ਜਿਹੜਾ ਹੈ ਜਿਓਮੋਰਫੋਲੋਜੀ ਦੀ ਇੱਕ ਸ਼ੁਰੂਆਤੀ ਕੰਸੈਪਟ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਵਿੱਚ ਇਸਨੇ ਭੂ ਵਿਗਿਆਨ ਤੇ ਭੂਗੋਲ ਦੇ ਸੰਘ ਦੇ ਵਿੱਚ ਜਿਹੜਾ ਖੇਤਰ ਉਭਰਦਾ ਹੈਗਾ ਉਹਦੇ ਰੂਪ ਦੇ ਵਿੱਚ ਇਸ ਨੂੰ ਪੇਸ਼ ਕੀਤਾ ਸੀਗਾ। ਯਾਨੀ ਕਿ ਜਿਓਮੋਰਫੋਲੋਜੀ ਅਸਲ ਦੇ ਵਿੱਚ ਜਿਹੜਾ ਹੈ ਬੁੱਕ ਦੇ ਰੂਪ ਦੇ ਵਿੱਚ ਹੋਣ ਦੇ ਵਿੱਚ ਆਉਂਦੀ ਹੈਗੀ ਆ, ਦਾ ਸਾਇੰਟੀਫਿਕ ਸਟੱਡੀ ਆਫ ਸੀਨਰੀ ਬੁੱਕ ਦੇ ਵਿੱਚੋਂ ਨਿਕਲਦੀ ਆ। ਉੱਥੇ ਪਹਿਲੀ ਵਾਰ ਯੂਜ਼ ਕੀਤਾ ਗਿਆ ਸੀ ਜਿੱਥੇ ਉਭਰਦੇ ਲੈਂਡਫਾਰਮਾਂ ਦੇ ਬਾਰੇ ਜਿਹੜਾ ਹੈ ਉਹ ਜ਼ਿਕਰ ਕੀਤਾ ਗਿਆ ਸੀ, ਤੇ ਉੱਥੋਂ ਇਹ ਜਿਓਮੋਰਫੋਲੋਜੀ ਸਬਜੈਕਟ ਜਿਹੜਾ ਹੈ ਉਹ ਹੋਂਦ ਦੇ ਵਿੱਚ ਹੁੰਦਾ ਹੈ। ਇਹ ਮਾਡਰਨ ਕੁਝ ਕੰਸੈਪਟ ਹੈਗੇ ਆ। ਡੇਟ ਤੇ ਨਾਮ ਤੁਸੀਂ ਜ਼ਰੂਰ ਯਾਦ ਰੱਖਣੇ ਆ, ਕਿਉਂਕਿ ਦੋਨਾਂ ਨੂੰ ਲੈ ਕੇ ਪੁੱਛਦੇ ਹੁੰਦੇ ਆ ਕਿ ਕਦੋਂ ਸਿਧਾਂਤ ਪ੍ਰਯੋਗ ਕੀਤਾ ਗਿਆ, ਕਿਹਨੇ ਕੀਤਾ ਅਤੇ ਕਿਹੜੇ ਸਾਲ 'ਚ ਕੀਤਾ, ਕਿੱਥੋਂ ਦੇ ਸੀ। ਇਹ ਵੀ ਆਮ ਨਾਰਮਲ ਆਉਂਦੇ ਰਹਿੰਦੇ ਹੈਗੇ ਜਿਓਗ੍ਰਾਫੀ ਦੇ ਵਿੱਚ ਸਵਾਲ। ਓਕੇ, ਇਹ ਆਪਾਂ ਸਮਝਿਆ ਹੈ ਪ੍ਰਾਚੀਨ ਤੇ ਮਾਡਰਨ ਸਮੇਂ ਦੇ ਵਿੱਚ ਜਿਓਮੋਰਫੋਲੋਜੀ ਦੀ ਪਹੁੰਚ ਤੇ ਕਿਸ ਤਰੀਕੇ ਦੇ ਨਾਲ ਇਹ ਹੋਂਦ ਦੇ ਵਿੱਚ ਆਇਆ ਹੈ। ਅੱਜ ਦਾ ਜਿਹੜਾ ਆਪਣਾ ਮੇਨ ਇਹ ਟੌਪਿਕ ਹੈ ਉਹ ਪੂਰਨ ਤੌਰ ਦੇ ਉੱਪਰ ਆਧਾਰਿਤ ਹੈਗਾ ਕਿ ਜਿਹੜੀਆਂ ਜਿਓਮੋਰਫਿਕ ਕਾਰਕ ਨੇ ਤੇ ਪ੍ਰਕਿਰਿਆਵਾਂ ਨੇਗੀਆਂ, ਯਾਨੀ ਕਿ ਏਜੰਟ ਹੈਗੇ ਨੇ, ਤੇ ਇਸ ਤੋਂ ਇਲਾਵਾ ਪ੍ਰੋਸੈਸਸ ਨੇਗੇ ਜਿਹੜੇ ਇਹਨਾਂ ਦੇ ਵਿੱਚ ਉਹ ਕਿਹੜੇ ਤੱਤ ਕੰਮ ਕਰਦੇ ਹੈਗੇ। ਇਸ ਤੋਂ ਬਾਅਦ ਜਿਹੜੇ ਆਪਣੇ ਚੈਪਟਰ ਸ਼ੁਰੂ ਹੋਣਗੇ ਉਹਦੇ ਵਿੱਚ ਆਪਾਂ ਏਜੰਟ ਤੇ ਪ੍ਰੋਸੈਸ ਦੇ ਦੁਆਰਾ ਕਿਹੜੇ ਲੈਂਡਫਾਰਮ ਬਣਦੇ ਨੇ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਹਾਂਜੀ, ਸੋ ਇਹਨਾਂ ਨੂੰ ਦੋ ਪਾਰਟਸ ਦੇ ਵਿੱਚ ਵੰਡਿਆ ਜਾਂਦਾ ਹੈ। ਜਿਓਮੋਰਫਿਕ ਜਿਹੜੇ ਏਜੰਟ ਦੇ ਰੂਪ ਦੇ ਵਿੱਚ ਜਾਂ ਕੰਪੋਨੈਂਟ ਦੇ ਵਿੱਚ ਆਪਾਂ ਜਾਣਦੇ ਹੈਗੇ ਆ, ਜਿਸ 'ਚੋਂ ਸਭ ਤੋਂ ਪਹਿਲਾ ਪਾਰਟ ਆ ਜਾਂਦਾ ਹੈ ਭੂ ਆਕਰਤਕ ਪ੍ਰਕਿਰਿਆ, ਜਿਹਨੂੰ ਜਿਓਮੋਰਫਿਕ ਪ੍ਰੋਸੈਸ ਕਿਹਾ ਜਾਂਦਾ ਹੈਗਾ। ਇਸ ਦੇ ਵਿੱਚ ਕੀ ਸ਼ਾਮਿਲ ਹੈ ਕਿ ਕਿਸ ਤਰੀਕੇ ਦੇ ਨਾਲ, ਜਿਵੇਂ ਪਾਣੀ ਹੋ ਗਿਆ, ਗਲੇਸ਼ੀਅਰ ਹੋ ਗਿਆ, ਹਵਾ ਹੋ ਗਈ, ਇਹ ਕਿਵੇਂ ਜਿਹੜਾ ਹੈ ਚਟਾਨਾਂ ਨੂੰ ਤੋੜਦਾ ਹੈ ਅਤੇ ਉਹਨਾਂ ਨੂੰ ਜੋੜਦਾ ਹੈ, ਜਾਂ ਉਹਨਾਂ ਦੇ ਵਿੱਚ ਦਰਾਰਾਂ ਲੈ ਕੇ ਆਉਂਦਾ ਹੈ, ਜਾਂ ਇੱਕ ਨਵੀਆਂ ਸ਼ੇਪਸ ਦਿੰਦਾ ਹੈਗਾ। ਇਸ ਸਾਰੇ ਪ੍ਰੋਸੈਸ ਨੂੰ ਆਪਾਂ ਕਹਿੰਦੇ ਹੈਗੇ ਅੱਗੇ ਜਿਓਮੋਰਫਿਕ ਪ੍ਰੋਸੈਸ, ਠੀਕ ਹੈ। ਇਹ ਸਾਰੇ ਨੂੰ ਆਪਾਂ ਇਨਕਲੂਡ ਕਰਦੇ ਹਾਂ ਜਿਓਮੋਰਫਿਕ ਪ੍ਰੋਸੈਸ ਦੇ ਵਿੱਚ। ਦੂਸਰਾ ਪਾਰਟ ਆਉਂਦਾ ਹੈ ਏਜੰਟ। ਏਜੰਟ ਦਾ ਮਤਲਬ ਹੈ ਕਾਰਕ, ਜਿਹੜੇ ਆਪਾਂ ਇੱਧਰ ਲੈਂਡਫਾਰਮ ਡਿਸਕਸ ਕੀਤੇ ਨੇ ਜਿਹਦੇ ਥਰੂ ਇਹ ਬਣਦੇ ਹੈਗੇ ਨੇ, ਉਹਨਾਂ ਦੇ ਲਈ ਕਿਹੜੇ ਏਜੰਟ ਕਾਰਕ ਜਿਹੜੇ ਉਹ ਕੰਮ ਕਰਦੇ ਹੈਗੇ ਨੇਗੇ, ਉਹਨਾਂ ਨੂੰ ਆਪਾਂ ਇਹਦੇ ਵਿੱਚ ਇਨਕਲੂਡ ਕਰਦੇ ਹਾਂ। ਜਿਵੇਂ ਕਿ ਰਿਵਰ ਹੋ ਜਾਂਦੀ ਹੈਗੀ ਆ, ਹਵਾ ਹੋ ਜਾਂਦੀ ਹੈਗੀ, ਗਲੇਸ਼ੀਅਰ ਹੋ ਗਿਆ, ਅਤੇ ਤਰੰਗਾਂ ਹੋ ਗਈਆਂ ਜਿਹੜੀਆਂ ਵੇਵਜ਼ ਹੋ ਜਾਂਦੀਆਂ ਹੈਗੀਆਂ ਨੇ ਸਮੁੰਦਰੀ, ਉਹ ਸਾਰੀਆਂ ਕਿਵੇਂ ਨਵੇਂ ਜਿਹੜੇ ਕ੍ਰੀਏਚਰ ਕ੍ਰੀਏਟ ਕਰਕੇ ਦਿੰਦੇ ਆ, ਕਿਵੇਂ ਨਵੇਂ ਜਿਹੜੇ ਲੈਂਡਫਾਰਮ ਨੇ ਉਹਨਾਂ ਨੂੰ ਬਣਾ ਕੇ ਦਿੰਦੇ ਆ। ਇੱਧਰ ਲੈਂਡਫਾਰਮ ਬਣ ਚੁੱਕੇ ਹੈਗੇ ਆ ਪ੍ਰੋਸੈਸ ਦੇ ਵਿੱਚ, ਅਤੇ ਇੱਧਰ ਦੇ ਵਿੱਚ ਏਜੰਟ ਦੇ ਵਿੱਚ ਉਹ ਤੱਤ ਨੇ ਜਿਹੜੇ ਇਹਨਾਂ ਲੈਂਡਫਾਰਮਸ ਨੂੰ ਕ੍ਰੀਏਟ ਕਰਦੇ ਹੈਗੇ ਨੇ, ਠੀਕ ਹੈ ਜੀ। ਬੜਾ ਸੌਖਾ ਜਿਹਾ, ਕੁਝ ਵੀ ਨਹੀਂ ਹੈ, ਬਸ ਇੱਕ ਦੋ ਵਾਰੀ ਧਿਆਨ ਦੇ ਨਾਲ ਪੜ੍ਹਨਾ, ਦੁਬਾਰਾ ਇਹਨਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਜਿਓਗ੍ਰਾਫੀ ਹੈ, ਜੇ ਜਦੋਂ ਤੁਸੀਂ ਇਹਨੂੰ ਇੱਕ ਵਾਰੀ ਪੜ੍ਹ ਲਓ ਦੁਬਾਰਾ ਕਦੇ ਭੁੱਲਦੇ ਨਹੀਂ ਹੁੰਦੇ, ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ, ਹੈ ਨਾ। ਹਾਂਜੀ, ਸੋ ਪਹਿਲਾਂ ਗੱਲ ਕਰਦੇ ਆਪਾਂ ਇਹਦੇ ਵਿੱਚੋਂ ਜਿਓਮੋਰਫਿਕ ਪ੍ਰੋਸੈਸ ਇਹ ਕੀ ਹੁੰਦਾ ਹੈਗਾ। ਸੋ ਉਹ ਸਾਰੀਆਂ ਭੌਤਿਕ ਤੇ ਰਸਾਇਣਿਕ ਤਬਦੀਲੀਆਂ ਜਿਨ੍ਹਾਂ ਦੇ ਕਾਰਨ ਧਰਤੀ ਦੀ ਸਤ੍ਹਾ ਦੇ ਉੱਪਰ ਬਦਲਾਅ ਆਉਂਦੇ ਹੈਗੇ ਆ, ਉਹਨਾਂ ਸਾਰਿਆਂ ਨੂੰ ਆਪਾਂ ਨਾਮ ਦਿੰਦੇ ਆ ਜਿਓਮੋਰਫਿਕ ਪ੍ਰੋਸੈਸ। ਇਹਦੇ ਵਿੱਚ ਫਿਜ਼ੀਕਲ ਅਤੇ ਕੈਮੀਕਲ ਦੋਨੋਂ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਉਹ ਮੌਜੂਦ ਨੇਗੀਆਂ, ਜਿਹੜੀਆਂ ਧਰਤੀ ਦੀ ਸਤ੍ਹਾ ਦੇ ਉੱਪਰ, ਮੇਨ ਲੈਂਡ ਦੇ ਉੱਪਰ ਕੁਝ ਨਵੇਂ ਫੀਚਰ ਜਾਂ ਕੁਝ ਨਵੀਆਂ ਤਬਦੀਲੀਆਂ ਲੈ ਕੇ ਆਉਂਦੀਆਂ। ਇਸ ਸਾਰੇ ਨੂੰ ਆਪਾਂ ਨਾਮ ਦਿੰਦੇ ਹਾਂ ਜਿਓਮੋਰਫਿਕ ਪ੍ਰੋਸੈਸ। ਓਕੇ, ਦੂਸਰਾ ਕੰਸੈਪਟ ਸੀਗਾ, ਇਹ ਮੈਂ ਡੈਫੀਨੇਸ਼ਨ ਹੈ, ਪਹਿਲਾਂ ਮੈਂ ਤੁਹਾਨੂੰ ਸਿੰਪਲ ਭਾਸ਼ਾ 'ਚ ਦੱਸ ਦਿੱਤਾ, ਹੁਣ ਡੈਫੀਨੇਸ਼ਨ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਮੈਂ ਐਡ ਕਰ ਦਿੱਤਾ ਹੈ। ਦੂਸਰਾ ਹੁੰਦਾ ਹੈ ਭੂ ਆਕਰਤਿਕ ਕਾਰਕ, ਜਿਹਨੂੰ ਜਿਓਮੋਰਫਿਕ ਏਜੰਟ ਕਿਹਾ ਜਾਂਦਾ ਹੈਗਾ। ਇਹ ਉਹ ਸਾਰੇ ਕੁਦਰਤੀ ਸਾਧਨ
ਲਗਭਗ ਸਾਰੇ ਕੁਦਰਤੀ ਸਾਧਨ ਹੁੰਦੇ ਇਹਦੇ ਵਿੱਚ, ਜਿਵੇਂ ਪੌਣ ਹੋ ਗਈ, ਪਾਣੀ ਹੋ ਗਿਆ, ਹਿਮ ਨਦੀ ਹੋ ਗਿਆ, ਜਾਂ ਭੂਗਰਭੀ ਜਲ ਹੋ ਗਿਆ, ਤੇ ਜਾਂ ਫਿਰ ਸਮੁੰਦਰੀ ਲਹਿਰਾਂ ਹੋ ਗਈਆਂ, ਜਿਹੜੇ ਕਿ ਧਰਤੀ ਦੇ ਟੁੱਟੇ ਭੱਜੇ ਮਲਬੇ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਦੇ ਉੱਪਰ ਲੈ ਕੇ ਜਾਂਦੇ ਹੈਗੇ। ਇਹਨਾਂ ਸਾਰਿਆਂ ਨੂੰ ਕਿਹਾ ਜਾਂਦਾ ਹੈ ਜਿਓਮੋਰਫਿਕ ਏਜੰਟ। ਠੀਕ ਹੈ, ਕਾਰਕ, ਕਿਉਂਕਿ ਇਹਨਾਂ ਦੇ ਥਰੂ ਹੀ ਤਾਂ ਨਵੇਂ ਲੈਂਡਫਾਰਮ ਬਣਦੇ ਹੈਗੇ ਆ, ਉਹਨਾਂ ਨੂੰ ਸ਼ੇਪ ਦਿੱਤੀ ਜਾਂਦੀ ਹੈਗੀ ਹੈ, ਇਸ ਕਰਕੇ ਇਹ ਪ੍ਰਮੁੱਖ ਹੋ ਜਾਂਦੇ ਹੈਗੇ। ਤੇ ਇਹਨਾਂ ਨੂੰ ਗਤੀਸ਼ੀਲ ਕਾਰਕ ਵੀ ਕਿਹਾ ਜਾਂਦਾ ਹੈ। ਮੋਬਾਈਲ ਏਜੰਟ ਆ ਕਾਫੀ ਵਾਰ ਆ ਚੁੱਕਿਆ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਮੋਬਾਈਲ ਏਜੰਟ ਹੈ, ਤੇ ਇਹਨਾਂ ਦੇ ਵਿੱਚੋਂ ਸਾਰੇ ਤੁਸੀਂ ਨੋਟ ਕਰ ਲੈਣੇ ਜੋ ਰੈੱਡ ਲਾਈਨ ਦੇ ਵਿੱਚ ਮੈਂ ਇੱਥੇ ਲਿਖੇ ਹੋਏ ਹੈਗੇ ਆ। ਮੋਬਾਈਲ ਏਜੰਟ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਟਰਾਂਸਪੋਰਟੇਸ਼ਨ ਦਾ ਕੰਮ ਕਰਦੇ ਹੈਗੇ ਆ, ਕਿ ਕਿਸੇ ਸੋਰਸ ਨੂੰ ਜਾਂ ਕਿਸੇ ਚੀਜ਼ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਦੇ ਉੱਪਰ ਲੈ ਕੇ ਜਾਂਦੇ ਹੈਗੇ ਆ, ਜਿਹਦੇ ਨਾਲ ਕੁਝ ਨਵੇਂ ਜਿਹੜੇ ਹੈਗੇ ਅੱਗੇ ਕਹਿ ਸਕਦੇ ਲੈਂਡਫਾਰਮ ਹੋਂਦ ਦੇ ਵਿੱਚ ਆਉਂਦੇ ਆ। ਤੇ ਦੋ ਕਨਸੈਪਟ ਨੇ, ਜਿਓਮੋਰਫਿਕ ਪ੍ਰੋਸੈਸ ਤੇ ਜਿਓਮੋਰਫਿਕ ਏਜੰਟ, ਬੜੇ ਸੌਖੇ ਨੇ। ਠੀਕ ਹੈ, ਜਿਓਮੋਰਫਿਕ ਪ੍ਰੋਸੈਸ ਕੀ ਹੈ? ਜਿਹੜੇ ਕਿ ਭੌਤਿਕ ਤੇ ਰਸਾਇਣਿਕ ਤਬਦੀਲੀਆਂ ਦੇ ਕਾਰਨ ਕਰਕੇ ਧਰਤੀ ਦੀ ਸਤ੍ਹਾ ਦੇ ਉੱਪਰ ਬਦਲਾਵ ਲਿਆਉਂਦੇ ਹੈਗੇ ਆ। ਕਾਰਕ ਕਿਹੜੇ ਹੁੰਦੇ ਹੈਗੇ? ਜਿਹੜੇ ਕਿ ਇਹਨਾਂ ਤਬਦੀਲੀਆਂ ਨੂੰ ਲਿਆਉਣ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੈ, ਜਿਵੇਂ ਪੌਣ, ਪਾਣੀ, ਹਿਮ ਨਦੀ, ਭੂਗਰਭੀ ਜਲ ਤੇ ਸਮੁੰਦਰੀ ਲਹਿਰਾਂ, ਇਹਨਾਂ ਦੇ ਥਰੂ ਇਹ ਬਦਲਾਵ ਆਉਂਦੇ ਹੈਗੇ ਆ। ਇਹ ਭੌਤਿਕ ਤੇ ਰਸਾਇਣਿਕ ਦੋਨਾਂ ਦੇ ਵਿੱਚੋਂ ਐਡ ਆਪਾਂ ਕਰ ਲੈਣੇ ਹੁੰਦੇ ਹੈਗੇ ਆ। ਠੀਕ ਹੈ ਜੀ। ਨੈਕਸਟ ਹੈ ਜੀ ਭੂ ਆਕਰਤਿਕ ਏਜੰਟ। ਸੋ ਪਹਿਲਾਂ ਗੱਲ ਕਰਦੇ ਆਪਾਂ ਜਿਓਮੋਰਫਿਕ ਏਜੰਟ ਜਿਹੜੇ ਹੈਗੇ ਆ ਉਹ ਕਿਹੜੇ ਹੈਗੇ ਨੇ। ਇਹ ਦੋ ਕਿਸਮਾਂ ਦੇ ਵਿੱਚ ਵੰਡੇ ਗਏ ਹੈਗੇ ਨੇ। ਪਹਿਲੀ ਕਿਸਮ ਦੇ ਵਿੱਚ ਐਕਸੋਜੈਨਿਕ ਏਜੰਟ ਆਉਂਦੇ ਆ, ਜਿਹੜੇ ਬਾਹਰੀ ਆ, ਯਾਨੀ ਕਿ ਧਰਤੀ ਨੂੰ ਜਾਂ ਧਰਤੀ ਦੇ ਉੱਪਰ ਜਿਹੜੇ ਲੈਂਡਫਾਰਮ ਬਣਦੇ ਨੇਗੇ ਉਹਨਾਂ ਦੇ ਲਈ ਜਿਹੜੇ ਬਾਹਰੀ ਕਾਰਕ ਨੇ, ਜੋ ਬਾਹਰੋਂ ਪ੍ਰਭਾਵਿਤ ਕਰਦੇ, ਜੋ ਬਾਹਰੋਂ ਸ਼ੇਪਸ ਦਿੰਦੇ ਹੈਗੇ ਆ ਲੈਂਡਫਾਰਮਸ ਨੂੰ, ਉਹਨਾਂ ਨੂੰ ਆਪਾਂ ਕਹਿੰਦੇ ਬਾਹਰੀ ਕਾਰਕ। ਦੂਸਰੇ ਹੁੰਦੇ ਹੈਗੇ ਐਂਡੋਜੈਨਿਕ, ਜਿਹੜੇ ਕਿ ਅੰਦਰੂਨੀ ਤੌਰ ਦੇ ਉੱਪਰ ਹੁੰਦੇ ਹੈਗੇ ਆ, ਯਾਨੀ ਕਿ ਧਰਤੀ ਦੇ ਬਾਹਰ ਨਹੀਂ ਦਿਖਾਈ ਦਿੰਦੇ, ਉਹ ਧਰਤੀ ਦੇ ਅੰਦਰ ਹੀ ਵਾਪਰਦੇ ਆ, ਪਰ ਲੈਂਡਫਾਰਮ ਧਰਤੀ ਦੇ ਬਾਹਰ ਕ੍ਰੀਏਟ ਕਰਦੇ ਹੈਗੇ। ਠੀਕ ਹੈ, ਇਹਦੇ ਵਿੱਚ ਉਹ ਆ ਜਾਂਦੇ ਹੈਗੇ। ਬਾਹਰੀ ਕਾਰਕ ਕਿਹੜੇ ਹੁੰਦੇ ਹੈਗੇ ਆ? ਉਹ ਕਾਰਕ ਜਿਹੜੀ ਧਰਤੀ ਦੀ ਸਤ੍ਹਾ ਦੇ ਉੱਪਰ ਪੈਦਾ ਹੋਣ ਵਾਲੇ ਕਾਰਕ ਹਨ, ਤੇ ਇਹਨਾਂ ਨੂੰ ਆਪਾਂ ਬਾਹਰੀ ਕਾਰਕ ਕਹਿੰਦੇ ਹੈਗੇ ਆ। ਧਰਤੀ ਦੀ ਸਤ੍ਹਾ ਦੇ ਉੱਪਰ ਹੀ ਪੈਦਾ ਹੁੰਦੇ ਆ, ਤੇ ਧਰਤੀ ਦੀ ਸਤ੍ਹਾ ਦੇ ਉੱਪਰ ਹੀ ਲੈਂਡਫਾਰਮ ਬਣਾਉਂਦੇ ਹੈਗੇ ਆ। ਦੂਸਰੇ ਕਾਰਕ ਉਹ ਹੁੰਦੇ ਆ ਜਿਹੜੇ ਧਰਤੀ ਦੇ ਅੰਦਰੋਂ ਪੈਦਾ ਹੁੰਦੇ ਹੈਗੇ ਆ ਤੇ ਤਬਦੀਲੀਆਂ ਲਿਆਉਂਦੇ ਹੈਗੇ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਜਵਾਲਾਮੁਖੀ ਆ ਜਾਂਦਾ ਹੈਗਾ, ਜਾਂ ਫਿਰ ਅਰਥਕੁਏਕ ਆ ਜਾਂਦਾ ਹੈਗਾ। ਬਾਹਰੀ ਤੌਰ ਤੇ ਸਾਰੇ ਆ ਕੇ ਜਿਹੜੇ ਵੀ ਤੁਹਾਨੂੰ ਨਜ਼ਰ ਆਉਂਦੇ ਆ, ਜਿਵੇਂ ਹਵਾ, ਪਾਣੀ, ਗਲੇਸ਼ੀਅਰ, ਜੋ ਵੀ ਤੁਸੀਂ ਦੇਖ ਸਕਦੇ ਹੋ ਧਰਤੀ ਦੇ ਉੱਪਰ, ਬਟ ਅੰਦਰੂਨੀ ਉਹ ਹੁੰਦੇ ਹੈਗੇ ਜਿਹੜੇ ਕਿ ਜਵਾਲਾਮੁਖੀ ਧਰਤੀ ਦੇ ਅੰਦਰੋਂ ਚੱਲਦਾ ਹੈ। ਇਸ ਤੋਂ ਇਲਾਵਾ ਅਰਥਕੁਏਕ ਜਿਹੜਾ ਹੈ, ਭੂਚਾਲ ਜਿਹੜਾ ਹੈ, ਉਹ ਵੀ ਧਰਤੀ ਦੇ ਅੰਦਰੋਂ ਵਾਪਰਦਾ ਹੈ। ਸੋ ਉਸ ਨੂੰ ਆਪਾਂ ਅੰਦਰੂਨੀ ਦੇ ਵਿੱਚ ਐਡ ਕਰਦੇ ਹੈਗੇ ਆ। ਇਹ ਭੂਚਾਲ ਵਾਲੇ ਚੈਪਟਰ ਦੇ ਵਿੱਚ ਵੀ ਆ, ਜਵਾਲਾਮੁਖੀ ਵਾਲੇ ਚੈਪਟਰ ਦੇ ਵਿੱਚ ਵੀ ਹੈਗਾ, ਅਤੇ ਧਰਤੀ ਦੀਆਂ ਜਿਹੜੀਆਂ ਫੋਰਸਸ ਨੇ ਉਹਦੇ ਵਿੱਚ ਵੀ ਆਉਂਦਾ ਹੈਗਾ। ਠੀਕ ਹੈ, ਇਹਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ। ਐਕਸੋ ਮੀਨਸ ਬਾਹਰੋਂ, ਐਂਡੋਜੈਨਿਕ ਮਤਲਬ ਅੰਦਰੂਨੀ ਪਾਰਟ। ਓਕੇ, ਹਾਂਜੀ। ਬਾਹਰੀ ਐਕਸੋਜੈਨਿਕ ਜਿਹੜੇ ਏਜੰਟ ਨੇ ਉਹ ਕਿਹੜੇ ਹੈਗੇ ਨੇਗੇ? ਐਕਸੋਜੈਨਿਕ ਏਜੰਟ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਤੱਤ ਐਡ ਕੀਤਾ ਹੈ ਉਹ ਹੈ ਅਪਰਦਨ ਜਾਂ ਭੌ ਖੋਰਨ, ਜਿਹਨੂੰ ਡੀਗ੍ਰੇਡੇਸ਼ਨ ਕਹਿ ਦਿੰਦੇ ਹੈਗੇ ਕਿ ਧਰਤੀ ਨੂੰ ਜਿਹੜਾ ਹੈ ਖੋਰਨ ਦੀ ਪ੍ਰਕਿਰਿਆ ਜਿਹੜੀ ਹੈਗੀ ਆ, ਉਹਦੇ ਵਿੱਚ ਬਾਹਰੀ ਤੱਤ ਕਿਹੜੇ ਸ਼ਾਮਲ ਹੈਗੇ ਨੇਗੇ। ਦੂਸਰਾ ਆ ਜਾਂਦਾ ਹੈ ਜੀ ਭੌ ਉਸਾਰੀ ਪ੍ਰਕਿਰਿਆ, ਜਿਹੜੇ ਕਿ ਉਹ ਬਾਹਰੀ ਤੱਤ ਜਿਹੜੇ ਕਿ ਧਰਤੀ ਨੂੰ ਜਿਹੜੇ ਅਪਰਦਨ ਦੇ ਦੁਆਰਾ ਉਹਨਾਂ ਨੇ ਤੱਤ ਇਕੱਠੇ ਕੀਤੇ ਸੀਗੇ, ਉਹਨਾਂ ਨੂੰ ਫਿਰ ਕਿਸੇ ਜਗ੍ਹਾ ਦੇ ਉੱਪਰ ਜਾ ਕੇ ਜਮ੍ਹਾਂ ਕਰ ਦਿੰਦੇ ਹੈਗੇ, ਉਹਨੂੰ ਕਹਿੰਦੇ ਆ ਭੌ ਉਸਾਰੀ ਦੀ ਪ੍ਰਕਿਰਿਆ। ਅਪਰਦਨ ਮਤਲਬ ਧਰਤੀ ਨੂੰ ਖੁਰਚਣਾ, ਧਰਤੀ ਨੂੰ ਤੋੜਨਾ, ਧਰਤੀ ਦੀ ਟੁੱਟ ਭੱਜ ਕਰਨਾ, ਤੇ ਭੌ ਉਸਾਰੀ ਦਾ ਮਤਲਬ ਹੈ ਕਿ ਉਹ ਟੁੱਟਿਆ ਹੋਇਆ ਮਲਬਾ ਜਾਂ ਉਹ ਖੁਰਚਿਆ ਹੋਇਆ ਮਲਬਾ ਜਿਹੜਾ ਹੈ ਇੱਕ ਜਗ੍ਹਾ ਤੋਂ ਲਿਜਾ ਕੇ ਦੂਸਰੀ ਜਗ੍ਹਾ ਦੇ ਵਿੱਚ ਜਮ੍ਹਾਂ ਕਰ ਦੇਣਾ, ਖਾਸ ਤੌਰ ਦੇ ਉੱਪਰ ਟੋਇਆਂ ਦੇ ਵਿੱਚ, ਝੀਲਾਂ ਦੇ ਵਿੱਚ, ਨਦੀਆਂ ਦੇ ਵਿੱਚ ਜਾ ਕੇ ਜਮ੍ਹਾਂ ਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ। ਓਕੇ, ਸੋ ਅਪਰਦਨ ਜਾਂ ਭੌ ਖੋਰ ਦੀ ਜੇਕਰ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਇਹ ਉਹ ਪ੍ਰਕਿਰਿਆ ਹੈ ਜਿਹਦੇ ਥਰੂ ਚਟਾਨਾਂ ਨੂੰ ਤੋੜਿਆ ਜਾਂਦਾ ਹੈ, ਖੁਰਚਿਆ ਜਾਂਦਾ ਹੈਗਾ, ਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਿਹੜਾ ਹੈ ਉਹ ਲਿਜਾਇਆ ਜਾਂਦਾ ਹੈਗਾ। ਅਪਰਦਨ ਦੇ ਜਾਂ ਭੌ ਖੋਰਨ ਦੇ ਪਿੱਛੇ ਪ੍ਰਮੁੱਖ ਤੌਰ ਦੇ ਉੱਪਰ ਕਿਹੜੇ ਤੱਤ ਕੰਮ ਕਰਦੇ ਹੈ? ਸਭ ਤੋਂ ਪਹਿਲਾਂ ਵੈਦਰਿੰਗ, ਆਪਣੇ ਲਾਸਟ ਮਾਸਟਰ ਗ੍ਰੇਡਰ ਦੇ ਵਿੱਚ ਆ ਚੁੱਕਿਆ ਸੀਗਾ। ਇਸ ਤੋਂ ਇਲਾਵਾ ਢੇਰ ਟੁੱਟਣਾ ਜਾਂ ਗੁਰਤਾ ਖਿੱਚ ਦੀ ਤਬਦੀਲੀ, ਜਿਹਨੂੰ ਮਾਸ ਟਵਿਸਟਿੰਗ ਕਹਿ ਦਿੰਦੇ ਹੈਗੇ ਆ। ਜਿਹੜੀਆਂ ਚਟਾਨਾਂ ਨੇਗੀਆਂ ਉਹ ਗ੍ਰੈਵਿਟੀ ਦੇ ਕਾਰਨ ਚਟਾਨਾਂ ਉੱਪਰੋਂ ਪਹਾੜਾਂ ਤੋਂ ਟੁੱਟ ਕੇ ਧਰਤੀ ਦੇ ਵੱਲ ਨੂੰ ਨੀਚੇ ਨੂੰ ਡਿੱਗਦੇ ਹੈਗੇ। ਅਪਰਦਨ ਜਿਹਨੂੰ ਇਰੋਜ਼ਨ ਕਹਿ ਦਿੰਦੇ ਹੈਗੇ, ਕਿਸੇ ਪਰਤ ਨੂੰ ਖੁਰਚਣਾ ਆ ਜਾਂਦਾ ਹੈਗਾ ਇਹਦੇ ਵਿੱਚ। ਠੀਕ ਹੈ, ਨਦੀ ਜਾਂ ਵਗਦਾ ਪਾਣੀ ਜਿਹੜਾ ਹੈ ਇਹ ਵੀ ਅਪਰਦਨ ਦੇ ਲਈ ਜਿਹੜਾ ਹੈ ਮੁੱਖ ਭੂਮਿਕਾ ਨਿਭਾਉਂਦਾ ਹੈ, ਜਿਹਦੇ ਨਾਲ ਪਰਤਾਂ ਤੇ ਚਟਾਨਾਂ ਜਿਹੜੀਆਂ ਨੇ ਉਹ ਟੁੱਟਦੀਆਂ ਹੈਗੀਆਂ ਨੇ। ਗਰਾਊਂਡ ਵਾਟਰ, ਧਰਤੀ ਦੇ ਹੇਠਾਂ ਜਿਹੜਾ ਪਾਣੀ
ਪਾਣੀ हैगा गा सो वो भी जिहड़ा है काफ़ी हद तक जिहड़ा है चट्टानां नूं तोड़न भजन दे विच मदद करदा है। लहरां हो गईयां, करंट्स हो गईयां ते जवार भाटे हो गए, ये तुसीं नॉर्मल ही जिहड़ा है ओशन जां नदियां दे किनारे दे उपर जाके देख सकदे हो कि किस तरीके दे नाल वो चट्टानां नूं थोड़ा थोड़ा करके खुरची जा रहा ते नवीआं नवीआं शेप्स जिहड़ियां वो दे रहे हैगे आ। इस तो इलावा पौणा जानी कि हवावां जिहड़ियां ने ये भी चट्टानां नूं खुरचण दा जिहड़ा है वो काम करदियां हैगीआं नेगीआं। ओके, ते गलेशियर ते हिम नदियां ये भी प्रमुख भूमिका निभाउंदे हैगे जी परदन दे विच। ओके, अच्छा ये ਆਪਾਂ 1 बाय 1 भी डिस्कस करांगे कि नदी किमें इरोजन करती हैगी, लहरां किमें करदियां नेगीआं, पौणा किमें करदियां, गलेशियर किमें करदे आ ते उन्हां दे दुआरा किहड़े-किहड़े लैंडफॉर्म बनदे ने, ये चैप्टर वाइज कल्ले-कल्ले बनणगे। पर ये आपां सारे तत्त इत्थे डिस्कस कीते आ ਜਿਹੜੇ कि भौंक-होरन करदे हैगे आ ਜਾਂ अपरदन करदे हैगे आ, ਜਿਹਨੂੰ ਆਪਾਂ इरोजन ਦਾ ਨਾਮ ਵੀ ਜਿਹੜਾ ਹੈ ਦੇ ਦਿੰਦੇ ਹੈਗੇ ਆ ਜਾਂ ਡੀਗ੍ਰੇਡੇਸ਼ਨ ਵੀ ਕਹਿ ਦਿੰਦੇ ਹੈਗੇ। दूसरा है भौ उसारी की प्रक्रिया एग्रीडेशनस, यानी कि जिहड़ा इरोजन हो चुका है हुण उहदे द्वारा जो मलबा इकट्ठा किया गया है, तोड़िया गया है, फिर वो अगे जाके जमा किवें होऊगा, ਉਹਨੂੰ ਕਿਹੜੇ ਸੋਰਸ ਜਿਹੜੇ ਹੈਗੇ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਣਗੇ। ਇਹਦੇ ਲਈ ਸਭ ਤੋਂ ਪ੍ਰਮੁੱਖ ਹੁੰਦਾ ਹੈ ਰਨਿੰਗ ਵਾਟਰ ਜਾਂ ਰਿਵਰ, ਜਾਂ ਤਾਂ ਨਦੀ ਜਾਂ ਫਿਰ ਜਿਹੜਾ ਵਗਦਾ ਪਾਣੀ ਹੈ ਉਹ ਕੀ ਕਰਦਾ ਹੈ, ਚਟਾਨ ਨੂੰ ਤੋੜਦਾ ਹੈ ਤੇ ਤੋੜਨ ਤੋਂ ਬਾਅਦ ਜਿਹੜਾ ਹੈਗਾ ਗਾ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈਗਾ ਗਾ। ਇਹਨੂੰ ਕਹਿੰਦੇ ਹੈਗੇ ਅੱਗੇ ਭੌ ਉਸਾਰੀ ਦੀ ਪ੍ਰਕਿਰਿਆ। ਕਾਫੀ ਹੱਦ ਤੱਕ ਉਹ ਲੈ ਕੇ ਜਾਂਦਾ ਹੈਗਾ ਗਾ, ਪਰ ਜਦੋਂ ਕਿਤੇ ਉਹਦੀ ਜਿਹੜੀ ਸ਼ਮਤਾ ਜ਼ਿਆਦਾ ਹੋ ਜਾਂਦੀ ਹੈਗੀ ਮਲਬੇ ਦੀ, ਤਾਂ ਉਹ ਉਸ ਨੂੰ ਉਸ ਜਗ੍ਹਾ ਦੇ ਉੱਪਰ ਸੁੱਟ ਦਿੰਦਾ ਹੈ ਜਿੱਥੇ ਉਹਦੀ ਜਿਹੜੀ ਕੰਪੈਸਿਟੀ ਹੈ ਉਹ ਖਤਮ ਹੋ ਜਾਂਦੀ ਹੈ। ਉਹ ਖਾਸ ਤੌਰ ਦੇ ਉੱਪਰ ਜਿਵੇਂ ਕਿਸੇ ਢਲਾਨ ਦੇ ਵਿੱਚ ਜਾਂ ਟੋਏ ਦੇ ਵਿੱਚ ਜਾਂ ਝੀਲ ਦੇ ਵਿੱਚ ਸੁੱਟ ਦਿੰਦਾ ਹੁੰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਗਰਾਊਂਡ ਵਾਟਰ ਜਿਹੜਾ ਹੈ ਇਹ ਵੀ ਜਿਹੜਾ ਹੈ ਐਗਰੀਡੇਸ਼ਨ ਦੀ ਜਿਹੜੀ ਹੈ ਜਾਂ ਭੌ ਉਸਾਰੀ ਦਾ ਜਿਹੜਾ ਕੰਮ ਕਰਦਾ ਹੈ। ਵੇਵਜ਼, ਕਰੰਟ, ਸਟੇਟਸ, ਟਾਈਡਸ ਇਹ ਸੇਮ ਉਹੀ ਆ ਜਾਂਦੀਆਂ ਹੈਗੇ ਨੇ। ਪੌਣਾ, ਗਲੇਸ਼ੀਅਰ ਅਤੇ ਇਸ ਤੋਂ ਇਲਾਵਾ ਜੀਵ ਜੰਤੂ ਅਤੇ ਮਨੁੱਖਾਂ ਦੇ ਜਿਹੜੇ ਕੰਮ ਨੇਗੇ ਉਹ ਵੀ ਸਾਰੇ ਜਿਹੜੇ ਹੈਗੇ ਆ ਬਈ ਭੌ ਉਸਾਰੀ ਦਾ ਕੰਮ ਕਰਦੇ ਹੈਗੇ ਨੇ। ਠੀਕ ਹੈ, ਲਗਭਗ ਜਿਹੜਾ ਹੈ ਇਰੋਜਨ ਦੇ ਲਈ ਵੀ ਉਹੀ ਤੱਤ ਜਿਹੜੇ ਹੈ ਸ਼ਾਮਲ ਹੈਗੇ ਨੇ ਤੇ ਐਗਰੀਡੇਸ਼ਨ ਜਾਣੀ ਕਿ ਭੌ ਉਸਾਰੀ ਦੇ ਲਈ ਵੀ ਜਿਹੜੇ ਆ ਸੇਮ ਹੀ ਤੱਤ ਕੰਮ ਕਰਦੇ ਨੇਗੇ, ਕਿਉਂਕਿ ਖੋਰਦੇ ਵੀ ਉਹੀ ਆ ਤੇ ਫਿਰ ਉਹਨੂੰ ਅੱਗੇ ਜਾ ਕੇ ਜਮਾ ਵੀ ਉਹੀ ਤੱਤ ਜਿਹੜੇ ਹੈ ਕਰਦੇ ਹੈਗੇ। ਇਸ ਕਰਕੇ ਦੋਨਾਂ ਦੇ ਲਗਭਗ ਸੇਮ ਹੀ ਪੁਆਇੰਟ ਹੈਗੇ ਨੇਗੇ, ਜ਼ਿਆਦਾ ਮਤਲਬ ਸੋਚਣ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿ ਵੀ ਇਹਦੇ 'ਚ ਕੀ ਆ ਉਹਦੇ 'ਚ ਕੀ ਆਊਗਾ, ਸੇਮ ਨੇ, ਇੱਕ ਦੂਜੇ ਨਾਲ ਮਿਲਦੇ ਜੁਲਦੇ ਨੇ। ਕਿਉਂਕਿ ਜੇ ਹਵਾ ਚੱਲੂਗੀ ਤਾਂ ਉਹ ਚਟਾਨ ਨੂੰ ਖੁਰਚੇਗੀ ਵੀ, ਤੇ ਖੁਰਚਣ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਫਿਰ ਉਹਨੂੰ ਲੈ ਕੇ ਜਾਣ ਵਾਲਾ ਤੱਤ ਜਿਹੜਾ ਹੈ ਉਹ ਵੀ ਹਵਾ ਹੀ ਹੋਵੇਗੀ ਜਿਹੜੀ ਕਿ ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਕੇ ਸ਼ਿਫਟ ਕਰ ਦੇਵੇਗੀ। ਉਸ ਤਰੀਕੇ ਨਾਲ ਪਾਣੀ ਦੇ ਵਿੱਚ ਹੈ ਕਿ ਜਦੋਂ ਪਾਣੀ ਕਿਸੇ ਚਟਾਨ ਨੂੰ ਖੁਰਚੇਗਾ ਤਾਂ ਉਹ ਮਲਬੇ ਨੂੰ ਖਿੱਚ ਕੇ ਲੈ ਕੇ ਜਾਵੇਗਾ, ਫਿਰ ਉਹਨੂੰ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਜਮ੍ਹਾਂ ਕਰੇਗਾ, ਉਹ ਵੀ ਫਿਰ ਜਿਹੜਾ ਪਾਣੀ ਦੇ ਨਾਲ ਹੀ ਅਟੈਚ ਹੋ ਜਾਂਦਾ ਹੈ। ਠੀਕ ਹੈ ਨਾ। ਨੈਕਸਟ ਹੈ ਜੀ ਅਗਲਾ ਆਪਣੇ ਕੋਲੇ ਕਿ ਅੰਦਰੂਨੀ ਪ੍ਰਕਿਰਿਆਵਾਂ, ਜਿਹਨੂੰ ਹਾਈਪੋਜੈਨਿਕ ਜਾਂ ਐਂਡੋਜੈਨਿਕ ਪ੍ਰੋਸੈਸ ਕਿਹਾ ਜਾਂਦਾ ਹੈ। ਇਹਦੇ ਵਿੱਚ ਦੋ ਆਉਂਦੇ ਹੈਗੇ ਜੀ। ਪਹਿਲਾ ਪਟਲ ਵਿਰੋਪਣ ਆਉਂਦਾ ਹੈ ਜਿਹਨੂੰ ਡਿਸਟਫੋਰਮਿਜ਼ਮ ਕਿਹਾ ਜਾਂਦਾ ਹੈਗਾ ਗਾ। ਡਿਸਫੋਰਮ ਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਰੌਕਸ ਨੇਗੀਆਂ ਉਹਨਾਂ ਦਾ ਜਾਂ ਤਾਂ ਉੱਪਰ ਉੱਠਣ ਦੀ ਪ੍ਰਕਿਰਿਆ, ਜਾਂ ਇੱਕ ਦੂਜੇ ਤੋਂ ਦੂਰ ਜਾਣ ਦੀ ਪ੍ਰਕਿਰਿਆ, ਜਾਂ ਇੱਕ ਦੂਜੇ ਨਾਲ ਟਕਰਾਉਣ ਦੀ ਪ੍ਰਕਿਰਿਆ, ਤੇ ਜਾਂ ਫਿਰ ਨੀਚੇ ਧੱਸ ਜਾਣ ਦੀ ਪ੍ਰਕਿਰਿਆ, ਇਹਨੂੰ ਕਹਿੰਦੇ ਹੈ ਪਟਲ ਵਿਰੋਪਣ। ਮਤਲਬ ਕਿ ਜਿਹੜੀਆਂ ਚਟਾਨਾਂ ਨੇ ਉਹਨਾਂ ਦੇ ਵਿੱਚ ਇੱਕ ਵੱਡੀ ਤਬਦੀਲੀ ਆਉਣਾ, ਜਾਂ ਹੇਠਾਂ ਧੱਸ ਜਾਣਾ, ਜਾਂ ਉੱਪਰ ਚਲੇ ਜਾਣਾ, ਉੱਪਰ ਉੱਠ ਜਾਣਾ, ਜਾਂ ਫਿਰ ਇੱਕ ਦੂਜੇ ਨਾਲ ਟਕਰਾ ਜਾਣਾ, ਤੇ ਜਾਂ ਫਿਰ ਇੱਕ ਦੂਜੇ ਤੋਂ ਦੂਰ ਚਲੇ ਜਾਣਾ। ਅੱਛਾ, ਜਿੰਨੀ ਆਪਾਂ ਜੀਓਗ੍ਰਾਫੀ ਪੜ੍ਹਾਂਗੇ ਇਸ ਜਿਓਮਰ ਫਲੋ ਵਿੱਚ, ਉਹਨਾਂ ਦੇ ਵਿੱਚ ਇਮੇਜਸ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਸ ਹੈਗੀ। ਕਿਉਂਕਿ ਇਹ ਇਮੇਜਸ ਹੀ ਹੈ ਜਦੋਂ ਤੁਹਾਡੇ ਦਿਮਾਗ 'ਚ ਸੈੱਟ ਹੋ ਗਈਆਂ ਤਾਂ ਤੁਸੀਂ ਬੜਾ ਆਸਾਨੀ ਦੇ ਨਾਲ ਇਹਨੂੰ ਯਾਦ ਰੱਖ ਸਕੋਗੇ। ਕਿਉਂਕਿ ਡੈਫੀਨੇਸ਼ਨ ਹੋ ਸਕਦਾ ਕੋਈ ਨਾ ਜ਼ਿਆਦਾ ਕਲੀਅਰ ਨਾ ਕਰੇ ਜਿੰਨੇ ਇਹਨਾਂ ਨੂੰ ਇਹ ਪਿਕਚਰ ਜਿਹੜੀਆਂ ਉਹ ਕਲੀਅਰ ਕਰਦੀਆਂ ਹੈਗੀਆਂ ਨੇ। ਠੀਕ ਆ, ਇਸ ਕਰਕੇ ਮੇਰੀ ਕੋਸ਼ਿਸ਼ ਰਹੀ ਹੈ ਕਿ ਸਾਰਿਆਂ ਦੇ ਵਿੱਚ ਮੈਂ ਇਸਨੂੰ ਐਡ ਕੀਤਾ ਮੈਂ। ਦੂਸਰਾ ਹੈ ਜੀ ਅੰਦਰੂਨੀ ਤੌਰ ਦੇ ਉੱਪਰ ਧਰਤੀ ਦੇ ਉੱਪਰ ਜਿਹੜਾ ਲੈਂਡਫਾਰਮ ਬਣਾਉਂਦਾ ਹੈ ਉਹ ਹੈ ਜਵਾਲਾਮੁਖੀ। ਕਿਉਂਕਿ ਧਰਤੀ ਦੇ ਅੰਦਰੋਂ ਜਿਹੜਾ ਲਾਵਾ ਨਿਕਲਦਾ ਹੈਗਾ ਤੇ ਬਾਅਦ ਦੇ ਵਿੱਚ ਆ ਕੇ ਉਹ ਧਰਤੀ ਦੀ ਪਰਤਾਂ ਦੇ ਉੱਪਰ ਜਮ੍ਹਾਂ ਹੋ ਜਾਂਦਾ ਹੈ, ਜਿਸ ਦੇ ਨਾਲ ਧਰਤੀ ਦੇ ਉੱਪਰ ਬਹੁਤ ਸਾਰੇ ਲੈਂਡਫਾਰਮ ਜਿਹੜੇ ਬਣਦੇ ਹੈਗੇ ਆ। ਕਿਤੇ ਕਿਤੇ ਝੀਲਾਂ ਦਾ ਵੀ ਨਿਰਮਾਣ ਹੋਇਆ ਹੈਗਾ, ਕਿਤੇ ਕਿਤੇ ਜਿਹੜੀਆਂ ਨੇ ਨਵੇਂ ਜਿਹੜੇ ਪਹਾੜ ਹੈ ਉਹਨਾਂ ਦਾ ਨਿਰਮਾਣ ਹੋਇਆ ਹੈਗਾ, ਉਹ ਸਾਰੇ ਜਿਹੜੇ ਹੈ ਜਵਾਲਾਮੁਖੀ ਦੇ ਥਰੂ ਹੀ ਬਣਦੇ ਹੈਗੇ ਨੇ। ਇਸ ਤੋਂ ਇਲਾਵਾ ਤੀਸਰਾ ਤੱਤ ਜਿਹੜਾ ਅੰਦਰੂਨੀ ਤੌਰ ਦੇ ਉੱਪਰ ਕੰਮ ਕਰਦਾ ਹੈ ਉਹ ਹੈ ਭੂਚਾਲ। ਓਕੇ, ਕਿਉਂਕਿ ਭੂਚਾਲ ਦੇ ਥਰੂ ਵੀ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਨੇ। ਕਈ ਵਾਰ ਲੈਂਡ ਦੇ ਵਿੱਚ ਜਿਹੜਾ ਹੈ ਦਰਾਰਾਂ ਆ ਜਾਂਦੀਆਂ ਨੇਗੀਆਂ, ਜਾਂ ਫਿਰ ਕਹਿ ਸਕਦੇ ਹਾਂ ਧਰਤੀ ਜਿਹੜੀ ਹੈਗੀ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਜਿਹੜਾ ਹੈ ਦੂਰ ਹੋ ਜਾਂਦੀ ਹੈ ਇੱਕ ਦੂਸਰੇ ਤੋਂ। ਠੀਕ ਹੈ, ਚਟਾਨਾਂ ਦੇ ਵਿੱਚ ਜਿਹੜੀਆਂ ਦਰਾੜਾਂ ਆ ਜਾਂਦੀਆਂ ਨੇ ਉਹ ਸਾਰਾ ਅਰਥਕੁਇਕ ਦੇ ਥਰੂ ਹੀ ਹੁੰਦਾ ਹੈਗਾ ਗਾ। ਓਕੇ, ਇਹ ਤਿੰਨ ਉਹ ਚੀਜ਼ਾਂ ਨੇਗੀਆਂ ਜਿਹੜੀਆਂ ਕਿ ਧਰਤੀ ਨੂੰ ਅੰਦਰੂਨੀ ਤੌਰ ਦੇ ਉੱਪਰ ਡਿਸਟਰਬ ਕਰਕੇ ਧਰਤੀ ਦੇ ਉੱਪਰ ਬਹੁਤ ਸਾਰੇ ਲੈਂਡਫਾਰਮ ਬਣਾਉਂਦੇ ਹੈਗੇ ਆ। ਬਾਹਰੀ ਤੌਰ 'ਤੇ ਆਪਾਂ ਦੋ ਕੀਤੇ ਹੈਗੇ ਆ, ਇੱਕ ਇਰੋਜਨ ਵਾਲਾ ਤੇ ਦੂਸਰਾ ਡੈਪੋਜੀਸ਼ਨ ਜਿਹਨੂੰ ਕਿ ਆਪਾਂ ਐਗਰੀਡੇਸ਼ਨ ਕਹਿ ਦਿੰਦੇ ਹੈਗੇ ਆਂਗੇ। ਅੰਦਰੂਨੀ ਤੌਰ ਦੇ ਉੱਪਰ ਤਿੰਨ ਆ ਜਾਂਦੇ ਆ ਜਿਹਦੇ ਵਿੱਚ ਪਟਲ ਵਿਰੋਪਣ, ਜਵਾਲਾਮੁਖੀ ਤੇ ਭੂਚਾਲ।
ਅੱਛਾ, ਇੱਕ ਬਈ ਹੋਰ ਵੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਦੋਂ ਤੁਸੀਂ ਜੀਓਗ੍ਰਾਫੀ ਕਰੋਗੇ ਤਾਂ ਇਹਦੇ ਵਿੱਚ ਜ਼ਿਆਦਾਤਰ ਤੁਸੀਂ ਸ਼ਬਦ ਜਿਹੜੇ ਆ ਉਹ ਇੰਗਲਿਸ਼ ਵਾਲੇ ਯਾਦ ਰੱਖਿਓ। ਮੈਂ ਮੈਂਸ਼ਨ ਕੀਤੇ ਆ ਸਾਰੇ ਦੇ ਸਾਰੇ, ਕਿਉਂਕਿ ਜ਼ਿਆਦਾਤਰ ਤੁਹਾਨੂੰ ਇਹ ਪੰਜਾਬੀ ਦੇ ਵਿੱਚ ਬਹੁਤ ਡਿਫੀਕਲਟ ਲੱਗੂਗੀ। ਜਿੰਨੀ ਜ਼ਿਆਦਾ ਤੁਹਾਨੂੰ ਇਹ ਇੰਗਲਿਸ਼ ਦੇ ਵਿੱਚ ਸੌਖੀ ਲੱਗਦੀ ਹੈ, ਉਨੀ ਜ਼ਿਆਦਾ ਇਹ ਪੰਜਾਬੀ ਦੇ ਵਿੱਚ ਡਿਫੀਕਲਟ ਹੋ ਜਾਂਦੀ ਹੈਗੀ ਆ। ਇਸ ਕਰਕੇ ਧਿਆਨ ਰੱਖਿਓ ਕਿ ਛੋਟੇ ਛੋਟੇ ਜਿਹੇ ਪੁਆਇੰਟਸ ਨੇਗੇ, ਇਹ ਤੁਸੀਂ ਦਿਮਾਗ 'ਚ ਆਪਣੇ ਸੈੱਟ ਰੱਖਿਓ। ਓਕੇ, ਕੰਸੈਪਟ ਦੋ ਕਨਸੈਪਟ ਹੋਰ ਨੇਗੇ ਇਸ ਤੋਂ ਇਲਾਵਾ। ਇੱਕ ਦਾ ਨਾਮ ਹੈ ਗ੍ਰੈਡੇਸ਼ਨਲ ਪ੍ਰੋਸੈਸ, ਜਿਹਨੂੰ ਕਿ ਸੰਤੁਲਨ ਢਲਾਨ ਉਸਾਰ ਦੀ ਪ੍ਰਕਿਰਿਆ ਕਹਿੰਦੇ ਹੈਗੇ ਆ। ਇਹ ਕੀ ਹੁੰਦਾ ਹੈ? ਗ੍ਰੈਡੇਸ਼ਨਲ ਪ੍ਰੋਸੈਸ ਜਿਹੜਾ ਹੈ ਇਹ ਸੰਤੁਲਨ ਢਲਾਨ ਉਸਾਰ ਦੀ ਪ੍ਰਕਿਰਿਆ ਹੈ, ਜਿਸ ਦੇ ਵਿੱਚ ਉਹ ਸਾਰੀਆਂ ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਨੇ ਜਿਸ ਦੇ ਨਾਲ ਧਰਤੀ ਦੀ ਸਤ੍ਹਾ ਇੱਕਸਾਰ ਪੱਧਰ ਹੋਣ ਦੀ ਕੋਸ਼ਿਸ਼ ਕਰਦੀ ਹੈ। ਹਾਲਾਂਕਿ ਹੋ ਨਹੀਂ ਪਾਉਂਦੀ ਹੈਗੀ, ਬਟ ਕੋਸ਼ਿਸ਼ ਕਰਦੀ ਹੈਗੀ ਆ। ਇਹਦੇ ਵਿੱਚੋਂ ਦੋਨੇ ਤੱਤ ਸ਼ਾਮਲ ਨੇਗੇ, ਜਿਵੇਂ ਕਿ ਡਿਗਰੇਡੇਸ਼ਨ ਭੌ ਖੋਰ ਅਤੇ ਭੌ ਉਸਾਰੀ ਯਾਨੀ ਕਿ ਐਗਰੇਡੇਸ਼ਨ। ਕਿਉਂਕਿ ਕਈ ਵਾਰ ਕੀ ਹੁੰਦਾ ਹੈਗਾ ਕਿ ਜਿਵੇਂ ਕੋਈ ਜ਼ਿਆਦਾ ਪਰਤ ਉੱਠੀ ਹੋਈ ਹੈਗੀ ਉਹਨੂੰ ਫਿਰ ਜਿਹੜਾ ਹੈ ਭੌ ਖੋਰਨ ਹੋਣਾ ਪਊਗਾ। ਖੋਰਨ ਹੋਣ ਦੇ ਨਾਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਪੱਧਰੀ ਹੋ ਸਕਦੀ ਹੈਗੀ ਹੈ, ਜਾਂ ਉਹਦੀ ਉਚਾਈ ਜਿਹੜੀ ਉਹ ਘਟ ਸਕਦੀ ਹੈਗੀ। ਉੱਥੇ ਹੀ ਐਗਰੇਡੇਸ਼ਨ ਦਾ ਮਤਲਬ ਹੈ ਕਿ ਕਈ ਵਾਰ ਕੀ ਹੋ ਸਕਦਾ ਕਿ ਕਿਤੇ ਟੋਆ ਪਿਆ ਹੋਵੇ ਤੇ ਉੱਥੇ ਹੀ ਫਿਰ ਆਹ ਜਿਹੜਾ ਪਾਰਟ ਹੈ ਇਰੋਜਨ ਹੋ ਕੇ ਇੱਥੇ ਜਮ੍ਹਾਂ ਹੋ ਜਾਂਦਾ, ਜਿਸ ਦੇ ਨਾਲ ਇਹ ਧਰਤੀ ਵਾਲਾ ਪੁਆਇੰਟ ਪੱਧਰਾ ਹੋ ਜਾਂਦਾ ਹੈ। ਇਸ ਕਰਕੇ ਇਹਦੇ ਵਿੱਚ ਡਿਗਰੇਡੇਸ਼ਨ ਤੇ ਐਗਰੇਡੇਸ਼ਨ ਦੋਨੋਂ ਹੀ ਜਿਹੜੇ ਪਾਰਟ ਨੇਗੇ ਉਹ ਕੰਮ ਕਰਦੇ ਹੈਗੇ ਆ ਜਦੋਂ ਕਿਤੇ ਧਰਤੀ ਨੂੰ ਪੱਧਰਾ ਕਰਨ ਦੇ ਲਈ ਜਿਹੜਾ ਹੈ ਵਰਕ ਹੁੰਦਾ ਹੈ। ਇਹ ਨਹੀਂ ਹੈ ਕਿ ਇੱਕ ਦਿਨ ਦੇ ਵਿੱਚ ਹੀ ਹੋ ਜਾਂਦਾ, ਇਹਦੇ ਲਈ ਲੱਖਾਂ ਸਾਲ ਲੱਗਦੇ ਹੈਗੇ ਨੇਗੇ। ਠੀਕ ਆ, ਉਹਦੇ ਥਰੂ ਇਹ ਧਰਤੀ ਪੱਧਰ ਜਾਂ ਫਿਰ ਨੀਵੀਂ ਹੋ ਜਾਂਦੀ ਹੁੰਦੀ ਹੈ। ਨੈਕਸਟ ਹੈ ਅਗਲਾ ਕੰਸੈਪਟ ਆਪਣੇ ਕੋਲੇ ਹਾਂਜੀ, ਅਗਲਾ ਕੰਸੈਪਟ ਹੈ ਡੈਨੂਡੇਸ਼ਨ। ਡੈਨੂਡੇਸ਼ਨ ਦਾ ਮਤਲਬ ਹੁੰਦਾ ਹੈ ਕਿ ਧਰਤੀ ਨੂੰ ਜਿਹੜਾ ਹੈਗਾ ਨੰਗਾ ਕਰਨਾ। ਠੀਕ ਹੈ, ਇਹ ਉਹ ਪਾਰਟ ਆਉਂਦਾ ਹੈ ਜਿਸ ਦੇ ਥਰੂ ਧਰਤੀ ਦੀ ਉੱਪਰਲੀ ਪਰਤ ਜਿਹੜੀ ਹੈ ਉਹਨੂੰ ਖੁਰਚ ਕੇ ਜਿਹੜਾ ਹੈ ਮਤਲਬ ਕਿ ਕਈ ਸਾਰੀਆਂ ਚੀਜ਼ਾਂ ਤੋਂ ਫਰੀ ਕਰ ਦਿੱਤਾ ਜਾਂਦਾ, ਜਿਹਦੇ ਨਾਲ ਇਰੋਜਨ ਦੀ ਜਿਹੜੀ ਸ਼ਕਤੀ ਹੈ ਉਹ ਜ਼ਿਆਦਾ ਹੋਣ ਲੱਗ ਜਾਂਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਧਰਤੀ ਦੀ ਜਿਹੜੀ ਤੋੜ ਫੋੜ ਹੁੰਦੀ ਆ ਜਾਂ ਛਿੱਜਣ ਜਾਂ ਫਿਰ ਅਪਰਦਨ ਜਾਂ ਫਿਰ ਟੁੱਟਾ ਹੋਇਆ ਮਲਬਾ ਜਿਹੜਾ ਹੈ ਉਹਨੂੰ ਹਟਾਉਣ ਦੀ ਪ੍ਰਕਿਰਿਆ ਸ਼ਾਮਲ ਹੁੰਦੀ ਹੈਗੀ। ਠੀਕ ਹੈ, ਜੋ ਧਰਤੀ ਦੇ ਉੱਪਰ ਜਮ੍ਹਾਂ ਹੋਇਆ ਪਿਆ ਹੁੰਦਾ ਹੈਗਾ ਉਹਨੂੰ ਫਿਰ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਦੇ ਉੱਪਰ ਫਾਰਵਰਡ ਕਰ ਦਿੰਦਾ ਹੈ, ਟਰਾਂਸਪੋਰਟ ਕਰ ਦਿੱਤਾ ਜਾਂਦਾ ਹੈ, ਜਿਹਦੇ ਨਾਲ ਧਰਤੀ ਦੀ ਮੇਨ ਪਰਤ ਜਿਹੜੀ ਹੈਗੀ ਉਹ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਨੰਗਾ ਹੋ ਜਾਂਦਾ ਹੈ ਉਹ ਪਾਰਟ। ਠੀਕ ਹੈ, ਜਿਸ ਦੇ ਨਾਲ ਧਰਤੀ ਦੀ ਹੇਠਲੀ ਸਤ੍ਹਾ ਜਿਹੜੀ ਹੈ ਉਹ ਛਿੱਜਣ ਤੇ ਅਪਰਦਨ ਵੈਦਰਿੰਗ। ਠੀਕ ਹੈ, ਛਿੱਜਣ ਮਤਲਬ ਵੈਦਰਿੰਗ ਦੇ ਨਾਲ ਪ੍ਰਕਿਰਿਆ ਵਾਸਤੇ ਨੰਗੀ ਹੋ ਜਾਂਦੀ ਹੈ ਤੇ ਅਪਰਦਨ ਦੇ ਕਾਰਕ ਦੇ ਦੁਆਰਾ ਉਹ ਆਪਣਾ ਕਾਰਜ ਫਿਰ ਦੁਬਾਰਾ ਤੋਂ ਸ਼ੁਰੂ ਕਰ ਦਿੰਦੀ ਹੈ, ਯਾਨੀ ਕਿ ਲੈਂਡ ਨੂੰ ਜਾਂ ਤਾਂ ਫਿਰ ਪੱਧਰਾ ਕਰਨਾ ਸ਼ੁਰੂ ਕਰ ਦਿੰਦੀ ਹੈ ਜਾਂ ਫਿਰ ਨੀਵਾਂ ਕਰਨਾ ਸ਼ੁਰੂ ਕਰ ਦਿੰਦੀ ਹੈਗੀ। ਨੈਕਸਟ ਹੈ ਜੀ ਆਪਣੇ ਕੋਲ ਅਗਲਾ ਭੌ ਖੋਰਨ ਘਟਨ, ਜਿਹਨੂੰ ਡਿਗਰੇਡੇਸ਼ਨ ਕਹਿ ਦਿੰਦੇ ਹੈਗੇ। ਡਿਗਰੇਸ਼ਨ ਦੇ ਲਈ ਜਿਹੜਾ ਹੈ ਤਿੰਨ ਤੱਤ ਕੰਮ ਕਰਦੇ ਹੈਗੇ ਆ ਪ੍ਰਮੁੱਖ ਤੌਰ ਦੇ ਉੱਪਰ, ਜਿਹਦੇ ਵਿੱਚ ਵੈਦਰਿੰਗ, ਮਾਸ ਵੇਸਟਿੰਗ ਤੇ ਇਰੋਜਨ। ਇਹ ਤਿੰਨ ਤੱਤ ਮਿਲ ਕੇ ਧਰਤੀ ਨੂੰ ਖੋਰਨ ਦੇ ਲਈ ਜ਼ਿੰਮੇਵਾਰ ਹੁੰਦੇ ਹੈਗੇ ਨੇਗੇ। ਸੋ ਪਹਿਲਾ ਤੱਤ ਹੈ ਆਪਣੇ ਕੋਲੇ ਛਿੱਜਣ ਜਾਂ ਮੌਸਮੀ ਕਿਰਿਆ, ਜਿਹਨੂੰ ਇੰਗਲਿਸ਼ ਦੇ ਵਿੱਚ ਵੈਦਰਿੰਗ ਕਹਿੰਦੇ ਹੈਗੇ ਆ। ਸੋ ਫਿਰ ਕਹਿ ਰਿਹਾ ਹਾਂ ਕਿ ਇਹਨਾਂ ਨੂੰ ਇੰਗਲਿਸ਼ 'ਚ ਯਾਦ ਰੱਖਿਓ, ਬੜਾ ਸੌਖਾ ਰਹੂਗਾ। ਪੰਜਾਬੀ ਦੇ ਵਿੱਚ ਇਹਨਾਂ ਦੇ ਸ਼ਬਦ ਬਹੁਤ ਜ਼ਿਆਦਾ ਬਦਲ ਜਾਂਦੇ ਆ ਪੇਪਰ ਦੇ ਵਿੱਚ, ਹਾਲਾਂਕਿ ਬੁੱਕ ਦੇ ਵਿੱਚ ਸਾਰਿਆਂ ਦੇ ਵਿੱਚ ਸੇਮ ਹੀ ਹੁੰਦੇ ਆ ਬਟ ਪੇਪਰ 'ਚ ਬਹੁਤ ਬਦਲ ਦਿੰਦੇ ਹੁੰਦੇ ਆ। ਠੀਕ ਹੈ, ਤਿੰਨ ਤੱਤ ਨੇ ਵੈਦਰਿੰਗ, ਮਾਸ ਵੇਸਟਿੰਗ ਤੇ ਇਰੋਜਨ। ਪਹਿਲਾ ਤੱਤ ਹੈ ਆਪਣੇ ਕੋਲੇ ਛਿੱਜਣ ਜਾਂ ਮੌਸਮੀ ਕਿਰਿਆ, ਇਹਨੂੰ ਵੈਦਰਿੰਗ ਕਹਿ ਦਿੰਦੇ ਹੈਗੇ। ਸੋ ਇਹਦਾ ਮੁੱਖ ਕਾਰਨ ਕੀ ਹੈ ਵੈਦਰਿੰਗ ਦਾ, ਕਿ ਜਦੋਂ ਵੈਦਰ ਮਤਲਬ ਮੌਸਮ, ਸਿੰਪਲ ਜਿਹਾ ਯਾਦ ਰੱਖਣਾ। ਠੀਕ ਹੈ, ਵੈਦਰਿੰਗ ਮਤਲਬ ਮੌਸਮ ਦੇ ਕਾਰਨ ਕਰਕੇ ਜੋ ਕੁਝ ਵਾਪਰਦਾ ਹੈ ਉਹਨੂੰ ਆਪਾਂ ਵੈਦਰਿੰਗ ਕਹਿ ਦਿੰਦੇ ਹੈਗੇ। ਹੁਣ ਇੱਥੇ ਕੀ ਹੁੰਦਾ ਹੈ ਕਿ ਜਿਹੜੇ ਮੌਸਮੀ ਕਾਰਕਾਂ ਦੇ ਕਾਰਨ ਕਰਕੇ ਚਟਾਨਾਂ ਜਿਹੜੀਆਂ ਨੇ ਆਪਣੇ ਹੀ ਸਥਾਨ ਦੇ ਉੱਪਰ, ਚਟਾਨਾਂ ਕਿਤੇ ਮੂਵ ਨਹੀਂ ਹੋਣਗੀਆਂ, ਟੁੱਟਣਗੀਆਂ ਨਹੀਂ, ਇੱਕ ਜਗ੍ਹਾ ਦੇ ਉੱਪਰ ਹੀ ਰਹਿੰਦੀਆਂ ਨੇਗੀਆਂ ਤੇ ਇੱਕ ਸਥਾਨ ਦੇ ਉੱਪਰ ਸਥਿਰ ਰਹਿ ਕੇ ਚਟਾਨਾਂ ਜਿਹੜੀਆਂ ਨੇ ਉਹ ਟੁੱਟਣ ਭੱਜਣ, ਵਿਘਟਣ ਤੇ ਅਵਘਟਨ ਦੀ ਕਿਰਿਆ ਕਰਦੀਆਂ ਹੈਗੀਆਂ ਨੇ। ਇਸੇ ਕਿਰਿਆ ਨੂੰ ਕਿਹਾ ਜਾਂਦਾ ਹੈ ਛਿੱਜਣ ਜਾਂ ਮੌਸਮੀ ਕਿਰਿਆ, ਕਿਉਂਕਿ ਚਟਾਨਾਂ ਆਪਣੇ ਸਥਾਨ ਦੇ ਉੱਪਰ ਹੀ ਰਹਿੰਦੀਆਂ ਨੇਗੀਆਂ। ਉੱਥੇ ਮੌਸਮ ਦੇ ਵਿੱਚ ਤਬਦੀਲੀ ਆਉਣ ਦੇ ਨਾਲ, ਜਿਵੇਂ ਕਿ ਗਰਮੀ ਦਾ ਮੌਸਮ ਹੋ ਗਿਆ ਜਾਂ ਫਿਰ ਸਰਦੀ ਦਾ ਮੌਸਮ ਹੋ ਗਿਆ, ਜਿਹਦੇ ਥਰੂ ਚਟਾਨਾਂ ਜਿਹੜੀਆਂ ਸੁੰਗੜਦੀਆਂ ਤੇ ਫੈਲਦੀਆਂ ਰਹਿੰਦੀਆਂ ਨੇ। ਇਸ ਪ੍ਰਕਿਰਿਆ ਦੇ ਨਾਲ ਜਿਹੜੀਆਂ ਉਹ ਚਟਾਨਾਂ ਫਿਰ ਟੁੱਟਦੀਆਂ ਨੇਗੀਆਂ, ਭੱਜਦੀਆਂ ਨੇਗੀਆਂ, ਵਿਘਟਨ ਹੁੰਦਾ ਉਹਨਾਂ ਦਾ ਤੇ ਅਵਘਟਨ ਹੁੰਦਾ ਹੈਗਾ। ਇਸ ਪ੍ਰਕਿਰਿਆ ਨੂੰ ਫਿਰ ਆਪਾਂ ਨਾਮ ਦਿੰਦੇ ਹੈਗੇ ਆ ਵੈਦਰਿੰਗ ਦਾ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ, ਇਸ ਚਟਾਨਾਂ ਦੇ ਵਿੱਚ ਜਿਹੜਾ ਖੇਤਰ ਹੈ ਇਹ ਹਵਾ ਦੇ ਦੁਆਰਾ ਇਹਨਾਂ ਨੇ ਖੁਰਚ ਦਿੱਤਾ ਹੈਗਾ ਤੇ ਬਾਕੀ ਚਟਾਨ ਜਿਹੜੀ ਸਖਤ ਸੀਗੀ ਉਹ ਹਾਰਡ ਸੀਗੀ, ਜਿਹੜੀ ਉਹ ਉਵੇਂ ਸੇਮ ਪਈ ਹੈ, ਬਟ ਜਿਹੜੀਆਂ ਨਰਮ ਚਟਾਨਾਂ ਸੀਗੀਆਂ ਉਹ ਟੁੱਟ ਗਈਆਂ। ਇੱਥੇ ਆ ਵੱਡਾ ਇੱਕ ਪੱਥਰ ਦੇਖ ਸਕਦੇ ਹੋ ਦੂਸਰੀ ਪਿਕਚਰ ਦੇ ਵਿੱਚ, ਜੋ ਕਿ ਗਰਮੀ ਤੇ ਸਰਦੀ ਦੇ ਨਾਲ ਜਿਹੜਾ ਹੈ ਪ੍ਰਕਿਰਿਆ ਹੋਣ ਦੇ ਕਾਰਨ ਕਰਕੇ ਇਹ ਚਟਾਨਾਂ ਟੁੱਟ ਗਈਆਂ ਨੇਗੀਆਂ। ਤੀਸਰੀ ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਕੈਮੀਕਲ ਰਿਐਕਸ਼ਨ ਦੇ ਕਾਰਨ ਕਰਕੇ ਜਿਹੜਾ ਕਹਿ ਸਕਦੇ ਹੈਗੇ ਆ ਪੂਰੀ ਚਟਾਨ ਜਿਹੜੀ ਹੈਗੀ ਆ ਇਕੱਠੀ ਹੋ ਕੇ ਪਰਤਾਂ ਦੇ ਵਿੱਚ ਬਣ ਚੁੱਕੀ ਹੈਗੀ ਅੱਗੇ। ਓਕੇ, ਇਹ ਨਤੀਜਾ ਹੁੰਦਾ ਹੈ ਵੈਦਰਿੰਗ ਦਾ। ਓਕੇ, ਚਟਾਨਾਂ ਦਾ ਛਿੱਜਣਾ
ਹਵਾ, ਪਾਣੀ, ਵਰਖਾ, ਤਾਪਮਾਨ, ਕੋਹਰਾ, ਬਨਸਪਤੀ, ਜੀਵ ਜੰਤੂਆਂ ਤੇ ਮਨੁੱਖਾਂ ਦੀ ਸਾਂਝੀ ਤੋੜ-ਫੋੜ ਦਾ ਨਤੀਜਾ ਹੁੰਦਾ ਹੈ। ਜਿਹੜੀ ਵੈਦਰਿੰਗ ਦੀ ਪ੍ਰਕਿਰਿਆ ਹੋਊਗੀ ਉਹਦੇ ਵਿੱਚ ਇਹ ਸਾਰੇ ਤੱਤ ਕੰਮ ਕਰਦੇ ਹੈਗੇ ਆ। ਹਵਾ ਵੀ ਕੰਮ ਕਰਦੀ ਹੈ, ਪਾਣੀ ਵੀ ਕੰਮ ਕਰਦਾ ਹੈ, ਵਰਖਾ ਦਾ ਵੀ ਕਾਫੀ ਅਹਿਮ ਰੋਲ ਰਹਿੰਦਾ ਹੈਗਾ ਗਾ, ਤਾਪਮਾਨ ਘਟਣਾ ਵਧਣਾ, ਕੋਹਰਾ ਯਾਨੀ ਕਿ ਜਿਹੜੀਆਂ ਚਟਾਨਾਂ ਦੀਆਂ ਤੜੀਆਂ ਨੇ ਉਹਨਾਂ ਦੇ ਵਿੱਚ ਕਈ ਵਾਰ ਜਿਹੜਾ ਕੋਹਰਾ ਜੰਮ ਜਾਂਦਾ ਉਹਦੇ ਕਾਰਨ ਕਰਕੇ ਵੀ ਚਟਾਨਾਂ ਟੁੱਟ ਜਾਂਦੀਆਂ। ਬਨਸਪਤੀ ਹੋਣਾ ਜਾਂ ਨਾ ਹੋਣਾ ਇਹ ਦੋਨਾਂ ਦੇ ਕਾਰਨ ਕਰਕੇ ਚਟਾਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਜੀਵ ਜੰਤੂ, ਕਈ ਜੀਵ ਜੰਤੂ ਇਹ ਜਿਹੜੇ ਚਟਾਨਾਂ ਨੂੰ ਖੁਰਚ ਦਿੰਦੇ ਹੈਗੇ ਆ ਉਹ ਵੀ ਤੋੜਨ ਦੇ ਵਿੱਚ ਯੋਗਦਾਨ ਪਾਉਂਦੇ ਆ, ਤੇ ਮਨੁੱਖ ਦਾ ਤੁਹਾਨੂੰ ਪਤਾ ਹੀ ਹੈ ਵਾਰੀ ਚਟਾਨਾਂ ਤੋੜ ਕੇ ਕੁਛ ਬਣਾ ਰਿਹਾ ਹੈਗਾ, ਹੈ ਨਾ। ਸੋ ਇਸ ਤੋਂ ਇਲਾਵਾ ਸਿੱਜਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਜਿਨ੍ਹਾਂ ਦੇ ਕਾਰਨ ਕਰਕੇ ਚਟਾਨਾਂ ਟੁੱਟਦੀਆਂ ਭੱਜਦੀਆਂ ਨੇਗੀਆਂ। ਸਭ ਤੋਂ ਪਹਿਲਾ ਕੰਮ ਹੈ ਜੀ ਚਟਾਨਾਂ ਦੀ ਸੰਰਚਨਾ, ਸਟਰਕਚਰ। ਸਟਰਕਚਰ ਦਾ ਮਤਲਬ ਹੈ ਕਿ ਜਿਹੜੀ ਚਟਾਨ ਜਿਹੜੀ ਜ਼ਿਆਦਾ ਹਾਰਡ ਹੋਵੇਗੀ ਉਹ ਤਾਂ ਦੇਖੋ ਇਹਨਾਂ ਦੇ ਵਿੱਚੋਂ ਕਿਸੇ ਵੀ ਤੱਤ ਦੇ ਨਾਲ ਨਹੀਂ ਟੁੱਟੂਗੀ, ਪਰ ਜਿਵੇਂ ਉਹਨਾਂ ਦੇ ਵਿੱਚੋਂ ਜਿਹੜੀ ਹੈ ਸੌਫਟ ਚਟਾਨ ਹੈਗੀ ਹੈਗੀ ਉਹ ਇਹਨਾਂ ਦੇ ਵਿੱਚੋਂ ਉੱਪਰਲੇ ਤੱਤਾਂ ਦੇ ਵਿੱਚੋਂ ਕਿਸੇ ਦੇ ਨਾਲ ਵੀ ਟੁੱਟ ਸਕਦੀ ਹੈਗੀ ਆ, ਜਿਸ ਦੇ ਕਾਰਨ ਕਰਕੇ ਸੌਫਟ ਚਟਾਨ ਤਾਂ ਉਹਦੇ ਵਿੱਚੋਂ ਖੁਰ ਜਾਵੇਗੀ ਪਰ ਹਾਰਡ ਜਿਹੜੀ ਹੈ ਉਹ ਰਹਿ ਜਾਵੇਗੀ, ਜਿਸ ਤੋਂ ਬਾਅਦ ਸਾਡੀ ਧਰਤੀ ਦੇ ਉੱਪਰ ਆਪਾਂ ਇੱਕ ਅਲੱਗ ਤਰ੍ਹਾਂ ਦੇ ਜਿਹੜੇ ਲੈਂਡਫਾਰਮ ਆ ਉਹ ਦੇਖ ਸਕਦੇ ਹੈਗੇ ਆ। ਦੂਸਰਾ ਤੱਤ ਹੈ ਜੀ ਆਪਣੇ ਕੋਲੇ ਕਲਾਈਮੇਟ, ਤਾਪਮਾਨ ਵਧਣਾ, ਤਾਪਮਾਨ ਘਟਣਾ, ਇਹਦੇ ਕਾਰਨ ਕਰਕੇ ਵੀ ਚਟਾਨਾਂ ਜਿਹੜੀਆਂ ਨੇ ਉਹ ਫੈਲਦੀਆਂ ਨੇ, ਸੁੰਗੜਦੀਆਂ ਨੇਗੀਆਂ, ਉਹਨਾਂ ਦੇ ਵਿੱਚ ਪਾਣੀ ਜਮ੍ਹਾਂ ਹੁੰਦਾ ਹੈਗਾ ਗਾ, ਉਹਨਾਂ ਦੇ ਵਿੱਚ ਬਰਫ਼ ਜਮ੍ਹਾਂ ਹੁੰਦੀ ਹੈਗੀ ਹੈ, ਜਿਹਦੇ ਕਾਰਨ ਕਰਕੇ ਚਟਾਨਾਂ ਦੇ ਵਿੱਚ ਤਰੇੜਾਂ ਆਉਣੀਆਂ ਨਾਰਮਲ ਹੋ ਜਾਂਦੀਆਂ। ਉਹ ਤਰੇੜਾਂ ਹੌਲੀ ਹੌਲੀ ਵੱਧਦੀਆਂ ਰਹਿੰਦੀਆਂ ਅਤੇ ਫਿਰ ਇੱਕ ਦਿਨ ਉਹ ਚਟਾਨ ਟੁੱਟ ਜਾਂਦੀ ਹੈ ਜਾਂ ਇੱਕ ਦੂਸਰੇ ਤੋਂ ਦੂਰ ਹੋ ਜਾਂਦੀ ਹੈਗੀ ਆ। ਇਸ ਤੋਂ ਇਲਾਵਾ ਧਰਾਤਲ ਦਾ ਜਿਹੜਾ ਖੇਤਰ ਹੈ ਇਹ ਵੀ ਕਾਫੀ ਅਹਿਮ ਰੋਲ ਅਦਾ ਕਰਦਾ ਹੈਗਾ ਗਾ ਕਿ ਜਿਹੜਾ ਧਰਾਤਲ ਹੈ ਉਹ ਅਸਲ ਦੇ ਵਿੱਚ ਕਿਹੋ ਜਿਹਾ ਹੈਗਾ ਗਾ। ਜਿਵੇਂ ਕਿ ਜੇਕਰ ਧਰਤੀ ਪੱਧਰੀ ਹੈ ਤਾਂ ਉੱਥੇ ਬਹੁਤ ਘੱਟ ਇਰੋਜ਼ਨ ਹੁੰਦਾ ਹੈਗਾ ਗਾ, ਜਾਂ ਫਿਰ ਇਹ ਕਹਿ ਸਕਦੇ ਹਾਂ ਧਰਤੀ ਨੰਗੀ ਹੈ ਜਿੱਥੇ ਕੋਈ ਉੱਪਰ ਚੀਜ਼ ਨਹੀਂ ਹੈ, ਜਿਵੇਂ ਫੋਰੈਸਟ ਨਹੀਂ ਹੈਗੇਗੇ ਜਾਂ ਕਿਸ ਤਰੀਕੇ ਨਾਲ ਹੋਰ ਢੱਕੀ ਨਹੀਂ ਹੋਈ ਹੈਗੀਗੀ, ਤਾਂ ਉਹ ਜ਼ਿਆਦਾ ਜਿਹੜੀ ਹੈ ਇਰੋਜ਼ਨ ਕਰਦੀ ਹੈ। ਪਰ ਉੱਥੇ ਜੇਕਰ ਜੰਗਲ ਨੇ ਤਾਂ ਉੱਥੇ ਜਿਹੜਾ ਹੈ ਇਰੋਜ਼ਨ ਉਹ ਘੱਟ ਹੁੰਦਾ ਹੈਗਾ ਗਾ, ਇਹ ਵੀ ਇੱਕ ਅਹਿਮ ਰੋਲ ਅਦਾ ਕਰਦਾ ਹੈਗਾ ਗਾ। ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਖੇਤਰ ਢਲਾਨਾਂ ਵਾਲਾ ਹੈ ਉੱਥੇ ਬਹੁਤ ਜ਼ਿਆਦਾ ਜਿਹੜਾ ਕਹਿ ਸਕਦੇ ਹੈਗੇ ਆ ਵੈਦਰਿੰਗ ਹੁੰਦੀ ਹੈਗੀ ਹੈਗੀ, ਬਟ ਜਿਹੜਾ ਪੱਧਰਾ ਖੇਤਰ ਹੈ ਉੱਥੇ ਨਹੀਂ ਹੋ ਪਾਉਂਦੀ ਹੈਗੀ। ਠੀਕ ਹੈ, ਇਸ ਤੋਂ ਇਲਾਵਾ ਤੀਸਰਾ ਕੰਮ ਚੌਥਾ ਆ ਜਾਂਦਾ ਹੈ ਜੀ ਬਨਸਪਤੀ। ਜਿਵੇਂ ਕੋਈ ਖੇਤਰ ਜਿਹੜਾ ਹੈਗਾ ਗਾ ਬਾਈ ਜੰਗਲਾਂ ਦੇ ਅੰਡਰ ਹੈਗਾ ਗਾ ਤਾਂ ਉੱਥੇ ਚਟਾਨਾਂ ਜਿਹੜੀਆਂ ਉਹ ਬਹੁਤ ਘੱਟ ਟੁੱਟਦੀਆਂ ਨੇਗੀਆਂ, ਕਿਉਂਕਿ ਉਹਦੇ ਉੱਪਰ ਗਰਮੀ ਦਾ ਬਹੁਤ ਘੱਟ ਪ੍ਰਭਾਵ ਪੈਂਦਾ ਹੈ, ਨਾ ਹੀ ਸਰਦੀ ਦਾ ਬਹੁਤਾ ਪ੍ਰਭਾਵ ਪੈਂਦਾ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਜਿਹੜਾ ਹੈ ਕਿਸੇ ਨਮੀ ਅਤੇ ਜਾਂ ਫਿਰ ਕਹਿ ਸਕਦੇ ਹਾਂ ਵਰਖਾ ਦਾ ਪ੍ਰਭਾਵ ਪੈਂਦਾ ਹੈ, ਜਿਸ ਦੇ ਕਾਰਨ ਕਰਕੇ ਉਹ ਚਟਾਨਾਂ ਬਚੀਆਂ ਰਹਿੰਦੀਆਂ ਅਤੇ ਵੈਦਰਿੰਗ ਦੀ ਕਿਰਿਆ ਜਿਹੜੀ ਆ ਉਹ ਕਾਫੀ ਹੱਦ ਤੱਕ ਘੱਟ ਜਾਂਦੀ ਹੈ। ਉੱਥੇ ਜੇਕਰ ਉੱਥੇ ਵੈਜੀਟੇਸ਼ਨ ਨਹੀਂ ਹੈਗੀ ਤਾਂ ਫਿਰ ਉਹ ਚਟਾਨਾਂ ਬਈ ਸੁਭਾਵਿਕ ਜੀ ਗੱਲ ਹੈ ਕਿ ਮੌਸਮ ਦੇ ਕੰਟੈਕਟ 'ਚ ਆਉਣਗੀਆਂ, ਕਦੇ ਗਰਮੀ, ਕਦੇ ਸਰਦੀ, ਕਦੇ ਰੇਨਫਾਲ, ਕਦੇ ਉਹਦੇ ਵਿੱਚ ਜਿਹੜਾ ਹੈ ਐਵੈਪੋਰੇਸ਼ਨ ਹੁੰਦੀ ਹੈਗੀ ਆ, ਉਸ ਥਰੂ ਜਿਹੜਾ ਹੈਗਾ ਉਹ ਫਿਰ ਚਟਾਨਾਂ ਜਿਹੜੀਆਂ ਨੇ ਉਹ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇਜ਼ ਗਤੀ ਦੇ ਨਾਲ। ਠੀਕ ਹੈ, ਨੈਕਸਟ ਹੈ ਅਗਲਾ ਸਿੱਜਣ ਦੀਆਂ ਕਿਸਮਾਂ। ਵੈਦਰਿੰਗ ਦੀ ਕਿਸਮਾਂ ਕਿੰਨੀਆਂ ਹੁੰਦੀਆਂ ਨੇਗੀਆਂ? ਵੈਦਰਿੰਗ ਜਿਹੜੀ ਆ ਉਹ ਦੋ ਕਿਸਮਾਂ ਦੇ ਵਿੱਚ ਵੰਡੀ ਗਈ ਹੈਗੀ ਆ। ਇੱਕ ਹੁੰਦੀ ਆ ਭੌਤਿਕ ਜਿਹਨੂੰ ਕਿ ਫਿਜ਼ੀਕਲ ਜਾਂ ਮਕੈਨੀਕਲ ਵੈਦਰਿੰਗ ਕਹਿ ਦਿੰਦੇ ਹੈ, ਦੂਸਰੀ ਹੁੰਦੀ ਆ ਰਸਾਇਣਿਕ ਜਿਹਨੂੰ ਕਿ ਕੈਮੀਕਲ ਵੈਦਰਿੰਗ ਕਹਿ ਦਿੰਦੇ ਆ। ਭੌਤਿਕ ਜਾਂ ਮਕੈਨੀਕਲ ਉਹ ਕਿਰਿਆ ਹੁੰਦੀ ਹੈਗੀ ਆ ਜਿਹੜੇ ਕਿ ਨਾਰਮਲੀ ਆਪਾਂ ਧਰਤੀ ਦੇ ਉੱਪਰ ਨੋਟ ਕਰਦੇ ਹੈਗੇ ਆ, ਜਿਵੇਂ ਕਿ ਸੂਰਜੀ ਤਾਪ, ਧਰਤੀ ਦਾ ਪ੍ਰਕਾਸ਼ ਜਿਹੜਾ ਹੈ ਉਹ ਧਰਤੀ ਦੀਆਂ ਚਟਾਨਾਂ ਨੂੰ ਪ੍ਰਭਾਵਿਤ ਕਰਦਾ ਹੈ। ਧਰਤੀ ਦੇ ਅੰਦਰ ਚਟਾਨਾਂ ਦਾ ਜਿਹੜਾ ਭਾਰ ਘਟਣਾ ਇਹ ਵੀ ਇਹਦੇ ਵਿੱਚ ਮੁੱਖ ਰੋਲ ਅਦਾ ਕਰਦਾ ਹੈਗਾ ਗਾ। ਇਹ ਚਟਾਨਾਂ ਦਾ ਜਿਹੜਾ ਭਾਰ ਘਟਣਾ ਵਧਣਾ ਜਿਹੜਾ ਹੈ ਇਹਦਾ ਮੁੱਖ ਕਾਰਨ ਇਹ ਹੁੰਦਾ ਹੈਗਾ ਗਾ ਕਿ ਚਟਾਨਾਂ ਦੇ ਅੰਦਰ ਜਿਹੜਾ ਹੈ ਕਈ ਵਾਰ ਪਾਣੀ ਵਗੈਰਾ ਜਿਹੜਾ ਉਹ ਭਰ ਜਾਂਦਾ ਹੈ, ਉਹਦੇ ਥਰੂ ਚਟਾਨਾਂ ਦੇ ਵਿੱਚ ਇਹ ਭਾਰ ਘਟਣ ਤੇ ਵਧਣ ਦੀ ਪ੍ਰਕਿਰਿਆ ਜਿਹੜੀ ਆ ਉਹ ਹੁੰਦੀ ਹੈਗੀ ਆ। ਇਹ ਫਿਜ਼ੀਕਲ ਤੇ ਮਕੈਨੀਕਲ ਦੇ ਵਿੱਚ ਆਉਂਦੀ ਹੈ। ਤੀਸਰਾ ਤੱਤ ਹੁੰਦਾ ਹੈ ਫੋਰਸਟ, ਜਿਹਨੂੰ ਪਾਲਾ ਵੀ ਕਹਿ ਦਿੰਦੇ ਹੈਗੇ ਆਪਾਂ, ਠੀਕ ਹੈ, ਜਾਂ ਕੱਕਰ ਜਾਂ ਤੁਸ਼ਾਰ ਵੀ ਕਹਿ ਦਿੰਦੇ ਹੈਗੇ ਆ। ਤਿੰਨੋਂ ਸ਼ਬਦ ਨੋਟ ਕਰ ਲੈਣੇ ਹੈਗੇ ਆ। ਇਹਦੇ ਥਰੂ ਵੀ ਹੁੰਦਾ ਹੈ। ਇਹਦੇ ਥਰੂ ਕੀ ਹੁੰਦਾ ਹੈ ਕਿ ਜਿਹੜੀਆਂ ਚਟਾਨਾਂ ਦੇ ਵਿੱਚ ਤਰੇੜਾਂ ਹੁੰਦੀਆਂ ਨੇਗੀਆਂ, ਜਿਵੇਂ ਦੁਪਹਿਰ ਦੇ ਟਾਈਮ ਦੇ ਉੱਪਰ ਤਾਂ ਸਾਰੀਆਂ ਚਟਾਨਾਂ ਤੋਂ ਜਿਹੜੀ ਬਰਫ਼ ਹੈ ਉਹ ਖੁਰ ਜਾਵੇਗੀ, ਪਰ ਰਾਤ ਦੇ ਟਾਈਮ ਦੇ ਉੱਪਰ ਜਿਹੜਾ ਹੈਗਾ ਗਾ ਕੀ ਹੁੰਦਾ ਹੈ ਕਿ ਜਿਹੜੀ ਉਹ ਬਰਫ਼ ਹੈ ਕਈ ਖੇਤਰਾਂ ਦੇ ਵਿੱਚ, ਸਾਰਿਆਂ ਦੇ 'ਚ ਨਹੀਂ ਆਪਾਂ ਗੱਲ ਕਰਦੇ, ਕਈ ਖੇਤਰਾਂ ਦੇ ਵਿੱਚ ਉਹੀ ਬਰਫ਼ ਜਿਹੜੀ ਜਾ ਕੇ ਉਹ ਚਟਾਨਾਂ ਦੀਆਂ ਤਰੇੜਾਂ ਦੇ ਵਿੱਚ ਜਾ ਕੇ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ। ਜਦੋਂ ਉਹ ਤਰੇੜਾਂ ਦੇ ਵਿੱਚ ਜਾ ਕੇ ਜਮ੍ਹਾਂ ਸ਼ੁਰੂ ਹੋ ਜਾਂਦੀ ਹੈਗੀ ਆ ਤਾਂ ਉਹ ਫਿਰ ਜਦੋਂ ਬਰਫ਼ ਦੇ ਵਿੱਚ ਤਬਦੀਲ ਹੁੰਦੀ ਹੈ ਤਾਂ ਉਹ ਫੈਲ ਜਾਂਦੀ ਹੈ। ਇਸ ਸਥਿਤੀ ਦੇ ਵਿੱਚ ਚਟਾਨਾਂ ਦੀਆਂ ਜਿਹੜੀਆਂ ਤਰੇੜਾਂ ਨੇ ਉਹ ਵੱਡੀਆਂ ਹੋ ਜਾਂਦੀਆਂ ਅਤੇ ਹੌਲੀ ਹੌਲੀ ਫਿਰ ਉਹ ਵੱਧ ਕੇ ਜਿਹੜਾ ਹੈ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪੌਦੇ, ਜੀਵ ਜੰਤੂ, ਮਨੁੱਖ, ਇਹਨਾਂ ਬਾਰੇ ਦੱਸਣ ਦੀ ਜ਼ਰੂਰਤ ਨਹੀਂ, ਕਿਉਂਕਿ ਪੌਦੇ ਵੀ ਜਿਹੜੇ ਹੈਗੇ ਅੱਗੇ ਜੜ੍ਹਾਂ ਦੇ ਥਰੂ ਕਈ ਵਾਰ ਚਟਾਨਾਂ ਨੂੰ ਖੋਖਲਾ ਕਰ ਦਿੰਦੇ ਆ। ਜੀਵ ਜੰਤੂ ਜਿਨ੍ਹਾਂ ਦੇ ਵਿੱਚ ਖਰਗੋਸ਼, ਚੂਹੇ ਜਾਂ ਹੋਰ ਕਈ ਤਰ੍ਹਾਂ ਦੇ ਜੀਵ ਜਿਹੜੇ ਧਰਤੀ ਦੇ ਅੰਦਰ ਰਹਿੰਦੇ ਹੈਗੇ ਨੇਗੇ, ਉਹ ਫਿਰ ਕਿਤੇ ਨਾ ਕਿਤੇ ਜਿਹੜਾ ਟੋਏ ਵਗੈਰਾ ਪੱਟ ਕੇ ਚਟਾਨਾਂ ਨੂੰ ਅੰਦਰੋਂ ਖੁਰਚਦੇ ਰਹਿੰਦੇ ਹੈਗੇ ਆ। ਮਨੁੱਖ ਇਹਨਾਂ ਨੂੰ ਕੱਟ ਕੇ ਜਿਹੜਾ ਹੈ ਬਈ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ, ਕੁਝ ਹੈਰੀਟੇਜ ਪਲੇਸ ਬਣਾ ਰਿਹਾ ਹੈਗਾ ਗਾ, ਉਹ ਸਾਰੇ ਇਸ ਦੇ ਵਿੱਚ ਆ ਜਾਂਦੇ ਹੈਗੇ ਆ। ਪਲਕਿੰਗ, ਚੁਣਨਾ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ, ਸੋ ਇਹਦਾ ਵੀ ਇੱਕ ਅਹਿਮ ਰੋਲ ਅਦਾ ਰਹਿੰਦਾ ਹੈ। ਇਹਦਾ ਮੁੱਖ ਕੰਮ ਜਿਹੜਾ ਹੈ ਪਲਕਿੰਗ ਦਾ ਉਹ ਬਰਫ਼ ਦੇ ਨਾਲ ਹੈ।
ਬਰਫ਼ ਦੇ ਜੰਮਣ ਨਾਲ ਤੇ ਬਰਫ਼ ਦੇ ਖੁਰਨ ਦੇ ਨਾਲ। ਇਹਦੇ ਥਰੂ ਜਿਹੜੀ ਗੱਲ ਮੈਂ ਪਹਿਲਾਂ ਤੁਹਾਨੂੰ ਤੁਸ਼ਾਰ ਵਾਲੇ ਖੇਤਰ 'ਚ ਦੱਸੀ ਹੈ ਉਹ ਸੇਮ ਹੀ ਚੀਜ਼ ਹੈਗੀ ਕਿਉਂਕਿ ਬਰਫ਼ ਦੇ ਜੰਮਣ ਤੇ ਪਿਘਲਣ ਦੇ ਨਾਲ ਚਟਾਨਾਂ ਦੇ ਵਿੱਚੋਂ ਦੂਰੀ ਜਿਹੜੀ ਉਹ ਵੱਧਦੀ ਰਹਿੰਦੀ ਹੈਗੀ ਆ। ਵਰਖਾ ਹੌਲੀ ਹੌਲੀ ਜਿਹੜੀ ਵਰਖਾ ਪੈਂਦੀ ਹੈਗੀ ਉਹ ਸਭ ਤੋਂ ਖਤਰਨਾਕ ਹੁੰਦੀ ਹੈਗੀ ਜਾਂ ਫਿਰ ਕਹਿ ਸਕਦੇ ਹਾਂ ਬਹੁਤ ਤੇਜ਼ ਵਰਖਾ ਪੈਂਦੀ ਹੈ ਤੇ ਖਾਸ ਤੌਰ ਦੇ ਉੱਪਰ ਤੇਜ਼ਾਬੀ ਹੈ ਉਹ ਵੀ ਜਿਹੜੀ ਆ ਚਟਾਨਾਂ ਦੇ ਉੱਪਰ ਆਪਣਾ ਰਿਐਕਸ਼ਨ ਜਿਹੜਾ ਹੈ ਉਹ ਸ਼ੁਰੂ ਕਰਦੀ ਹੈਗੀ। ਠੀਕ ਹੈ, ਇਸ ਤੋਂ ਇਲਾਵਾ ਆਉਂਦੀ ਹੈ ਰਸਾਇਣਿਕ ਸਿਜਨ। ਕੁਝ ਕੈਮੀਕਲ ਰਿਐਕਸ਼ਨ ਵੀ ਹੁੰਦੀ ਹੈ ਜਿਹਦੇ ਕਾਰਨ ਕਰਕੇ ਚਟਾਨਾਂ ਦੇ ਵਿੱਚ ਟੁੱਟਣ ਭੱਜਣ ਦੀ ਜਿਹੜੀ ਪ੍ਰਕਿਰਿਆ ਹੈਗੀ ਉਹ ਵਾਪਰਦੀ ਹੈ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਆਕਸੀਕਰਨ। ਓਕੇ, ਆਕਸੀਕਰਨ ਕੀ ਹੁੰਦਾ ਹੈਗਾ ਕਿ ਜਿਸ ਦੇ ਥਰੂ ਆਕਸੀਜਨ ਕਰਨ ਦੇ ਕਾਰਨ ਕਰਕੇ ਜਿਹੜਾ ਲੋਹੇ ਵਾਲੇ ਧਾਤੂ ਹੁੰਦੇ ਹੈਗੇ ਉਹਨਾਂ ਨੂੰ ਜਰ ਲੱਗਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੁੰਦੀ ਹੈਗੀ ਆ ਆਕਸੀਕਰਨ ਦੇ ਕਾਰਨ। ਕਈ ਚਟਾਨਾਂ ਦੇ ਵਿੱਚ ਲੋਹੇ ਦੇ ਤੱਤ ਪਾਏ ਜਾਂਦੇ ਆ ਤੇ ਜਦੋਂ ਫਿਰ ਆਕਸੀਕਰਨ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਹਦੇ ਥਰੂ ਜਿਹੜਾ ਉਹ ਲੋਹੇ ਵਾਲਾ ਖੇਤਰ ਹੈ ਉਹਨੂੰ ਜੰਗਾਲ ਜਾਂ ਜੰਗ ਲੱਗ ਜਾਂਦੀ ਹੈ, ਜਿਸ ਦੇ ਥਰੂ ਫਿਰ ਉਹ ਚਟਾਨਾਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਜਦੋਂ ਵੀ ਆਪਾਂ ਦੇਖਦੇ ਲੋਹੇ ਨੂੰ ਜਰ ਲੱਗਦੀ ਹੈ ਤਾਂ ਉਹ ਟੁੱਟਣਾ ਸ਼ੁਰੂ ਹੋ ਜਾਂਦਾ ਹੈਗਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਕਰਕੇ ਆਕਸੀਕਰਨ ਵੀ ਜਿਹੜੀ ਹੈਗੀ ਵੀ ਉਹ ਚਟਾਨ ਨੂੰ ਤੋੜਨ ਦੇ ਵਿੱਚ ਯੋਗਦਾਨ ਪਾਉਂਦੀ ਹੈ। ਦੂਸਰਾ ਹੈ ਜੀ ਹਾਈਡਰੇਸ਼ਨ। ਓਕੇ, ਹਾਈਡਰੇਸ਼ਨ ਵੀ ਜਿਹੜਾ ਹੈਗਾ ਇਹ ਵੀ ਇੱਕ ਆਕਸੀਕਰਨ ਦੀ ਪ੍ਰਕਿਰਿਆ ਵਾਂਗ ਹੀ ਹੁੰਦਾ, ਪਰ ਇਹ ਪ੍ਰਕਿਰਿਆ ਆਕਸੀਕਰਨ ਤੋਂ ਪਹਿਲਾਂ ਦੀ ਹੁੰਦੀ ਹੈਗੀ ਉਸ ਤੋਂ ਪਹਿਲਾਂ ਇਹ ਪ੍ਰਕਿਰਿਆ ਵਾਪਰਦੀ ਹੈਗੀ ਆ। ਇਹਦੇ ਵਿੱਚ ਕੀ ਹੁੰਦਾ ਹੈਗਾ ਹਾਈਡਰੇਸ਼ਨ ਦੇ ਵਿੱਚ ਚਟਾਨਾਂ ਦੀਆਂ ਜਿਹੜੀਆਂ ਮਸਾਵਾਂ ਦੇ ਵਿੱਚ ਪਾਣੀ ਭਰ ਜਾਂਦਾ ਹੈਗਾ ਤੇ ਚਟਾਨਾਂ ਭਾਰੀਆਂ ਹੋ ਜਾਂਦੀਆਂ ਹੈਗੀਆਂ ਨੇ, ਜਿਸ ਦੇ ਨਾਲ ਚਟਾਨਾਂ ਜਿਹੜੀਆਂ ਨੇ ਉਹ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਨੇ। ਠੀਕ ਹੈ, ਪਰ ਇਹਦੇ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਲੱਗਦੀ ਹੈਗੀ, ਪਤਾ ਨਹੀਂ ਲੱਗਦਾ ਸਾਨੂੰ ਛੇਤੀ, ਪਰ ਇਹ ਪਾਣੀ ਦੇ ਨਾਲ ਭਾਰੀ ਹੋ ਜਾਂਦੀਆਂ ਹੈਗੀਆਂ ਨੇ, ਇਹਨੂੰ ਕਹਿੰਦੇ ਆ ਹਾਈਡਰੇਸ਼ਨਸ। ਤੀਸਰਾ ਹੈ ਜੀ ਹਾਈਡਰੋਸਿਸ। ਹਾਈਡਰੋਸਿਸ ਕੀ ਹੁੰਦਾ ਹੈਗਾ ਲਾਓਗੇ ਇੱਥੇ ਹਾਈਡਰੋਲਿਸਿਸ। ਓਕੇ, ਹਾਈਡਰੋਲਿਸਿਸ ਕੀ ਹੁੰਦਾ ਹੈ ਕਿ ਚਟਾਨਾਂ ਦੇ ਵਿੱਚ ਜਦੋਂ ਪਾਣੀ ਭਰਨ ਤੋਂ ਬਾਅਦ ਉਹ ਅਸਲੀ ਰਸਾਇਣਿਕ ਪ੍ਰਕਿਰਿਆ ਸ਼ੁਰੂ ਕਰਦਾ ਹੈਗਾ ਜਿਹਦੇ ਵਿੱਚ ਜਿਵੇਂ ਅਬਰਕ ਹੋ ਗਿਆ, ਫੈਲਸਪਰ ਹੋ ਗਿਆ, ਇਹਦੇ ਭਰਨ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਚਟਾਨਾਂ ਬੇਸਿਕ ਤੌਰ ਦੇ ਉੱਪਰ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇਗੀਆਂ ਇਸ ਪ੍ਰਕਿਰਿਆ ਦੇ ਥਰੂ। ਠੀਕ ਹੈ, ਚੌਥਾ ਤੱਤ ਹੈ ਜੀ ਆਪਣੇ ਕੋਲੇ ਰਸਾਇਣਿਕ ਤੱਤਾਂ ਦੇ ਵਿੱਚ ਕਾਰਬੋਨੀਕਰਨ। ਕਾਰਬੋਨੀਕਰਨ ਦੇ ਵਿੱਚ ਕੀ ਹੁੰਦਾ ਹੈ ਕਿ ਚਟਾਨਾਂ ਦੇ ਵਿੱਚ ਪੋਟਾਸ਼ੀਅਮ ਹਾਈਡਰੋਕਸਾਈਡ, ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਪਾਣੀ ਭਰਨ ਜਾਂ ਹਾਈਡਰੋਸਿਸ ਦੀ ਪ੍ਰਕਿਰਿਆ ਤੋਂ ਬਣਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਦੇ ਮੇਲ ਦੇ ਨਾਲ ਪੋਟਾਸ਼ੀਅਮ ਕਾਰਬੋਨੇਟ ਜਿਹੜਾ ਹੈ ਉਹ ਬਣਦਾ ਹੈ ਤੇ ਪਾਣੀ ਦੇ ਵਿੱਚ ਘੁਲਣਸ਼ੀਲ ਹੋਣ ਕਾਰਨ ਬਹਿ ਜਾਂਦਾ ਹੈ, ਜਿਸ ਦੇ ਕਾਰਨ ਕਰਕੇ ਉਹ ਚਟਾਨਾਂ ਦੇ ਵਿੱਚੋਂ ਪਹਿਲਾਂ ਤਾਂ ਪਾਣੀ ਜਮ੍ਹਾਂ ਹੋ ਜਾਂਦਾ ਤੇ ਬਾਅਦ ਦੇ ਵਿੱਚ ਉਹ ਘੁਲਣਸ਼ੀਲ ਹੋਣ ਕਰਕੇ ਚਟਾਨਾਂ ਜਿਹੜੀਆਂ ਘੁਲਣਸ਼ੀਲ ਵਾਲੀਆਂ ਨੇਗੀਆਂ ਉਹ ਘੁਲ ਕੇ ਪਾਣੀ ਨਾਲ ਬਾਹਰ ਨਿਕਲ ਜਾਂਦੀਆਂ, ਯਾਨੀ ਕਿ ਚਟਾਨਾਂ ਦੇ ਵਿੱਚ ਇੱਕ ਤਰੇੜ ਟਾਈਪ ਦੀ ਜਿਹੜੀ ਹੈ ਸ਼ੁਰੂਆਤ ਹੋ ਜਾਂਦੀ ਹੈ। ਘੋਲ ਸੋਲਿਊਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਇਸ ਦੇ ਵਿੱਚ ਵੱਖਰੇ ਜਿਹੜੇ ਕਹਿ ਸਕਦੇ ਹੈਗੇ ਕੈਲਸ਼ੀਅਮ ਵਰਗੇ ਜਾਂ ਬਹੁਤ ਸਾਰੇ ਹੋਰ ਤੱਤ ਜਿਹਨੂੰ ਕਿ ਕਾਰਬਨ ਡਾਈਆਕਸਾਈਡ, ਕੈਲਸ਼ੀਅਮ ਕਾਰਬੋਨੇਟ, ਚੂਨਾ ਪੱਥਰ, ਇਹ ਸਾਰੇ ਕੀ ਆ ਘੋਲ ਟਾਈਪ ਦੇ ਹੈਗੇ ਆ। ਜਦੋਂ ਕਿਤੇ ਇਸ ਟਾਈਪ ਦੀ ਜਿਹੜੀ ਚਟਾਨ ਮਿਲਦੀ ਹੈਗੀ ਆ ਤਾਂ ਫਿਰ ਉਹ ਆਪਣੇ ਨਾਲ ਖੋਰ ਕੇ ਜਿਹੜਾ ਹੈ ਘੋਲ ਦੇ ਰੂਪ ਦੇ ਵਿੱਚ ਉਸ ਚਟਾਨ ਨੂੰ ਖਤਮ ਕਰ ਦਿੰਦੀ ਹੈਗੀ ਆ, ਅੰਦਰੋਂ ਖੋਖਲਾ ਕਰ ਦਿੰਦੀ ਹੈਗੀ ਆ। ਓਕੇ, ਇਹ ਦੋ ਕਿਸਮਾਂ ਨੇਗੀਆਂ, ਬਸ ਇਹਨਾਂ ਦਾ ਤੁਸੀਂ ਜ਼ਿਆਦਾ ਡੀਪਲੀ ਜਾਣਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਬੇਸਿਕ ਜੇ ਕੰਸੈਪਟ ਨੇਗੇ, ਬਸ ਯਾਦ ਰੱਖਣਾ ਹੈ ਕਿ ਭੌਤਿਕ ਦੇ ਵਿੱਚ ਕਿਹੜਾ ਹੁੰਦਾ ਹੈ ਤੇ ਰਸਾਇਣਿਕ ਦੇ ਵਿੱਚ ਕਿਹੜਾ ਆਉਂਦਾ ਹੈਗਾ। ਆਪਸ਼ਨਾਂ ਦੇ ਅਕੋਰਡਿੰਗ ਤੁਹਾਨੂੰ ਈਜ਼ੀਲੀ ਇਹ ਪਤਾ ਲੱਗ ਜਾਊਗਾ। ਛਿੱਜਣ ਦਾ ਮਹੱਤਵ ਕੀ ਹੈ? ਜਿਹੜੀ ਵੈਦਰਿੰਗ ਹੁੰਦੀ ਹੈ ਇਹਦੇ ਨਾਲ ਚਟਾਨਾਂ ਟੁੱਟਦੀਆਂ ਭੱਜਦੀਆਂ ਨੇਗੀਆਂ, ਪਰ ਇਹਦੇ ਕੁਝ ਮਹੱਤਵ ਵੀ ਹੈ, ਕੁਝ ਇੰਪੋਰਟੈਂਸ ਵੀ ਹੈਗੀ ਆ। ਜਿਵੇਂ ਕਿ ਨਵੀਂ ਮਿੱਟੀ ਦਾ ਨਿਰਮਾਣ ਹੁੰਦਾ ਹੈ, ਜਦੋਂ ਚਟਾਨ ਟੁੱਟਦੀ ਹੈ ਤਾਂ ਫਿਰ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਜਾ ਕੇ ਜਮ੍ਹਾਂ ਹੋ ਜਾਂਦੀ ਹੈ, ਜਿਸ ਦੇ ਨਾਲ ਨਵੀਂ ਉਪਜਾਊ ਮਿੱਟੀ ਹੋਣ ਦੇ ਵਿੱਚ ਆਉਂਦੀ ਹੈ। ਉਹ ਖੇਤਰ ਜਿਹੜਾ ਪਹਿਲਾਂ ਬਹੁਤ ਜ਼ਿਆਦਾ ਉੱਚਾ ਸੀ ਜਾਂ ਉਹ ਖੇਤਰ ਜਿਹੜਾ ਬਹੁਤ ਜ਼ਿਆਦਾ ਨੀਵਾਂ ਸੀਗਾ ਉਹ ਇੱਕ ਜਗ੍ਹਾ ਤੋਂ ਖੁਰਚ ਕੇ ਦੂਸਰੀ ਜਗ੍ਹਾ ਦੇ ਉੱਪਰ ਚਲਾ ਜਾਂਦਾ ਹੈਗਾ। ਇਹਦੇ ਥਰੂ ਜਿਹੜਾ ਹੈ ਧਰਤੀ ਦਾ ਸੰਤੁਲਨ ਬਣਿਆ ਰਹਿੰਦਾ ਹੈ, ਜਾਣੀ ਕਿ ਪੱਧਰੀ ਧਰਤੀ ਹੋਣ ਦੇ ਵਿੱਚ ਆ ਜਾਂਦੀ ਹੈ। ਉਹ ਚਟਾਨਾਂ ਜਿਹੜੀਆਂ ਕਿ ਭੁਰ ਕੇ ਇੱਕ ਥਾਂ ਤੋਂ ਦੂਸਰੀ ਜਗ੍ਹਾ ਦੇ ਉੱਪਰ ਚਲੀਆਂ ਜਾਂਦੀਆਂ ਨੇ ਤੇ ਜਿਨ੍ਹਾਂ ਦੀ ਮਿੱਟੀ ਉਪਜਾਊ ਨਹੀਂ ਹੁੰਦੀ ਹੈਗੀ ਉਹ ਮਾਰੂਥਲਾਂ ਦਾ ਨਿਰਮਾਣ ਕਰ ਦਿੰਦੀ ਹੈਗੀ। ਠੀਕ ਹੈ, ਮਿੱਟੀਆਂ ਦਾ ਉਪਜਾਊਪਣਾ, ਕਈ ਚਟਾਨਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮਿਨਰਲਸ ਹੁੰਦੇ ਆ ਤੇ ਜਦੋਂ ਕਿਤੇ ਉਹ ਪੱਧਰੇ ਖੇਤਰ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਂਦੀ ਹੈ ਤਾਂ ਉਸ ਸਥਿਤੀ ਦੇ ਵਿੱਚ ਜਾ ਕੇ ਉਹ ਮਿੱਟੀ ਦੀ ਜਿਹੜੀ ਫਰਟੀਲਾਈਟੀ ਹੈ ਉਸ ਨੂੰ ਵਧਾ ਦਿੰਦੀ ਹੈਗੀ ਆ, ਅਪਰਦਨ ਦੇ ਵਿੱਚ ਸਹਾਇਤਾ ਕਰਦੀ ਹੈਗੀ ਆ। ਛਿੱਜਣ ਜਿਹੜਾ ਹੈਗਾ ਇਹ ਚਟਾਨਾਂ ਨੂੰ ਜਿਹੜਾ ਹੈ ਸੌਫਟ ਕਰ ਦਿੰਦਾ ਹੈ, ਜਿਸ ਦੇ ਕਾਰਨ ਕਰਕੇ ਚਟਾਨਾਂ ਦੇ ਵਿੱਚ ਇਰੋਜਨ ਬੜਾ ਤੇਜ਼ੀ ਦੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜਾ ਛਿੱਜਣ ਹੈ ਵੈਦਰਿੰਗ ਹੈ, ਇਹਦੇ ਥਰੂ ਥਰ ਰੂਪਾਂ ਦੇ ਵਿੱਚ ਵੀ ਤਬਦੀਲੀ ਆਉਂਦੀ ਹੈਗੀ ਆ, ਜਿਵੇਂ ਕਿ ਹੰਡੂ ਜਿਹੜਾ ਹੈਗਾ, ਥੰਮੀਆਂ ਹੋ ਗਈਆਂ, ਰੇਗੋਲਬ ਹੋ ਗਿਆ, ਇਹ ਸਾਰੇ ਛਿੱਜਣ ਦੇ ਕਾਰਨ ਕਰਕੇ ਬਣੇ ਲੈਂਡਫਾਰਮ ਹੈਗੇ ਨੇਗੇ, ਯਾਨੀ ਕਿ ਇਹ ਧਰਤੀ ਦੇ ਉੱਪਰ ਬਹੁਤ ਸਾਰੇ ਲੈਂਡਫਾਰਮਸ ਨੂੰ ਤਬਦੀਲ ਕਰਨ ਦੇ ਵਿੱਚ ਵੀ ਯੋਗਦਾਨ ਪਾਉਂਦੇ ਹੈਗੇ। ਨੈਕਸਟ ਹੈ ਜੀ ਅਗਲੇ ਕਨਸੈਪਟ ਆਪਣੇ ਕੋਲੇ ਢੇਰ ਟੁੱਟਣਾ, ਜਿਹਨੂੰ
ਮਾਸ ਵੇਸਟਿੰਗ ਦੇ ਨਾਮ ਨਾਲ ਆਪਾਂ ਜਾਣਦੇ ਹੈਗੇ ਆਂਗੇ, ਠੀਕ ਹੈ। ਜਾਂ ਕਹਿ ਸਕਦੇ ਹਾਂ ਗੁਰਤਾ ਖਿੱਚ ਦੇ ਨਾਲ ਚਟਾਨਾਂ ਜਿਹੜੀਆਂ ਉੱਪਰ ਤੋਂ ਹੇਠਾਂ ਨੂੰ ਨੀਚੇ ਡਿੱਗ ਜਾਂਦੀਆਂ ਹੈਗੀਆਂ ਨੇ। ਇਸ ਪ੍ਰਕਿਰਿਆ ਦੇ ਵਿੱਚ ਕੀ ਵਾਪਰਦਾ ਹੈ ਕਿ ਚਟਾਨਾਂ ਦੇ ਵੱਡੇ ਵੱਡੇ ਟੋਟੇ ਜਾਂ ਮਲਬਾ ਜਿਹੜਾ ਹੈ ਉਹ ਗੁਰਤਾ ਖਿੱਚ ਦੇ ਕਾਰਨ ਕਰਕੇ ਪਹਾੜਾਂ ਦੀਆਂ ਢਲਾਨਾਂ ਦੇ ਨਾਲ ਰੁੜ ਕੇ ਹੇਠਾਂ ਵੱਲ ਨੂੰ ਆ ਜਾਂਦਾ ਹੈਗਾ। ਪਾਣੀ ਦੀ ਥੋੜੀ ਜਿਹੀ ਮਾਤਰਾ ਚਟਾਨੀ ਪਰਤਾਂ ਦੇ ਖਿਸਕਣ ਦੇ ਵਿੱਚ ਸਹਾਇਤਾ ਕਰਦੀ ਹੈਗੀ ਹੈ, ਕਿਉਂਕਿ ਇਹ ਚੀਕਣਾ ਕਰ ਦਿੰਦੀ ਹੈ ਉਸ ਚਟਾਨ ਨੂੰ ਜਾਂ ਮਿੱਟੀ ਨੂੰ, ਜਿਹਦੇ ਥਰੂ ਫਿਰ ਕੋਈ ਵੀ ਚੀਜ਼ ਹੈ ਢਲਾਨ ਤੋਂ ਬੜੀ ਆਸਾਨੀ ਦੇ ਨਾਲ ਨੀਚੇ ਨੂੰ ਆ ਜਾਂਦੀ ਹੈਗੀ ਆ। ਚਟਾਨਾਂ ਦੇ ਢੇਰ ਜਿਹੜੇ ਉਹ ਪਰਬਤੀ ਢਲਾਨਾਂ ਤੋਂ ਹੇਠਾਂ ਰੁੜ ਕੇ ਕਿਸੇ ਨਦੀ ਜਾਂ ਮਾਰਗ ਦੇ ਵਿੱਚ ਡਿੱਗ ਜਾਂਦੇ ਆ, ਜਿਸ ਦੇ ਨਾਲ ਉਹ ਮਾਰਗ ਬੰਦ ਹੋ ਜਾਂਦੇ ਆ। ਇਹਦੀ ਐਗਜ਼ਾਮਪਲ ਤੁਸੀਂ ਹੁਣ ਲਾਸਟ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਹੜ੍ਹ ਆਏ ਸੀਗੇ, ਉੱਥੇ ਤੁਸੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਦੇਖਿਆ ਉਹ ਸਾਰੀਆਂ ਕਿਸਮਾਂ ਲੈਂਡ ਸਲਾਈਡਿੰਗ ਦੀਆਂ ਹੈਗੀਆਂ ਨੇਗੀਆਂ, ਜਿਹਨੂੰ ਆਪਾਂ ਮਾਸ ਵੇਸਟਿੰਗ ਕਹਿ ਦਿੰਦੇ ਹੈਗੇ ਆ, ਠੀਕ ਹੈ। ਇਹ ਜਦੋਂ ਮੀਂਹ ਪੈਂਦਾ ਉਦੋਂ ਜ਼ਿਆਦਾ ਹੁੰਦਾ, ਕਿਉਂਕਿ ਆਪਾਂ ਇੱਥੇ ਗੱਲ ਕੀਤੀ ਹੈ ਕਿ ਜਦੋਂ ਕਿਤੇ ਕਿਸੇ ਪਰਤ ਦੇ ਉੱਪਰ ਮਿੱਟੀ ਦੇ ਉੱਪਰ ਪਾਣੀ ਪੈਂਦਾ ਹੈ ਤਾਂ ਉਹ ਚੀਕਣੀ ਹੋ ਜਾਂਦੀ ਹੈ, ਜਿਸ ਦੇ ਨਾਲ ਚਟਾਨ ਨੂੰ ਰਿਸਕਣਾ ਸੌਖਾ ਹੋ ਜਾਂਦਾ ਹੈ ਤੇ ਤੇਜ਼ੀ ਨਾਲ ਰਿਸਕਦੀ ਹੈਗੀ। ਸੋ ਇਸ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਚਟਾਨਾਂ ਜਾਂ ਜਿਹੜੇ ਪਹਾੜ ਨੇਗੇ ਉਹ ਇੱਕ ਥਾਂ ਤੋਂ ਟੁੱਟ ਕੇ ਨੀਚੇ ਡਿੱਗ ਜਾਂਦੇ ਆ, ਜਾਂ ਕਿਸੇ ਸੜਕ ਦੇ ਉੱਪਰ, ਜਾਂ ਫਿਰ ਪੂਰੀ ਸੜਕ ਨੂੰ ਉਹ ਕਵਰ ਕਰ ਲੈਂਦੇ, ਜਾਂ ਫਿਰ ਸੜਕ ਹੀ ਟੁੱਟ ਕੇ ਨੀਚੇ ਡਿੱਗ ਪੈਂਦੀ ਹੈਗੀ। ਇਹ ਸਾਰੇ ਜਿਹੜੇ ਆ ਮਾਸ ਵੇਸਟਿੰਗ ਦੀ ਐਗਜ਼ਾਮਪਲ ਹੈਗੇ ਨੇਗੇ, ਠੀਕ ਹੈ। ਆ ਪਿਕਚਰ ਦੇਖ ਲਓ, ਇਸ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਡੈਫੀਨੇਸ਼ਨ ਆਪਣੇ ਆਪ ਤੁਹਾਡੇ ਕੋਲੋਂ ਬਣ ਜਾਊਗੀ, ਠੀਕ ਹੈ। ਨੈਕਸਟ ਹੈ ਜੀ ਢੇਰ ਟੁੱਟਣ ਦੇ ਅੰਡਰ ਹੀ, ਮਾਸ ਵੇਸਟਿੰਗ ਦੇ ਅੰਡਰ ਹੀ ਕਿਹੜੀਆਂ ਕਿਸਮਾਂ ਆਉਂਦੀਆਂ ਨੇਗੀਆਂ। ਸੋ ਇਹਦੇ ਵਿੱਚ 4 ਪ੍ਰਮੁੱਖ ਕਿਸਮਾਂ ਨੇਗੀਆਂ। ਇੱਕ ਹੁੰਦਾ ਹੈ ਸਲੋ ਫਲੋ, ਦੂਸਰਾ ਹੈ ਰੈਪਿਡ ਫਲੋ, ਤੀਸਰਾ ਹੈ ਲੈਂਡ ਸਲਾਈਡ, ਚੌਥਾ ਹੈ ਸਬਡੈਂਸਿਸ, ਠੀਕ ਹੈ, ਸਬਸਟੈਂਸਿਸ। ਸੋ ਇਹਨਾਂ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਪਾਰਟਸ ਆ ਜਾਂਦੇ ਹੈਗੇ ਆ। ਮਲਬੇ ਦਾ ਹੌਲੀ ਡਿੱਗਣਾ, ਸਲੋ ਦਾ ਮਤਲਬ ਹੈ ਕਿ ਜਿਹੜਾ ਮਲਬਾ ਜਦੋਂ ਮੀਂਹ ਪਈ ਜਾਂਦਾ ਜਾਂ ਕਿਸੇ ਹੋਰ ਕਾਰਨ ਕਰਕੇ ਹੌਲੀ ਹੌਲੀ ਰਿਸਕਦਾ ਹੈ, ਇੱਕਦਮ ਨਹੀਂ ਡਿੱਗਦਾ ਹੈਗਾ, ਠੀਕ ਹੈ। ਥੋੜਾ ਥੋੜਾ ਕਰਕੇ ਕਦੇ ਮਿੱਟੀ ਡਿੱਗ ਪਈ, ਕਦੇ ਉੱਥੇ ਥੋੜਾ ਬਹੁਤ ਪਾਰਟ ਟੁੱਟ ਕੇ ਡਿੱਗ ਪਿਆ, ਬਟ ਇਕੱਠਾ ਤੇ ਇੱਕਦਮ ਨਹੀਂ ਡਿੱਗਦਾ ਹੈਗਾ। ਇਹਨੂੰ ਕਹਿੰਦੇ ਆ ਸਲੋ ਫਲੋਏਜ, ਠੀਕ ਹੈ। ਦੂਸਰਾ ਹੈ ਰੈਪਿਡ ਫਲੋ ਦਾ ਮਤਲਬ ਹੈ ਕਿ ਤੀਬਰ ਗਤੀ ਦੇ ਨਾਲ। ਇਹ ਉਦੋਂ ਹੁੰਦਾ ਹੈ ਜਦੋਂ ਮੀਂਹ ਪੈਂਦਾ ਹੈ, ਕਿਉਂਕਿ ਮੀਂਹ ਦੇ ਦੌਰਾਨ ਚਟਾਨਾਂ ਜਿਹੜੀਆਂ ਨੇਗੀਆਂ ਉਹ ਸੌਫਟ ਹੋ ਜਾਂਦੀਆਂ ਨੇਗੀਆਂ, ਟੁੱਟ ਜਾਂਦੀਆਂ ਨੇ, ਅਤੇ ਅੱਗੇ ਪਾਣੀ ਦੇ ਨਾਲ ਜ਼ਮੀਨ ਜਿਹੜੀ ਹੈ ਉਹ ਤੁਹਾਨੂੰ ਪਤਾ ਹੀ ਹੈ ਤਿਲਕਣੀ ਹੋ ਚੁੱਕੀ ਹੁੰਦੀ ਹੈ, ਜਿਸ ਦੇ ਕਾਰਨ ਕਰਕੇ ਜਲਦੀ ਦੇ ਨਾਲ ਜਿਹੜਾ ਹੈ ਕਿਸੇ ਸੜਕ ਜਾਂ ਰੋਡ ਦੇ ਉੱਪਰ ਡਿੱਗ ਜਾਂਦਾ ਹੈ। ਧਰਤੀ ਦਾ ਖਿਸਕਣਾ, ਜਿਹਨੂੰ ਲੈਂਡ ਸਲਾਈਡਿੰਗ ਕਹਿ ਦਿੰਦੇ ਹੈ। ਲੈਂਡ ਸਲਾਈਡਿੰਗ ਉਹ ਹੁੰਦਾ ਹੈ ਜਿਸ ਦੇ ਵਿੱਚ ਪਹਾੜ ਦਾ ਜਾਂ ਚੋਟੀ ਦਾ ਇੱਕ ਵੱਡਾ ਜਿਹੜਾ ਕਹਿ ਸਕਦੇ ਹੈਗੇ ਹਿੱਸਾ ਟੁੱਟ ਕੇ ਅਲੱਗ ਹੋ ਕੇ ਡਿੱਗ ਪੈਂਦਾ ਹੈਗਾ। ਆ ਲੈਂਡ ਸਲਾਈਡ ਦੀ ਜਿਹੜੀ ਪਿਕਚਰ ਇੱਥੇ, ਠੀਕ ਹੈ, ਤੁਸੀਂ ਆ ਦੇਖ ਸਕਦੇ ਹੋ ਇੱਕ ਪੀਸ ਪੂਰੇ ਦਾ ਪੂਰਾ ਟੁੱਟ ਕੇ ਜਿਹੜਾ ਹੈਗਾ ਉਹ ਨੀਚੇ ਵੱਲ ਨੂੰ ਡਿੱਗ ਪਿਆ ਹੈਗਾ। ਇਹਨੂੰ ਕਹਿੰਦੇ ਹੈਗੇ ਆ ਕਿ ਲੈਂਡ ਸਲਾਈਡ, ਵੱਡਾ ਹਿੱਸਾ ਟੁੱਟ ਕੇ ਡਿੱਗਣਾ। ਤੀਸਰਾ ਹੈ ਜੀ ਭੂ ਖਿਸਕਣਾ ਜਾਂ ਧਰਤੀ ਦਾ ਹੇਠਾਂ ਧੱਸਣਾ। ਇਹਦੇ ਵਿੱਚ ਵਾਪਰਦਾ ਹੈ ਜੀ ਕੁਝ ਇਸ ਤਰ੍ਹਾਂ ਦਾ, ਜਿਵੇਂ ਕਿ ਆਹ ਪਾਰਟ ਤੁਸੀਂ ਦੇਖ ਸਕਦੇ ਹੋ ਨੀਚੇ ਨੂੰ ਧੱਸੀ ਜਾ ਰਹੇ ਹੈਗੇ, ਠੀਕ ਹੈ। ਇਹ ਇਸ ਦੇ ਵਿੱਚ ਆਉਂਦਾ ਕਿ ਧਰਤੀ ਦਾ ਵੱਡਾ ਹਿੱਸਾ ਜਿਹੜਾ ਧਰਤੀ ਦੇ ਹੇਠਾਂ ਧੱਸ ਜਾਂਦਾ ਹੈਗਾ ਗ੍ਰੈਵਿਟੀ ਦੇ ਕਾਰਨ ਕਰਕੇ, ਕਿਉਂਕਿ ਉਹ ਚਟਾਨ ਸੌਫਟ ਹੋ ਚੁੱਕੀ ਹੈ, ਅੰਦਰੋਂ ਖੋਖਲੀ ਹੋ ਚੁੱਕੀ ਹੈ, ਜਿਹਦੇ ਕਾਰਨ ਕਰਕੇ ਫਿਰ ਉਹ ਚਟਾਨ ਨੀਚੇ ਨੂੰ ਧੱਸ ਜਾਂਦੀ ਹੈ। ਤਾਂ ਇਹ ਮਾਸ ਵੇਸਟਿੰਗ ਦੇ 4 ਤਰੀਕੇ ਆ ਜਾਂਦੇ ਹੈਗੇ ਆ, ਜਿਹਦੇ ਥਰੂ ਇਹ ਵੱਖਰੇ ਤਰੀਕੇ ਦੇ ਨਾਲ ਵਾਪਰਦੀ ਹੈਗੀ ਆ। ਮਾਸ ਵੇਸਟਿੰਗ ਦੇ ਕਾਰਨ ਕੀ ਰਹਿੰਦੇ ਹੈਗੇ ਅੱਗੇ? ਸਭ ਤੋਂ ਪਹਿਲਾਂ ਧਰਤੀ ਦੇ ਉੱਪਰ ਬਨਸਪਤੀ ਦਾ ਨਾ ਹੋਣਾ, ਇਹਦੇ ਕਾਰਨ ਕਰਕੇ ਵੀ ਹੁੰਦਾ, ਕਿਉਂਕਿ ਜਿਹੜੀਆਂ ਬਨਸਪਤੀ ਹੈਗੀ ਉਹ ਚਟਾਨਾਂ ਨੂੰ ਟੁੱਟਣ ਭੱਜਣ ਤੋਂ ਰੋਕਦੀ ਹੈਗੀ। ਇਸ ਤੋਂ ਇਲਾਵਾ ਉਹਦੀਆਂ ਜੜ੍ਹਾਂ ਜਿਹੜੀਆਂ ਉਹ ਪਕੜ ਕੇ ਵੀ ਰੱਖਦੀਆਂ ਹੈਗੀਆਂ ਨੇਗੀਆਂ। ਦੂਸਰਾ ਕਾਰਨ ਹੁੰਦਾ ਹੈ ਜਲਵਾਯੂ ਜਿਵੇਂ ਕਿ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਅੰਤਰ ਹੋਣਾ, ਬਰਫ਼ ਦਾ ਜੰਮਣਾ ਜਾਂ ਪਿਘਲਣਾ, ਜਾਂ ਫਿਰ ਭਾਰੀ ਵਰਖਾ ਹੋਣਾ, ਇਹ ਵੀ ਪ੍ਰਮੁੱਖ ਕਾਰਨ ਹੈ ਜਿਸ ਦੇ ਕਾਰਨ ਕਰਕੇ ਮਾਸ ਵੇਸਟਿੰਗ ਜਿਹੜੀ ਆ ਉਹ ਹੁੰਦੀ ਹੈਗੀ ਆ। ਤੀਬਰ ਖੜੀਆਂ ਢਲਾਨਾਂ ਜਿਹੜੀਆਂ ਕਿ ਬਿਲਕੁਲ ਸਟਰੇਟ ਹੈਗੀਆਂ ਨੇ, ਉੱਥੇ ਜਦੋਂ ਕਿਤੇ ਵੀ ਮਾੜਾ ਮੋਟਾ ਪਾਣੀ ਜਾਂ ਮੀਂਹ ਆ ਜਾਂਦਾ ਹੈ ਤਾਂ ਉਸੇ ਸਥਿਤੀ ਦੇ ਵਿੱਚ ਉਹ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸੇ ਕਰਕੇ ਪਹਾੜੀ ਖੇਤਰਾਂ ਦੇ ਵਿੱਚ ਇਹ ਆਮ ਤੌਰ ਦੇ ਉੱਪਰ ਦੇਖਣ ਨੂੰ ਮਿਲਦਾ ਹੈ। ਪਤਲੀਆਂ ਚਟਾਨਾਂ ਦੀਆਂ ਪਰਤਾਂ, ਚਟਾਨਾਂ ਦੀ ਬਣਤਰ ਦੇ ਵਿੱਚ ਕਮਜ਼ੋਰੀ, ਇਹ ਵੀ ਬੇਸਿਕ ਕਾਰਨ ਹੈਗੇ ਆ ਜਿਹਦੇ ਕਾਰਨ ਕਰਕੇ ਚਟਾਨਾਂ ਨਾਰਮਲੀ ਜਿਹੜੀਆਂ ਨੇ ਟੁੱਟ ਜਾਂਦੀਆਂ ਹੈਗੀਆਂ ਨੇਗੀਆਂ। ਇਸ ਤੋਂ ਇਲਾਵਾ ਚਟਾਨਾਂ ਦੇ ਵਿੱਚ ਪਾਣੀ ਭਰ ਜਾਣ ਦੇ ਕਾਰਨ ਕਰਕੇ ਵੀ ਚਟਾਨਾਂ ਜਿਹੜੀਆਂ ਨੇ ਉਹ ਪਹਾੜ ਤੋਂ ਨੀਚੇ ਡਿੱਗ ਜਾਂਦੀਆਂ ਹੈਗੀਆਂ ਨੇਗੀਆਂ। ਇਹ ਕੁਝ ਪ੍ਰਮੁੱਖ ਰੀਜਨ ਨੇ ਜਿਹਦੇ ਕਾਰਨ ਕਰਕੇ ਮਾਸ ਵੇਸਟਿੰਗ ਜਿਹੜੀ ਹੈਗੀ ਆ ਉਹ ਹੁੰਦੀ ਹੈਗੀ। ਠੀਕ ਹੈ। ਤੀਸਰਾ ਤੱਤ ਆ ਜਾਂਦਾ ਹੈ ਜੀ ਅਪਰਦਨ, ਇਰੋਜ਼ਨ, ਜਿਸ ਨੂੰ ਆਪਾਂ ਕਹਿ ਦਿੰਦੇ ਹੈਗੇ ਕਿ ਓਕੇ। ਇਰੋਜ਼ਨ ਕੀ ਹੈ ਜੀ? ਇਹ ਲਤਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਕੁਤਰਨਾ ਜਾਂ ਚੱਬਣਾ। ਠੀਕ ਹੈ। ਇਰੋਜ਼ਨ ਕਿਸ 'ਤੇ ਹੋਊਗਾ? ਚਟਾਨਾਂ ਦੇ ਉੱਪਰ ਹੋਊਗਾ। ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਊਗਾ। ਓਕੇ। ਇਸ ਪ੍ਰਕਿਰਿਆ ਦੇ ਨਾਲ ਚਟਾਨਾਂ ਜਿਹੜੀਆਂ ਨੇ ਉਹ ਕੁਤਰੀਆਂ ਜਾਂਦੀਆਂ ਨੇ, ਜਾਂ ਖਾਧੀਆਂ ਜਾਂਦੀਆਂ ਨੇ, ਜਾਂ ਖੋਰੀਆਂ ਜਾਂਦੀਆਂ ਹੈਗੀਆਂ ਨੇ। ਸਿੰਪਲ ਭਾਸ਼ਾ 'ਚ ਆਪਾਂ ਗੱਲ ਕਰੀਏ ਅਤੇ ਇਹਦੇ ਜੇਕਰ ਆਪਾਂ ਮੁੱਖ ਤੱਤਾਂ ਦੀ ਗੱਲ ਕਰੀਏ ਜਿਹਦੇ ਕਾਰਨ ਕਰਕੇ ਇਹ ਚਟਾਨਾਂ ਇਰੋਜ਼ਨ ਹੁੰਦੀਆਂ ਨੇ ਜਾਂ ਅਪਰਦਨ ਹੁੰਦਾ ਹੈ, ਉਹਦੇ ਵਿੱਚ ਵਗਦਾ ਪਾਣੀ, ਪੌਣਾ ਹੋ ਗਈਆਂ, ਗਲੇਸ਼ੀਅਰ ਹੋ ਗਿਆ, ਇਹ ਚਟਾਨਾਂ ਨੂੰ ਤੋੜਨ ਭੰਨਣ ਦਾ ਕੰਮ ਕਰਦੀਆਂ ਹੈਗੀਆਂ ਨੇ, ਅਤੇ ਇਹ ਚਟਾਨਾਂ ਨੂੰ ਤੋੜ ਕੇ ਇੱਕ ਥਾਂ ਤੋਂ ਦੂਸਰੀ ਜਗ੍ਹਾ ਦੇ ਉੱਪਰ ਵੀ ਲੈ ਕੇ ਜਾਂਦੀਆਂ ਹੈਗੀਆਂ ਨੇ। ਇਹ ਵੀ ਇਹਦੇ ਵਿੱਚ ਹੀ ਇਨਕਲੂਡ ਆਉਂਦਾ ਹੈ। ਅਪਰਦਨ ਦੇ ਮੁੱਖ ਕਾਰਕਾਂ ਦੇ ਵਿੱਚ ਨਦੀ, ਪੌਣਾ, ਗਲੇਸ਼ੀਅਰ ਅਤੇ ਭੂਮੀਗਤ ਜਲ ਅਤੇ ਸਮੁੰਦਰੀ ਜਿਹੜੀਆਂ ਲਹਿਰਾਂ ਨੇ ਉਹ ਮੌਜੂਦ ਹੁੰਦੀਆਂ ਨੇ। ਉਹਦੇ ਕਾਰਨ ਕਰਕੇ ਹੀ ਇਹ ਇਰੋਜ਼ਨ ਜਿਹੜਾ ਹੈ ਉਹ ਵਾਪਰਦਾ ਹੈ।
ਇਰੋਜਨ ਮਤਲਬ ਧਰਤੀ ਦੀ ਪਰਤ ਨੂੰ ਖੁਰਚਣਾ, ਸਿੰਪਲ ਜਿਹਾ ਆਨਸਰ ਇਹਦਾ। ਠੀਕ ਹੈ, ਖੁਰਚਣ ਦੇ ਲਈ ਕਿਹੜੇ ਕਿਹੜੇ ਤੱਤ ਕੰਮ ਕਰਦੇ ਹਨ? ਨਦੀਆਂ ਦਾ ਪਾਣੀ ਜਿਹੜਾ ਵਗਦਾ ਹੈਗਾ ਗਾ, ਪਾਉਣਾ, ਠੀਕ ਹੈ, ਗਲੇਸ਼ੀਅਰ, ਭੂਮੀਗਤ ਜਲ ਤੇ ਸਮੁੰਦਰੀ ਲਹਿਰਾਂ ਜਿਹੜੀਆਂ ਨੇਗੀਆਂ ਇਹ ਭਾਈ ਅਪਰਦਨ ਦੇ ਥਰੂ ਚਟਾਨਾਂ ਨੂੰ ਖੁਰਚਦੀਆਂ ਹੈਗੀਆਂ ਨੇ, ਖੋਰਦੀਆਂ ਹੈਗੀਆਂ ਨੇ, ਇਹਨੂੰ ਕਹਿੰਦੇ ਹੈ ਅਪਰਦਨ। ਠੀਕ ਹੈ, ਆ ਸਾਰੀਆਂ ਪਿਕਚਰਸ ਅਪਰਦਨ ਦੀਆਂ ਹੀ ਨੇਗੀਆਂ। ਇਹ ਕੁਝ ਪਾਣੀ ਦੇ ਥਰੂ ਹੈ, ਕੁਝ ਹਵਾ ਦੇ ਥਰੂ ਹੈ, ਕੁਝ ਜਿਹੜਾ ਹੈ ਬਈ ਸਮੁੰਦਰੀ ਲਹਿਰਾਂ ਦੇ ਥਰੂ ਹੈ। ਆ ਸਮੁੰਦਰੀ ਲਹਿਰਾਂ ਦੇ ਥਰੂ ਆ ਜਾਂਦਾ ਹੈਗਾ ਗਾ, ਆਹ ਖੇਤਰ ਆ ਜਾਂਦਾ ਹੈ ਜੀ ਸਾਡੇ ਨਦੀ ਵਾਲੇ ਪਾਣੀ ਦੇ ਨਾਲ, ਅਤੇ ਆਹ ਖੇਤਰ ਆ ਜਾਂਦਾ ਹੈ ਜੀ ਸਾਡੀਆਂ ਜਿਹੜੀਆਂ ਪੌਣਾਂ ਚੱਲਦੀਆਂ ਨੇ, ਵਿੰਡਸ ਚੱਲਦੀਆਂ ਹੈਗੀਆਂ ਨੇ। ਉਹਦੇ ਥਰੂ ਜਿਹੜੀਆਂ ਨਰਮ ਚਟਾਨਾਂ ਹੁੰਦੀਆਂ ਨੇ ਉਹ ਖੁਰ ਜਾਂਦੀਆਂ, ਜਿਹੜੀਆਂ ਹਾਰਡ ਹੁੰਦੀਆਂ ਨੇਗੀਆਂ ਉਹ ਖੜੀਆਂ ਰਹਿੰਦੀਆਂ ਨੇ। ਠੀਕ ਹੈ, ਉਹਦੇ ਕਾਰਨ ਕਰਕੇ ਕੁਝ ਸ਼ੇਪਸ ਜਿਹੜੀਆਂ ਰਹਿ ਜਾਂਦੀਆਂ ਨੇ, ਜਿਹਨੂੰ ਆਪਾਂ ਬਾਅਦ ਦੇ ਵਿੱਚ ਨਾਮ ਦੇ ਦਿੰਦੇ ਹੈਗੇ ਆ। ਅਪਰਦਨ ਦੇ ਵਿੱਚ ਪ੍ਰਮੁੱਖ ਪ੍ਰਕਿਰਿਆਵਾਂ ਕਿਹੜੀਆਂ ਕਿਹੜੀਆਂ ਰਹਿੰਦੀਆਂ ਨੇ? ਜਿਵੇਂ ਕਿ ਟੁੱਟੇ ਭੱਜੇ ਮਲਬੇ ਨੂੰ ਲੈਣਾ, ਜਿਹੜਾ ਕਿ ਟੁੱਟਿਆ ਹੋ ਚੁੱਕਿਆ ਹੈ, ਠੀਕ ਹੈ, ਉਸ ਨੂੰ ਲੈ ਕੇ ਜਾਣਾ ਹੈ। ਮਲਬੇ ਦੀ ਸਹਾਇਤਾ ਦੇ ਨਾਲ ਹੇਠਲੀਆਂ ਚਟਾਨਾਂ ਨੂੰ ਤੋੜਨਾ ਜਾਂ ਫਿਰ ਘਸਾਉਣਾ, ਇਹਦੇ ਵਿੱਚ ਮੁੱਖ ਪ੍ਰਕਿਰਿਆ ਹੈ। ਚਟਾਨੀ ਮਲਬੇ ਦਾ ਆਪਸ ਦੇ ਵਿੱਚ ਰਗੜਨਾ ਜਾਂ ਟੁੱਟਣਾ ਭੱਜਣਾ ਜਾਂ ਘਸਣਾ, ਇਹਦੀ ਮੁੱਖ ਪ੍ਰਕਿਰਿਆ ਦੇ ਵਿੱਚ ਹੈ। ਪਾਣੀ ਦੇ ਵਿੱਚ ਚਟਾਨਾਂ ਦਾ ਜਿਹੜਾ ਘੁਲਣਾ ਹੈ ਉਹ ਵੀ ਇਸ ਦੇ ਵਿੱਚ ਇਨਕਲੂਡ ਹੁੰਦਾ ਹੈ। ਸਾਰੇ ਮਲਬੇ ਦਾ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਘੋਲ ਕੇ, ਚਾਹੇ ਰੋੜ ਕੇ, ਚਾਹੇ ਤੈਰ ਕੇ ਟਰਾਂਸਪੋਰਟੇਸ਼ਨ ਕਰਨਾ, ਜਾਣੀ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣਾ, ਇਹ ਸਾਰੇ ਜਿਹੜੇ ਪ੍ਰੋਸੈਸ ਨੇ ਇਹ ਅਪਰਦਨ ਦੇ ਥਰੂ ਹੁੰਦੇ ਆ। ਆਹ ਸਾਰੀਆਂ ਸ਼ੇਪਸ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਲੈਂਡਫਾਰਮ ਜਿਹੜੀਆਂ ਹੈਗੇ ਨੇ, ਇਹ ਪਰਦਨ ਦੇ ਥਰੂ ਹੀ ਬਣੀਆਂ ਹੋਈਆਂ ਨੇ ਕਿਆ। ਓਕੇ, ਨੈਕਸਟ ਹੈ ਜੀ ਆਪਣੇ ਕੋਲ ਅਗਲਾ ਦੂਸਰਾ ਪੁਆਇੰਟ, ਭੌ ਉਸਾਰੀ। ਹੁਣ ਆਪਾਂ ਪਹਿਲਾਂ ਖਤਮ ਕਰ ਲਿੱਤਾ ਹੈ ਕਿ ਜਿਹੜਾ ਅਪਰਦਨ ਹੈ, ਠੀਕ ਹੈ, ਯਾਨੀ ਕਿ ਭੌ ਖੋਰਨ ਹੈ, ਉਹ ਕਿਸ ਕਿਸ ਤਰੀਕੇ ਦੇ ਨਾਲ ਹੋਇਆ ਸੀਗਾ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੀ ਹੁਣ ਭੌ ਉਸਾਰੀ ਹੈ, ਜਿਵੇਂ ਕਿ ਕਿਤੇ ਜਗ੍ਹਾ 'ਤੇ ਟੋਆ ਪਿਆ ਹੋਇਆ ਹੈ, ਕਿਤੇ ਡੂੰਘਾ ਸਥਾਨ ਹੈਗਾ ਗਾ ਜਾਂ ਟੁੱਟਿਆ ਹੋਇਆ ਸਥਾਨ ਹੈ ਚਟਾਨਾਂ ਦਾ, ਹੁਣ ਉਹਨੂੰ ਠੀਕ ਕਿਵੇਂ ਕੀਤਾ ਜਾਂਦਾ ਹੈ, ਉਹਦੇ ਲਈ ਕਿਹੜੇ ਕਿਹੜੇ ਫੈਕਟਰ ਜਿਹੜੇ ਆ ਉਹ ਕੰਮ ਕਰਦੇ ਹੈਗੇ ਆ। ਇਹਨੂੰ ਕਿਹਾ ਜਾਂਦਾ ਹੈ ਭੌ ਉਸਾਰੀ ਦੀ ਪ੍ਰਕਿਰਿਆ ਜਾਂ ਨਿਖੇਪਨ, ਡੈਪੋਜੀਸ਼ਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ। ਠੀਕ ਹੈ, ਆਪਣੇ ਕੋਲੇ ਤਿੰਨ ਕਨਸੈਪਟ ਹੁੰਦੇ ਆ ਕਿ ਜਿਓਮੋਰਫੋਲੋਜੀ ਦੇ ਵਿੱਚ। ਇੱਕ ਹੁੰਦਾ ਹੈ ਇਰੋਜ਼ਨ, ਇੱਕ ਹੁੰਦਾ ਇਰੋਜ਼ਨ, ਇੱਕ ਹੁੰਦਾ ਹੈ ਡੈਪੋਜੀਸ਼ਨ, ਸੌਰੀ ਟਰਾਂਸਪੋਰਟੇਸ਼ਨ, ਨਾਰਮਲੀ ਤੁਸੀਂ ਜਿਓਗ੍ਰਾਫੀ ਵਾਲੇ ਸਾਰਿਆਂ ਨੇ ਇਹਨਾਂ ਸ਼ਬਦਾਂ ਨੂੰ ਸੁਣਿਆ ਹੋਊਗਾ। ਤੇ ਤੀਸਰਾ ਹੁੰਦਾ ਹੈ ਡੈਪੋਜੀਸ਼ਨ। ਇਰੋਜ਼ਨ ਮਤਲਬ ਖੁਰਚਣਾ ਹੋ ਜਾਂਦਾ ਹੈ ਕਿ ਕਿਸੇ ਵੀ ਜਿਹੜੀ ਹੈ ਪਰਤ ਨੂੰ ਖੁਰਚ ਲੈਣਾ ਹੈਗਾ। ਟਰਾਂਸਪੋਰਟੇਸ਼ਨ ਮਤਲਬ ਉਹਨੂੰ ਅੱਗੇ ਲੈ ਕੇ ਜਾਣਾ ਹੈਗਾ। ਠੀਕ ਹੈ, ਅੱਗੇ ਲੈ ਕੇ ਜਾਣਾ ਹੈ ਰੋੜ ਕੇ, ਚਾਹੇ ਘੋਲ ਕੇ, ਤੇ ਚਾਹੇ ਫਿਰ ਉਡਾ ਕੇ ਲੈ ਕੇ ਜਾਣਾ ਹੈ। ਡੈਪੋਜੀਸ਼ਨ ਦਾ ਮਤਲਬ ਹੁੰਦਾ ਹੈ ਕਿਸੇ ਜਗ੍ਹਾ 'ਤੇ ਜਾ ਕੇ ਫਿਰ ਇਹਨਾਂ ਸਾਰੇ ਖੇਤਰਾਂ ਨੂੰ ਜਮ੍ਹਾਂ ਕਰ ਦੇਣਾ। ਠੀਕ ਹੈ, ਇਹ ਤਿੰਨ ਤੱਤ ਇਹਦੇ ਵਿੱਚ ਇਨਕਲੂਡ ਆਉਂਦੇ ਹੈਗੇ। ਆਪਾਂ ਗੱਲ ਕਰਦੇ ਹੈਗੇ ਭੌ ਉਸਾਰੀ ਦੀ। ਅਪਰਦਨ ਦੇ ਕਾਰਕ ਜਦੋਂ ਆਪਣੇ ਮਲਬੇ ਨੂੰ ਬਹੁਤ ਦੂਰ ਤੱਕ ਨਹੀਂ ਲੈ ਕੇ ਜਾ ਸਕਦੇ, ਇਹਨਾਂ ਦੀ ਗਤੀ ਜਿਹੜੀ ਆ ਉਹ ਘਟਣ ਦੇ ਕਾਰਨ ਕਰਕੇ ਢੋਣ ਦੀ ਸ਼ਕਤੀ ਘਟ ਜਾਂਦੀ ਹੈਗੀ ਆ। ਉਸ ਸਮੇਂ ਵਾਧੂ ਮਲਬਾ ਜਿਹੜਾ ਉਹ ਜਮ੍ਹਾਂ ਕਰ ਦਿੰਦੇ ਹੈਗੇ ਆ, ਜਿਸ ਨੂੰ ਆਪਾਂ ਭੌ ਉਸਾਰੀ ਦਾ ਨਾਮ ਜਾਂ ਨਿਖੇਪਨ ਦਾ ਨਾਮ ਦੇ ਦਿੰਦੇ ਹੈਗੇ ਆ। ਕੀ ਹੁੰਦਾ ਹੈ ਕਿ ਜਿਵੇਂ ਕੋਈ ਨਦੀ, ਕੋਈ ਹਵਾ, ਕੋਈ ਗਲੇਸ਼ੀਅਰ ਕਿਸੇ ਪਰਤ ਨੂੰ ਖੋਰ ਕੇ ਲੈ ਗਈ ਹੈ ਆਪਣੇ ਨਾਲ, ਜਦੋਂ ਉਹ ਪਰਤ ਖੋਰ ਕੇ ਲੈ ਕੇ ਗਈ, ਉਹ ਅੱਗੇ ਜਾ ਕੇ ਬਈ ਹੋਰ ਸਾਰੇ ਤੱਤਾਂ ਦੇ ਨਾਲ ਮਿਲ ਗਈ ਜਾਂ ਕਿਸੇ ਹੋਰ ਚਟਾਨ ਦੇ ਨਾਲ ਮਿਲ ਕੇ ਉਹਦੀ ਮਾਤਰਾ ਵੱਧ ਗਈ ਹੈ, ਵੇਟ ਵੱਧ ਗਿਆ ਹੈ, ਤਾਂ ਪਾਣੀ, ਹਵਾ ਜਾਂ ਫਿਰ ਗਲੇਸ਼ੀਅਰ ਉਹਨੂੰ ਖਿੱਚਣ ਦੀ ਸ਼ਮਤਾ ਨਹੀਂ ਰੱਖਦਾ, ਜਿਹਦੇ ਕਾਰਨ ਕਰਕੇ ਫਿਰ ਉਹਨੂੰ ਕਿਸੇ ਅਜਿਹੀ ਜਗ੍ਹਾ 'ਤੇ ਸੁੱਟ ਦਿੰਦਾ ਹੈ ਜਿਵੇਂ ਟੋਆ ਹੋ ਗਿਆ, ਜਾਂ ਫਿਰ ਢਲਾਣ ਜਿਹੜੀ ਘਟ ਚੁੱਕੀ ਹੈਗੀ ਅਤੇ ਯਾਨੀ ਕਿ ਪਾਣੀ ਦੀ ਸਪੀਡ ਘਟ ਗਈ ਹੈ, ਹਵਾ ਦੀ ਸਪੀਡ ਘਟ ਗਈ ਹੈ, ਗਲੇਸ਼ੀਅਰ ਦਾ ਜਿਹੜੀ ਸ਼ਮਤਾ ਘਟ ਗਈ ਹੈ, ਤਾਂ ਉਹ ਫਿਰ ਭਾਰੀ ਸਮਾਨ ਨੂੰ ਉਸ ਜਗ੍ਹਾ ਦੇ ਉੱਪਰ ਛੱਡ ਦਿੰਦਾ ਜਿੱਥੇ ਉਹਨੂੰ ਲੱਗਦਾ ਕਿ ਹੁਣ ਉਹ ਇਹਨੂੰ ਅੱਗੇ ਨਹੀਂ ਲੈ ਕੇ ਜਾ ਸਕਦਾ। ਅਤੇ ਜਦੋਂ ਉਹ ਕਿਸੇ ਉਸ ਖੇਤਰ ਦੇ ਵਿੱਚ ਜਮ੍ਹਾਂ ਕਰ ਦਿੰਦਾ ਹੈ, ਉਹਨੂੰ ਨਾਮ ਦਿੱਤਾ ਜਾਂਦਾ ਹੈ ਭੌ ਉਸਾਰੀ ਜਾਂ ਨਿਖੇਪਨ, ਯਾਨੀ ਕਿ ਡੈਪੋਜੀਸ਼ਨ ਦਾ ਆਪਾਂ ਨਾਮ ਦੇ ਦਿੰਦੇ ਹੈਗੇ ਹਾਂ। ਇਹ ਅਕਸਰ ਉਦੋਂ ਵਾਪਰਦਾ ਹੈਗਾ ਗਾ ਜਦੋਂ ਧਰਾਤਲ ਉੱਪਰਲੇ ਨੀਵੇਂ ਸਥਾਨ, ਝੀਲਾਂ, ਸਮੁੰਦਰੀ ਤੱਟ ਦੇ ਉੱਪਰ ਇਹ ਮਲਬਾ ਜਮ੍ਹਾਂ ਕਰ ਦਿੱਤਾ ਜਾਂਦਾ ਹੈ, ਜਦੋਂ ਉਹਦੀ ਸ਼ਮਤਾ ਘਟ ਜਾਂਦੀ ਹੈ, ਜਿਹਦੇ ਵਿੱਚੋਂ ਆਪਾਂ ਗੱਲ ਕੀਤੀ ਹੈਗੀ ਹੈ। ਇਹਦੇ ਮੁੱਖ ਕਾਰਕ ਕੀ ਹੁੰਦੇ ਹੈਗੇ ਆ? ਸੇਮ ਹੀ ਉਹ ਕਾਰਕ ਹੁੰਦੇ ਹੈਗੇ ਜਿਹੜੇ ਆਪਾਂ ਜਿਹੜੇ ਹੈ ਨਿਖੇਪਨ ਦੇ ਵਿੱਚ ਕੀਤੇ, ਖੁਰਚਣ ਦੇ ਵਿੱਚ ਗੱਲ ਕੀਤੀ, ਸੇਮ ਹੀ ਉੱਥੇ ਇਹ ਕੰਮ ਕਰਦੇ ਹੈ। ਜਿਵੇਂ ਨਦੀਆਂ, ਪਾਣੀ, ਗਲੇਸ਼ੀਅਰ, ਸਮੁੰਦਰੀ ਰੋਆਂ ਅਤੇ ਭੂਮੀਗਤ ਜਲ, ਇਹ ਮਿਲ ਕੇ ਜਿਹੜਾ ਹੈਗਾ ਨਿਖੇਪਨ ਦੀ ਪ੍ਰਕਿਰਿਆ ਨੂੰ ਜਿਹੜਾ ਹੈ ਸਕਸੈਸਫੁਲ ਕਰਦੇ ਹੈਗੇ। ਠੀਕ ਹੈ, ਨੈਕਸਟ ਹੁੰਦਾ ਜੀ ਅਗਲਾ ਆਪਣੇ ਕੋਲ ਤੱਤ, ਨਿਖੇਪਨ ਦੇ ਵਿੱਚ ਹੀ ਆਊਗਾ, ਇਹ ਸ਼ਾਮਲ ਉਹਦਾ ਸਬ ਪਾਰਟ ਆਊਗਾ। ਓਕੇ, ਨਿਖੇਪਨ ਦੇ ਵਿੱਚ ਆਉਂਦਾ ਹੈ ਭੂ ਪਟਲ ਵਿਰੂਪਣ, ਜਿਸ ਨੂੰ ਡਿਸਫਾਰਮ ਆਪਾਂ ਕਹਿ ਦਿੰਦੇ ਹੈਗੇ। ਭੂ ਪਟਲ ਵਿਰੂਪਣ ਜਿਹੜਾ ਹੈ ਇਹ ਭੂਚਾਲ, ਜਵਾਲਾਮੁਖੀ, ਧਰਤੀ ਦੇ ਅੰਦਰ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਹਨਗੀਆਂ, ਕਿਉਂਕਿ ਇਹਨਾਂ ਨੂੰ ਪੈਦਾ ਕਰਨ ਵਾਲੀਆਂ ਸ਼ਕਤੀਆਂ ਧਰਤੀ ਦੇ ਅੰਦਰੋਂ ਡੂੰਘਾਈ ਦੇ ਵਿੱਚ ਪੈਦਾ ਹੁੰਦੀਆਂ ਹੈਗੀਆਂ ਨੇਗੀਆਂ। ਇਸ ਦੇ ਨਾਲ ਧਰਤੀ ਦੀ ਸਤ੍ਹਾ ਦਾ ਉਥਾਨ ਹੁੰਦਾ ਹੈ, ਯਾਨੀ ਕਿ ਉੱਪਰ ਉੱਠਦੀ ਹੈਗੀ ਅਤੇ ਜਾਂ ਫਿਰ ਉਹ ਨੀਵੀਂ ਹੋ ਜਾਂਦੀ ਹੈਗੀ ਕਿ ਇਸ ਨੂੰ ਕਹਿੰਦੇ ਹੈਗੇ ਆ ਪਟਲ ਵਿਰੂਪਣੀ। ਇਹ ਧਰਤੀ ਦੇ ਅੰਦਰੂਨੀ ਪਾਰਟ ਦੇ ਵਿੱਚ ਜਿਹੜਾ ਹੈ ਕ੍ਰੀਏਟ ਹੁੰਦੀਆਂ ਨੇ, ਭੂਚਾਲ ਤੇ ਜਵਾਲਾਮੁਖੀ ਦੇ ਥਰੂ ਬਣਨ ਵਾਲੀਆਂ ਹੁੰਦੀਆਂ ਨੇ। ਠੀਕ ਹੈ, ਭੂ ਪਟਲ ਵਿਰੂਪਣ ਜਿਹੜਾ ਹੈ ਇਹ ਸ਼ਕਤੀਆਂ ਦੇ ਵਿੱਚ
ਪਟਲ ਸ਼ਕਤੀਆਂ ਦੇ ਵਿੱਚ ਪਰਬਤ ਜਨਕ ਜਾਂ ਪਰਬਤ ਬਣਾਉਣ ਵਾਲੀਆਂ ਸ਼ਕਤੀਆਂ ਜਾਂ ਫਿਰ ਮਹਾਦੀਪੀ ਪਠਾਰ ਦੇ ਉੱਪਰ ਉਠਾਉਣ ਜਾਂ ਫਿਰ ਹੇਠਾਂ ਬਿਠਾਉਣ, ਜਿਹਨੂੰ ਧੱਸਣ ਦੀ ਪ੍ਰਕਿਰਿਆ ਕਹਿ ਦਿੰਦੇ ਆ, ਉਹ ਸਾਰੀਆਂ ਸ਼ਕਤੀਆਂ ਦੇ ਵਿੱਚ ਸ਼ਾਮਲ ਹੁੰਦੀਆਂ ਨੇਗੀਆਂ, ਜਿਹਨੂੰ ਅਪਲਿਫਟ ਵੀ ਕਹਿ ਦਿੰਦੇ ਹੈਗੇ ਓਕੇ, ਜਾਂ ਫਿਰ ਉੱਪਰ ਉੱਠਣ ਵਾਲਾ ਖੇਤਰ ਵੀ ਕਹਿ ਦਿੰਦੇ ਹੈਗੇ ਆ। ਮੁੱਖ ਤੌਰ 'ਤੇ ਭੂਚਾਲ ਤੇ ਜਵਾਲਾਮੁਖੀ ਪਟਲ ਵਿਰੂਪਣ ਦੇ ਵਿੱਚ ਆਉਂਦਾ, ਜਿਹੜਾ ਕਿ ਵੱਡੀ ਮਾਤਰਾ ਦੇ ਵਿੱਚ ਧਰਤੀ ਦੇ ਉੱਪਰ ਇੱਕ ਵੱਡੀ ਤਬਦੀਲੀ ਕਰਦਾ ਹੈ, ਯਾਨੀ ਧਰਤੀ ਦਾ ਹੇਠਾਂ ਧੱਸ ਜਾਣਾ, ਧਰਤੀ ਦਾ ਉੱਪਰ ਉੱਠ ਜਾਣਾ, ਇਹ ਸਾਰੇ ਪਟਲ ਵਿਰੂਪਣ ਦੇ ਵਿੱਚ ਸ਼ਾਮਲ ਹੁੰਦੇ ਹੈਗੇ ਆ। ਪਟਲ ਵਿਰੂਪਣ ਤੋਂ ਇਲਾਵਾ ਜਵਾਲਾਮੁਖੀ ਦਾ ਵੀ ਇੱਕ ਅਹਿਮ ਰੋਲ ਰਹਿੰਦਾ ਹੈ, ਜਿਹਦੇ ਥਰੂ ਧਰਤੀ ਦੇ ਉੱਪਰ ਬਹੁਤ ਸਾਰੇ ਲੈਂਡਫਾਰਮ ਬਣਦੇ ਹੈਗੇ ਆ, ਕਿਉਂਕਿ ਜਵਾਲਾਮੁਖੀ ਵਿਸਫੋਟ ਦੇ ਕਾਰਨ ਧਰਤੀ ਦੇ ਅੰਦਰੋਂ ਪਿਘਲਿਆ ਹੋਇਆ ਲਾਵਾ ਜਿਹੜਾ ਹੈ ਉਹ ਧਰਤੀ ਦੇ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਹੈ ਤੇ ਧਰਤੀ ਦੀ ਸਤ੍ਹਾ ਦੇ ਉੱਪਰ ਆ ਕੇ ਜੰਮ ਜਾਂਦਾ ਹੈ ਇਹ ਲਾਵਾ। ਇਸ ਲਾਵੇ ਦੇ ਥਰੂ ਬਹੁਤ ਸਾਰੇ ਜਿਹੜੇ ਕ੍ਰੇਟਰ ਕ੍ਰੀਏਟ ਹੁੰਦੇ ਆ, ਜਿਵੇਂ ਕਿ ਝੀਲਾਂ ਬਣ ਜਾਂਦੀਆਂ ਹੈਗੀਆਂ ਨੇਗੀਆਂ, ਪਹਾੜ ਬਣ ਜਾਂਦੇ ਹੈਗੇ, ਪਠਾਰ ਬਣ ਜਾਂਦੇ ਹੈਗੇ, ਠੀਕ ਹੈ, ਇਹ ਅਕਸਰ ਇਹਦੇ ਵਿੱਚ ਬਣ ਜਾਂਦੇ ਹੈਗੇ। ਇਸ ਤੋਂ ਇਲਾਵਾ ਸੰਘਣਾ ਜਾਂ ਐਸਿਡਿਕ ਜਿਹੜਾ ਲਾਵਾ ਹੁੰਦਾ ਹੈ ਉਹ ਧਰਤੀ ਦੇ ਉੱਪਰ ਪਰਬਤ ਤੇ ਪਠਾਰ ਬਣਾਉਣ ਦੇ ਵਿੱਚ ਯੋਗਦਾਨ ਪਾਉਂਦਾ ਹੈਗਾ। ਧਰਤੀ ਦੇ ਅੰਦਰਲੀ ਪਰਤਾਂ ਦੇ ਵਿੱਚ ਜਿਹੜੀਆਂ ਅਗਨੀ ਚਟਾਨਾਂ ਜਾਂ ਗੁੰਬਦ ਹੁੰਦੇ ਆ, ਉਹਨਾਂ ਨੂੰ ਬਣਾਉਣ ਦੇ ਵਿੱਚ ਵੀ ਜਿਹੜਾ ਯੋਗਦਾਨ ਹੁੰਦਾ ਹੈ ਉਹ ਜਵਾਲਾਮੁਖੀ ਦਾ ਹੀ ਰਹਿੰਦਾ, ਕਿਉਂਕਿ ਧਰਤੀ ਦੇ ਅੰਦਰ ਕਈ ਸਾਰੀਆਂ ਚਟਾਨਾਂ ਦੇ ਵਿੱਚ ਆ ਕੇ ਜੰਮ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਅਗਨੀ ਚਟਾਨਾਂ ਤੇ ਜਾਂ ਫਿਰ ਗੁੰਬਦ ਜਿਹੜਾ ਹੈ ਉਹ ਬਣ ਜਾਂਦਾ ਹੈ। ਓਕੇ, ਲਾਸਟ ਪੁਆਇੰਟ ਆਪਣਾ ਇਹਦਾ, ਜੀਵ ਜੰਤੂਆਂ ਤੇ ਮਨੁੱਖ ਦੇ ਦੁਆਰਾ ਕੀ ਬਣਦਾ ਹੈ ਜੀ ਲੈਂਡਫਾਰਮ ਦੇ ਵਿੱਚ ਹੀ, ਜਾਂ ਫਿਰ ਉਲਕਾ ਪਿੰਡ ਦੇ ਥਰੂ ਕੀ ਕੁਝ ਬਣਦਾ ਹੈ। ਜੀਵ ਜੰਤੂਆਂ ਦੇ ਦੁਆਰਾ ਤੁਹਾਨੂੰ ਪਤਾ ਹੀ ਹੈ ਕਿ ਚਟਾਨਾਂ ਨੂੰ ਖੁਰਚਣ ਦਾ ਕੰਮ ਆ ਜਾਂਦਾ ਹੈ। ਮਨੁੱਖ ਦੇ ਦੁਆਰਾ ਜਿਹੜੇ ਵੱਡੀਆਂ ਚਟਾਨਾਂ ਨੇ ਉਹਨਾਂ ਨੂੰ ਕੱਟ ਕੇ, ਜਿਵੇਂ ਕਿ ਕਹਿ ਸਕਦੇ ਹੈਗੇ ਕਿ ਟਨਲਸ ਬਣਾਈਆਂ ਜਾਂਦੀਆਂ ਹੈਗੇ ਨੇ, ਸੜਕਾਂ ਬਣਾਈਆਂ ਜਾਂਦੀਆਂ, ਰੇਲਵੇ ਰੋਡਸ ਬਣਾਏ ਜਾਂਦੇ ਹੈਗੇ ਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇਗੀਆਂ ਮਨੁੱਖ ਦੇ ਦੁਆਰਾ ਕ੍ਰੀਏਟ ਕੀਤੀਆਂ ਨੇ, ਜਿਹਦੇ ਨਾਲ ਵੱਖਰੇ ਲੈਂਡਫਾਰਮ ਧਰਤੀ ਦੇ ਉੱਪਰ ਬਣ ਜਾਂਦੇ ਹੈਗੇ ਆ। ਇਹਦੇ ਲਈ ਮਨੁੱਖ ਵੀ ਜ਼ਿੰਮੇਵਾਰ ਹੁੰਦਾ ਹੈਗਾ। ਉਲਕਾ ਪਿੰਡ ਦੇ ਨਾਲ ਸੰਬੰਧਿਤ ਤੁਸੀਂ ਦੇਖਿਆ ਹੋਊਗਾ, ਬਹੁਤ ਸਾਰੇ ਕ੍ਰੀਏਚਰ ਨੇਗੇ, ਬਹੁਤ ਸਾਰੀਆਂ ਝੀਲਾਂ ਨੇਗੀਆਂ। ਜਦੋਂ ਉਲਕਾ ਪਿੰਡ ਧਰਤੀ ਦੇ ਨਾਲ ਕਿਤੇ ਨਾ ਕਿਤੇ ਟਕਰਾਉਂਦਾ ਹੈ ਤਾਂ ਬਹੁਤ ਵੱਡੇ ਜਿਹੜੇ ਟੋਏ ਪੁੱਟ ਦਿੰਦਾ ਹੈਗਾ। ਉਸ ਸਥਿਤੀ ਦੇ ਵਿੱਚ, ਉਸ ਟੋਇਆਂ ਦੇ ਵਿੱਚ ਜਦੋਂ ਕਿਤੇ ਮੀਂਹ ਦੇ ਪਾਣੀ ਦੇ ਨਾਲ ਪਾਣੀ ਜਮ੍ਹਾਂ ਹੋ ਜਾਂਦਾ ਹੈ ਤਾਂ ਉੱਥੇ ਉੱਪਰ ਝੀਲ ਦਾ ਨਿਰਮਾਣ ਕਰ ਲੈਂਦੇ ਹੈਗੇ ਆ। ਜੇਕਰ ਉੱਥੇ ਪਾਣੀ ਜਮ੍ਹਾਂ ਨਹੀਂ ਹੁੰਦਾ ਤਾਂ ਉਹ ਇੱਕ ਕ੍ਰੀਏਟਰ ਦੇ ਰੂਪ ਦੇ ਵਿੱਚ ਹੋਣ ਦੇ ਵਿੱਚ ਆ ਜਾਂਦਾ ਹੈ, ਠੀਕ ਹੈ। ਰਸ਼ੀਆ ਦੇ ਵਿੱਚ ਜਿਹੜਾ ਇਹ ਐਗਜ਼ਾਮਪਲ ਤੌਰ ਦੇ ਉੱਪਰ ਦੇਖ ਸਕਦੇ ਹੈਗੇ ਕਿ ਕਿਸ ਤਰ੍ਹਾਂ ਦਾ ਟੋਆ ਸਾਨੂੰ ਦੇਖਣ ਨੂੰ ਮਿਲਦਾ, ਜਿੱਥੇ ਐਸਟਰੋਨਾਈਟ ਜਿਹੜਾ ਹੈ ਉਹ ਡਿੱਗਿਆ ਸੀਗਾ, ਯਾਨੀ ਕਿ ਮੈਟੀਓਰਿਟ ਜਿਹੜਾ ਹੈ ਉਹ ਡਿੱਗਿਆ ਸੀਗਾ। ਓਕੇ, ਇਹ ਸੀਗੀ ਆਪਣੇ ਅੱਜ ਦਾ ਟੌਪਿਕ, ਜਿਸ ਦੇ ਵਿੱਚ ਆਪਾਂ ਗੱਲ ਕੀਤੀ ਹੈਗੀ ਆ ਜੀਓਮੋਰਫਿਕ ਸਟਰਕਚਰ ਦੀ, ਕਿ ਕਿਹੜੇ ਤੱਤ ਨੇ ਜਿਹੜੇ ਧਰਤੀ ਦੇ ਉੱਪਰ ਲੈਂਡਫਾਰਮ ਕ੍ਰੀਏਟ ਕਰਦੇ ਹੈਗੇ, ਕਿਸ ਤਰੀਕੇ ਦੇ ਨਾਲ ਉਹ ਕਰਦੇ ਹੈਗੇ ਨੇ। ਨੈਕਸਟ ਕਲਾਸ ਦੇ ਵਿੱਚ ਆਪਾਂ ਹੁਣ ਸੀਰੀਅਲ ਵਾਈਜ਼ ਸ਼ੁਰੂ ਕਰਾਂਗੇ ਕਿ ਪਾਣੀ ਦੇ ਦੁਆਰਾ ਕਿਹੜੇ ਲੈਂਡਫਾਰਮ ਬਣਦੇ ਹੈਗੇ ਆ, ਹਵਾ ਦੇ ਦੁਆਰਾ ਕਿਹੜੇ ਲੈਂਡਫਾਰਮ ਬਣਦੇ ਹੈਗੇ ਆ, ਗਲੇਸ਼ੀਅਰ ਦੇ ਦੁਆਰਾ ਕਿਹੜੇ ਲੈਂਡਫਾਰਮ ਬਣਦੇ ਹੈਗੇ, ਜਾਂ ਫਿਰ ਇਸ ਤੋਂ ਇਲਾਵਾ ਸਮੁੰਦਰੀ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਥਰੂ ਕਿਹੜੇ ਲੈਂਡਫਾਰਮ ਬਣਦੇ ਆ। ਉਹ ਚੈਪਟਰ ਵਾਈਜ਼ ਆਪਣੇ ਅਗਲੇ ਸੈਸ਼ਨ ਦੇ ਵਿੱਚ ਸ਼ੁਰੂ ਕਰ ਲਵਾਂਗੇ। ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਲਈ ਇਹ ਸੈਸ਼ਨ ਹੈਲਪਫੁਲ ਰਿਹਾ ਹੋਊਗਾ। ਥੈਂਕ ਯੂ ਸੋ ਮਚ।